देखो जिन्ने भी मैनू सुनते हो ना, मैं थोड़ा एक गल बड़े वधिया तरीके नाल समझाउणा। एक गेम्स होंदियां ने ओलंपिक दीयां गेम्स, ਜਿਹਦੇ ਚ ਨਾ ਬਹੁਤ ਸਾਰੇ ਪਲੇਅਰ ਨੇ ਜਿਹੜੇ ਉਹ ਵੱਧ ਚੜ ਕੇ ਹਿੱਸਾ ਲੈਂਦੇ ਆ। ਲਾਈਕ ਤੁਸੀਂ ਬੱਚੇ ਐਗਜ਼ਾਮ ਦੇ ਲਈ ਹਿੱਸਾ ਲੈ ਰਹੇ ਹੋਗੇ ਤਾਂ ਉਹਨਾਂ ਦਾ ਵੀ ਕੋਈ ਐਗਜ਼ਾਮ ਹੀ ਹੁੰਦਾ ਹੈਗਾ। ਅੰਡਰਸਟੈਂਡ ਕਰਦੇ ਨਾ 올림픽 ਦੀ ਗੇਮਸ? ਤੁਸੀਂ ਕਦੇ ਉਹਦੇ ਬਾਰੇ ਡੀਪਲੀ ਪੜ੍ਹ ਕੇ ਦੇਖਿਓ? ਮੋਰ ਦੈਨ 10 ਲੱਖ ਪਲੇਅਰ, 10 ਲੱਖ ਪਲੇਅਰ ਉਹਦੀ ਪ੍ਰੈਪਰੇਸ਼ਨ ਕਰ ਦੇਗਾ, ਉਹ ਗੇਮਸ ਦੀ ਪ੍ਰੈਪਰੇਸ਼ਨ ਕਰ ਦੇਗਾ। ਪਰ ਉਹਦੇ ਚੋਂ ਜਿਹਦੀ ਸਿਲੈਕਸ਼ਨ ਹੁੰਦੀ ਹੈ ਉਹ 1 ਲੱਖ ਹੀ ਹੁੰਦਾ ਇਕੱਲਾ। ਤੇ ਕੱਲੀ ਸਿਲੈਕਸ਼ਨ ਚੋਂ ਜਿਹੜੇ ਇਨਾਮ ਨਿਕਲਦੇ ਨੇਗੇ ਉਹ 10,000 ਨੂੰ ਨਿਕਲਦੇ ਨੇ। ਤੇ ਜਿਹੜੇ ਟੌਪ ਵਰਲਡ ਦੇ ਬੈਸਟ ਬੰਦੇ ਨਿਕਲਦੇ ਨੇ ਨਾ, ਉਹ ਲਾਸਟ ਤੇ ਹਰੇਕ ਗੇਮ ਦੇ 3 ਬੰਦੇ ਨਿਕਲਦੇ ਆ। ਮਤਲਬ ਕਿ ਫਸਟ ਸੈਕਿੰਡ ਥਰਡ ਹਰ ਇੱਕ ਬੱਚੇ ਨੂੰ ਇੰਨੀ ਕੁ ਚੀਜ਼ ਮੈਂ ਸਮਝਾਉਣੀ ਚਾਹੁੰਦਾ। ਮੇਰੀ ਹਰ ਰੋਜ਼ ਕਲਾਸ ਹੁੰਦੀ ਹੈ, ਮੈਂ ਹਰ ਰੋਜ਼ ਨਵੀਂ ਚੀਜ਼ ਪੜ੍ਹਾਉਣਾ, ਤੁਸੀਂ ਹਰ ਰੋਜ਼ ਨਵੀਂ ਚੀਜ਼ ਪੜ੍ਹੀ ਜਾਓਗੇ। ਪਰ ਕਦੋਂ ਤੱਕ? ਆਖਿਰ ਨੂੰ ਹਰੇਕ ਬੰਦੇ ਦਾ ਇੱਕ ਟਾਰਗੇਟ ਹੁੰਦਾ ਹੈਗਾ ਕਿ ਐਗਜ਼ਾਮ ਆਹ ਡੇਟ ਨੂੰ ਮੈਨੇ ਮੈਂਸ਼ਨ ਕਰਨਾ ਹੈ। ਪਰ ਇੱਕ ਗੱਲ ਗੌਰ ਨਾਲ ਸੁਣ ਲਿਓ, ਮੇਰੀ ਫੀਸ ਕੱਲੀ 5000 ਹੈਗੀ, ਮੈਂ 5 ਲੈਣਾ ਕੱਲਾ। ਪਰ ਇਹ ਨਾ ਹੋਵੇ ਕਿ ਮੇਰੇ ਅਗਲਾ ਮੰਥ ਲਾਉਣ ਦੀ ਬਜਾਏ ਤੁਸੀਂ ਆਪਦਾ 14,000 ਖਰਾਬ ਕਰਕੇ ਬਹਿ ਜਾਓ। ਪਹਿਲਾ ਰੂਲ ਦੱਸ ਰਿਹਾ ਮੈਂ। ਉਹ 14 ਨੂੰ ਛੱਡ ਦੋ ਸਾਈਡ ਤੇ, ਚਲੋ 14 ਵੀ ਛੱਡ ਦੋ। ਟਾਈਮ ਵੇਸਟ ਵੀ ਛੱਡ ਦੋ। ਲਾਸਟ ਚੀਜ਼ ਸਭ ਤੋਂ ਪਤਾ ਕੀ ਹੁੰਦੀ ਹੈ ਇੰਪੋਰਟੈਂਟ? ਜਿਹੜਾ ਮੋਰਲ ਅੰਦਰ ਦੀ ਆਤਮਾ ਜਿਹੜੀ ਹੁੰਦੀ ਹੈ ਨਾ, ਇੱਕ ਵਾਰ ਸਕੋਰ ਨਾ ਆਵੇ ਨਾ ਬੰਦਾ ਡਿੱਗ ਜਾਂਦਾ ਹੈਗਾ। ਇਹ ਗੱਲ ਮੰਨੋ ਮੇਰੀ। ਪਰ ਮੈਂ ਤੁਹਾਨੂੰ ਹਰੇਕ ਨੂੰ ਬੂਸਟ ਕਰਕੇ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਇੱਕ ਟੈਸਟ ਹੈ ਤੇ ਇਹ ਇੱਕ ਪੇਪਰ ਹੈਗਾ। ਤੇ ਇਹ ਤੁਹਾਡਾ ਇੰਟੈਲੀਜੈਂਟ ਜਾਂ ਤੁਹਾਡਾ ਮਤਲਬ ਕਿ ਤੁਹਾਡਾ ਨਲਾਇਕ ਹੋਣ ਦਾ ਪ੍ਰਮਾਣ ਪੱਤਰ ਨਹੀਂ ਹੈਗਾ। ਮਤਲਬ ਇਹ ਨਹੀਂ ਹੈਗਾ ਕਿ ਇੱਕ ਬੱਚੇ ਦਾ ਸ਼ਾਇਦ ਆਇਲਸ ਚੋਂ ਬਹੁਤ ਅੱਛਾ ਸਕੋਰ ਨਹੀਂ ਆ ਰਿਹਾ। ਐਗਜ਼ਾਮਪਲ ਦੇ ਸਕਦਾ, ਲਖਵਿੰਦਰ ਤੁਹਾਡੀ ਐਗਜ਼ਾਮਪਲ ਦੇਵਾਂ ਮੈਂ, ਸ਼ਾਇਦ ਤੁਹਾਡੀ ਇੰਗਲਿਸ਼ ਬਹੁਤ ਅੱਛੀ ਨਹੀਂ ਹੈਗੀ, ਤੁਹਾਨੂੰ ਪਤਾ ਹੈ। ਪਰ ਜਿੰਨੇ ਸਕਰੀਨ ਤੇ ਬੈਠੇ ਆ ਤੁਹਾਡੇ ਵਰਗੇ ਡਰਾਈਵਿੰਗ ਵੀ ਨਹੀਂ ਕਰ ਸਕਦੇ ਨਾ ਉਹ। ਮਤਲਬ ਕਿ ਪਰਮਾਤਮਾ ਨੇ ਤੁਹਾਨੂੰ ਇੱਕ ਸਕਿੱਲ ਬਹੁਤ ਅੱਛਾ ਬਖਸ਼ਿਆ ਹੋਇਆ ਹੈ। ਮੈਨੂੰ ਇੰਗਲਿਸ਼ ਬਹੁਤ ਸੋਹਣੀ ਆਉਂਦੀ ਆ, ਪਰ ਮੈਂ ਖੇਤ 'ਚ ਨਹੀਂ ਵੜ ਸਕਦਾ। ਮੈਨੂੰ ਐਂ ਲੱਗਦਾ ਵੀ ਹਾਏ ਸੱਪ ਇੱਧਰੋਂ ਨਾ, ਜੇ ਸੱਪ ਇੱਧਰੋਂ, ਮੈਨੂੰ ਤਾਂ ਸੱਪ ਹੀ ਡਰ ਲੱਗੀ ਜਾਂਦਾ ਹੈਗਾ। ਮਤਲਬ ਕੀ ਹੈਗਾ ਕਿ ਜਿਹੜੇ ਬੰਦੇ ਦਾ ਜੋ ਪ੍ਰੋਫੈਸ਼ਨ ਹੁੰਦਾ ਹੈਗਾ ਉਸ ਨੂੰ ਪ੍ਰਮਾਤਮਾ ਉਸ ਚੀਜ਼ 'ਚ ਲੈ ਕੇ ਆਉਂਦਾ ਹੈਗਾ। ਹੁਣ ਇੰਨੀ ਛੋਟੀ ਜਿਹੀ ਗੱਲ ਸਮਝਾਉਣਾ, ਗੌਰ ਨਾਲ ਸੁਣ ਲਿਓ, ਤੁਹਾਨੂੰ ਪੇਪਰ ਕਲੀਅਰ ਕਰਨ ਦੇ ਲਈ ਕੰਮ ਆਊਗੀ। ਐਗਜ਼ਾਮਪਲ ਦੇ ਕੇ ਸਮਝਾਉਣਾ ਆ ਚੀਜ਼ ਨੂੰ। ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਤੁਹਾਡੇ ਲਈ? ਇੱਕ ਮੋਡਿਊਲ ਹੈ, ਇਹਦਾ ਨਾਮ ਰੀਡਿੰਗ ਹੈ। ਸਾਰਿਆਂ ਨੇ ਸੁਣਿਆ। ਤੇ ਇਹਦੇ 40 ਕੁਐਸਚਨ ਨੇ ਤੇ ਇਹਦਾ ਟਾਈਮ ਹੈ ਜਿਹੜਾ 60 ਮਿੰਟ ਹੈ। ਹਰੇਕ ਬੱਚੇ ਨੂੰ ਆ ਚੀਜ਼ ਪਤਾ ਹੈ, ਗੱਲ ਖਤਮ, ਨੋ ਡਾਊਟ। ਇਹ ਵੀ ਪਤਾ ਹੈ ਕਿ ਸਾਡੇ ਕੋਲੇ ਇਸ ਚੀਜ਼ ਨੂੰ ਕਲੀਅਰ ਕਰਨ ਦਾ ਕੋਈ ਸਿਲੇਬਸ ਨਹੀਂ ਹੈਗਾ। ਕਿਸੇ ਵੀ ਬੰਦੇ ਨੂੰ ਜਿੰਨਾ ਮਰਜ਼ੀ ਤੁਸੀਂ ਬੇਵਕੂਫ ਬਣਾ ਸਕਦੇ ਹੋ, ਤੁਸੀਂ ਉਹਦੇ ਨਾਲ ਟਾਈਮ ਪਾਸ ਕਰ ਸਕਦੇ ਹੋ, ਉਹਨੂੰ ਜਿੰਨੀਆਂ ਮਰਜ਼ੀ ਗੱਲਾਂ ਚਲਾ ਕੇ 2 ਦੇ 3 ਮਹੀਨੇ ਲਵਾ ਸਕਦੇ ਹੋ। ਪਰ ਮੈਂ ਤੁਹਾਨੂੰ ਬੜੀ ਬਰੀਕੀ 'ਚ ਜੇ ਪੇਪਰ ਦੀ ਗੱਲ ਕਰਾਂ ਨਾ, ਬਹੁਤ ਬੜੀ ਸ਼ਾਰਟ ਟਰਮ 'ਚ ਪੇਪਰ ਦੀ ਗੱਲ ਕਰਾਂ, ਅੱਜ ਮੈਂ ਤੁਹਾਡਾ ਇੱਕ ਟੈਸਟ ਲੈਣਾ। ਟੈਸਟ ਲਊਂਗਾ, ਪਤਾ ਕੀ ਲਊਂਗਾ ਟੈਸਟ? ਮੈਂ ਆਪਣਾ ਇੰਸਟਾਗ੍ਰਾਮ ਤੁਹਾਡੇ ਅੱਗੇ ਖੋਲੂੰਗਾ, ਠੀਕ ਹੈ? ਮੈਂ ਤੁਹਾਨੂੰ ਉਹਦੇ ਚੋਂ ਨਾ 3 4 5 ਲਾਈਨਾਂ ਦੇ ਕੋਟਸ ਹੁੰਦੇ ਨੇ, ਕੋਟਸ ਇੰਗਲਿਸ਼ 'ਚ ਲਿਖੀਆਂ ਹੋਣੀਆਂ ਗੱਲਾਂ ਹੋਣਗੀਆਂ, ਮੈਂ ਸਕਰੀਨ ਦੇ ਉੱਤੇ ਸ਼ੋਅ ਕਰੂੰਗਾ। ਉਸ ਤੋਂ ਬਾਅਦ ਤੁਹਾਨੂੰ ਮੈਂ 30 ਸੈਕਿੰਡ ਦਾ ਟਾਈਮ ਦੇਵਾਂਗਾ ਵੀ ਉਹਨੂੰ ਪੜ੍ਹੋ ਵੀ, ਆਪਦੀ ਮਦਰ ਟੰਗ 'ਚ ਟਰਾਂਸਲੇਟ ਵੀ ਕਰਕੇ ਦਿਖਾਓ। ਫਿਰ ਮੈਂ ਤੁਹਾਨੂੰ ਮਿਊਟ ਤੋਂ ਅਨਮਿਊਟ ਵੀ ਕਰੂੰਗਾ। ਤੇ ਜਿਹੜਾ ਬੰਦਾ ਉਹਨੂੰ ਟਰਾਂਸਲੇਟ ਕਰਨ ਦੀ ਕਾਬਲੀਅਤ ਰੱਖਦਾ ਹੋਊਗਾ ਨਾ, ਤਾਂ ਇਹ ਗੱਲ ਸਮਝਿਓ ਕਿ ਉਹ ਬੰਦਾ ਰੀਡਿੰਗ ਕਰਨ ਦੇ ਹੱਕਦਾਰ ਹੋਊਗਾ। ਕੋਈ ਇਨਸਲਟ ਨਹੀਂ ਕਿਸੇ ਦੀ। ਕੋਈ ਬੱਚਾ ਨਹੀਂ ਕਰ ਸਕਿਆ ਨਾ ਟਰਾਂਸਲੇਟ, ਤਾਂ ਮੈਂ ਸਮਝਾਊਂਗਾ, ਮੈਂ ਸਿਖਾਊਂਗਾ ਕਿ ਹਾਊ ਇਜ਼ ਇਟ ਪੋਸੀਬਲ ਕਿ ਇੱਕ ਬੱਚਾ ਪੇਪਰ ਨੂੰ ਕਿਵੇਂ ਕਲੀਅਰ ਕਰ ਸਕਦਾ ਹੈ। ਉਸ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਰੀਡਿੰਗ ਦੀਆਂ 5 ਇੰਪੋਰਟੈਂਟ ਕਾइंड ਨੇਗੀਆਂ, ਕੱਲੀਆਂ 5। ਮੇਰੀ ਇੱਕ ਗੱਲ ਨੂੰ ਬੜੇ ਕੰਸਨਟਰੇਟ ਨਾਲ ਸੁਣ ਲਓ। ਮੇਰੇ ਕੋਲੋਂ ਪੜ੍ਹੋ, ਕਿਸੇ ਕੋਲੋਂ ਪੜ੍ਹੋ, ਕੋਈ ਮੈਟਰ ਨਹੀਂ ਕਰਦਾ ਹੈਗਾ। ਪਰ ਮੈਂ ਤੁਹਾਨੂੰ ਇੰਨੀ ਕੁ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ, ਜਿਹੜਾ ਬੰਦਾ ਸਕਰੀਨ ਤੇ ਤੁਹਾਡੇ ਅੱਗੇ ਬਹਿ ਕੇ ਤੁਹਾਨੂੰ ਪੜ੍ਹਾ ਰਿਹਾ ਨਾ, ਉਹ ਆਪਣੀ ਜੀ ਜਾਨ ਲਾ ਕੇ ਪੜ੍ਹਾਉਂਦਾ ਹੈਗਾ। ਤੇ ਮੈਂ ਇਹ ਚਾਹੁੰਦਾ ਕਿ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਹੈ ਕਿ ਇੱਕ ਐਗਜ਼ਾਮ ਕਲੀਅਰ ਕਿਵੇਂ ਕਰਵਾਈਦਾ ਹੁੰਦਾ ਹੈ। ਤੇ ਉਹਦਾ ਰੀਜ਼ਨ ਸਭ ਤੋਂ ਵੱਡਾ ਪਤਾ, ਮੈਂ ਸਮਝਾਉਣਾ ਚੀਜ਼ ਨੂੰ ਤੁਹਾਨੂੰ,
एक ये काइंड इंग्लिश की ना जी राइटिंग रीडिंग की एक काइंड है बच्चे, दैट इज ਇਹਦਾ नेम है लिस्ट ऑफ हेडिंग। ਇਹਦੇ ਜ਼ਿਆਦਾ ਨਹੀਂ ਆਉਂਦੇ ਕੁਐਸਚਨ, ਇਹ 6 to 7 ਕੁਐਸਚਨਸ ਆਉਂਦੇ ਨੇ। ਜਿਹੜੀ ਇਹ ਕਾइंड ਹੈ ਨਾ, ਇਹਦੇ ਐਗਜ਼ਾਮ ਦੇ ਵਿੱਚ 6 ਤੋਂ ਲੈ ਕੇ 7 ਕੁਐਸਚਨ ਆਉਣਗੇ। ਤੇ ਜਿਹੜੀ ਇਹ ਕਾइंड ਹੈ, ਇਹ ਪੂਰੇ ਦਾ ਪੂਰਾ ਪੈਰਾਗ੍ਰਾਫ ਪੜ੍ਹਨਾ ਪਊਗਾ 6 ਤੋਂ 7 ਕੁਐਸਚਨ ਨੂੰ ਕਰਨ ਦੇ ਲਈ। ਇਹ ਰੂਲ ਹੈ, ਕਿਉਂਕਿ ਤੁਸੀਂ ਕੁਝ ਵੀ ਸਕਿਪ ਨਹੀਂ ਕਰ ਸਕਦੇ। ਸਕਿਪ ਦਾ ਮਤਲਬ ਸਮਝਦੇ ਹੋਗੇ। ਬਹੁਤ ਲੋਕ ਤੁਹਾਨੂੰ ਇਹ ਸਮਝਾਉਣਗੇ ਸੈਕਸ਼ਨ ਏ ਹੈ, ਉਹਦੀਆਂ ਉੱਪਰਲੀਆਂ 2 ਲਾਈਨਾਂ ਪੜ੍ਹ ਲਓ, ਵਿੱਚ ਵਾਲੀਆਂ 2 ਲਾਈਨਾਂ ਪੜ੍ਹ ਲਓ, ਜਾਂ ਲਾਸਟ ਵਾਲੀਆਂ 2 ਲਾਈਨਾਂ ਪੜ੍ਹ ਲਓ ਤੇ ਆਨਸਰ ਨਿਕਲ ਜੂਗਾ। ਮੈਂ ਬੀਇੰਗ ਅ ਟ੍ਰੇਨਰ ਤੁਹਾਨੂੰ ਇੱਕ ਚੀਜ਼ ਸਮਝਾਵਾਂ, ਐਵੇਂ ਦਾ ਪੇਪਰ ਕਲੀਅਰ ਕਦੇ ਵੀ ਨਹੀਂ ਹੁੰਦਾ ਹੈਗਾ, ਤੇ ਉਹ ਬੰਦੇ ਤੁਹਾਨੂੰ ਜਸਟ ਇੱਕ ਮਿਸਲੀਡ ਕਰੀ ਜਾਂਦੇ ਆ। ਮੇਰੇ ਬੱਚੇ, ਮੈਂ ਤੁਹਾਨੂੰ ਇੱਕ ਦੇਖੀ ਹੋਗੀ, ਮੈਂ ਮੋਟੀਵੇਸ਼ਨਲ ਵੀਡੀਓ ਪਾਈ ਸੀ ਇੱਕ, ਹਨਾ, ਜੇ ਤੁਹਾਨੂੰ ਮੈਂ 2 ਮਿੰਟ ਦੀ ਇੱਕ ਵੀਡੀਓ ਪਾਈ ਸੀ ਆਪਣੇ YouTube ਚੈਨਲ ਦੇ ਉੱਤੇ। ਮੈਂ ਟਰਾਈ ਕਰਦਾ ਹੁੰਨਾ ਕਿ ਕਦੇ ਵੀ ਕਿਸੇ ਵੀ ਬੰਦੇ ਨੂੰ ਨਾ, ਕੋਈ ਵੀ ਬੰਦਾ, ਚਾਹੇ ਮੈਂ ਆ, ਤੁਸੀਂ ਮੇਰੇ ਕੋਲੇ 1 ਦਿਨ 2 ਦਿਨ ਐਕਸਟਰਾ, ਮੈਂ ਅੱਜ ਬੱਚਿਆਂ ਨੂੰ ਨਾ ਫੀਸ ਨੂੰ ਕਿਹਾ ਸੀ, ਜਿੰਨੇ ਹੈਗੇ ਸੀ 6 ਤਰੀਕ ਦੇ ਜੋ ਵੀ ਸੀਗਾ, ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਵੀ ਸਰ ਸਾਨੂੰ 2 ਦਿਨ ਦੇ ਦਿਓ, 3 ਦਿਨ ਦੇ ਦਿਓ, ਅਸੀਂ ਸਬਮਿਟ ਕਰਾ ਦਾਂਗੇ। ਤੇ ਜਿੰਨੇ ਸਕਰੀਨ ਤੇ ਉੱਤੇ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਹੈ। ਮੈਂ ਕਿਹਾ ਵੀ ਇਟਸ ਓਕੇ, ਮੈਨੂੰ ਦੂਜਾ ਕੋਈ ਮੈਂ ਵਰਡ ਹੀ ਨਹੀਂ ਬੋਲਿਆ। ਇਟ ਮੀਨਸ ਦੈਟ ਕਿ ਵੀ ਪੀਪਲ ਆਰ ਨਾਟ ਗਰੀਡੀ, ਕਿ ਯਾਰ ਜੇ ਇਹਦਾ ਮੰਥ ਪੂਰਾ ਹੋ ਗਿਆ, ਇਹਦੇ ਪੈਸੇ ਆਉਣਗੇ ਤਾਂ ਲਿੰਕ ਭੇਜੂਗਾ, ਨਹੀਂ ਭੇਜਦਾ ਨਹੀਂ ਮੈਂ, ਉਹ ਚੀਜ਼ ਨਹੀਂ ਹੈਗਾ। ਲਖਵਿੰਦਰ, ਤੁਹਾਨੂੰ ਪਤਾ, ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਵੀ ਸਰ ਹਫਤੇ ਬਾਅਦ ਪੈਸੇ ਆਣਗੇ, ਮੈਂ ਕਦੇ ਟੋਕੇ ਨਹੀਂ ਸੀਗਾ। ਲਖਵਿੰਦਰ ਦਾ ਕੱਲ ਮੈਨੂੰ ਫੋਨ ਆਇਆ, ਬਾਈ ਜੀ ਅਕਾਊਂਟ 'ਚ ਪੈਸੇ ਪੈ ਗਏ। ਮਤਲਬ ਪਤਾ ਕੀ ਆ, ਜੋ ਸਟੇਜ ਇਸ ਟਾਈਮ ਆਪਾਂ ਸਾਰੇ ਬੈਠੇ ਆ ਨਾ, ਇਹ ਰੁਪਈਆਂ ਤੋਂ ਉੱਤੇ ਦੀਆਂ ਗੱਲਾਂ ਨੇ ਹੁਣ। ਹਾਂ ਠੀਕ ਹੈ, ਬਿਜ਼ਨਸ ਕਰਦਾ, ਮੈਨੂੰ ਇਨਕਮ ਸੋਰਸ ਹੈ ਮੇਰਾ, ਮੈਂ ਜ਼ੋਰ ਲਾਉਣਾ ਆਪਣਾ, ਮਿਹਨਤ ਕਰਦਾ, ਪਰ ਇੱਕ ਗੱਲ ਯਾਦ ਰੱਖਿਓ, ਤੁਹਾਡਾ ਟ੍ਰੇਨਰ ਤੁਹਾਡੇ ਨਾਲ ਇਕੱਲਾ ਗ੍ਰੀਡੀ ਡੌਗ ਨਹੀਂ ਹੈਗਾ, ਤੇ ਮੈਂ ਕਦੇ ਹੁੰਦਾ ਵੀ ਨਹੀਂ। ਮੇਰਾ ਮੇਨ ਮਕਸਦ, ਇੱਕ ਧਿਆਨ ਨਾਲ ਸੁਣ ਕੇ ਚੱਲੋ, ਦੇਖੋ ਤੁਹਾਨੂੰ ਸਾਰਿਆਂ ਨੂੰ ਜੇ ਮੈਂ ਹੁਣ ਪੁੱਛੂੰਗਾ ਨਾ ਕਿ ਪ੍ਰੋਬਲਮ ਤਾਂ ਅੱਜ ਮੈਨੂੰ 1-2 ਕਾइंड ਭੇਜੀਆਂ ਨੇ ਬੱਚਿਆਂ ਨੇ ਕਿ ਸਰ ਸਾਨੂੰ ਰੀਡਿੰਗ ਦੀਆਂ ਇਹਨਾਂ ਕਾइंड ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਤੇ ਮੈਂ ਨਵ ਨੂੰ ਉਹ काइंड ਦਿੱਤੀਆਂ ਨੇ, ਤੇ ਅਸੀਂ ਬਿਲਕੁਲ ਕੱਲ ਨੂੰ ਜਾਂ ਪਰਸੋਂ ਨੂੰ ਉਹ काइंड ਤੁਹਾਨੂੰ ਬਿਲਕੁਲ ਪੜਾਵਾਂਗੇ। ਹੁਣ ਮੇਰੀ ਇੱਕ ਗੱਲ ਨੂੰ ਗੌਰ ਨਾਲ ਸੁਣ ਲਓ, ਜੇ ਪੇਪਰ ਦੇ ਵਿੱਚ ਤੁਸੀਂ ਲਿਸਟ ਆਫ ਹੈਡਿੰਗ ਦੀ ਤੁਹਾਨੂੰ ਟ੍ਰਿਕ ਸਮਝ ਆ ਗਈ, ਚਾਹੇ ਜਰਨਲ ਦਾ ਬੱਚਾ ਬੈਠਾ, ਚਾਹੇ ਐਕੈਡੈਮਿਕ ਦਾ ਬੈਠਾ, ਇੱਕ ਗੱਲ ਜਮੀ ਗੌਰ ਨਾਲ ਸੁਣਿਆ, ਠੰਡੇ ਦਿਮਾਗ ਨਾਲ। 6 ਕੁਐਸਚਨ ਆ ਗਏ, ਮੰਨ ਲਓ 6 ਕੁਐਸਚਨ ਨੇ, 6 ਕੁਐਸਚਨ ਲਿਸਟ ਆਫ ਹੈਡਿੰਗ ਦੇ 6 ਕੁਐਸਚਨ ਪੜਨ ਦੇ ਲਈ ਤੁਹਾਨੂੰ ਪੈਰਾਗ੍ਰਾਫ ਏ ਵੀ ਪੜਨਾ ਪਊਗਾ, ਬੀ ਵੀ ਪੜਨਾ ਪਊਗਾ, ਸੀ ਵੀ, ਡੀ ਵੀ, ਈ ਵੀ, ਛੱਡਣ ਦੀ ਕੋਈ ਗੁੰਜਾਇਸ਼ ਹੀ ਨਹੀਂ। ਪਰ ਇੰਨੀ ਕੁ ਗੱਲ ਦਿਮਾਗ 'ਚ ਰੱਖਿਓ ਕਿ ਉਹ 6 ਕੁਐਸਚਨ ਪੜਨ ਦੇ ਲਈ ਜੇ ਸਾਰੇ ਪੈਰੇ ਨੂੰ ਪੜ ਲਿਆ ਨਾ, 7ਵੇਂ ਨੰਬਰ ਵਾਲਾ ਕੁਐਸਚਨ, 8ਵੇਂ ਨੰਬਰ ਵਾਲਾ ਕੁਐਸਚਨ, 9ਵੇਂ ਨੰਬਰ ਵਾਲਾ ਕੁਐਸਚਨ, 10ਵੇਂ ਨੰਬਰ ਵਾਲਾ, 11ਵੇਂ ਨੰਬਰ, 12ਵੇਂ ਨੰਬਰ, 13ਵੇਂ ਨੰਬਰ, ਮਿਨੀਮਮ ਕੁਐਸਚਨ ਇੱਕ ਪੈਸੇਜ ਦੇ ਵਿੱਚ 13 ਕੁਐਸਚਨ ਆਉਂਦੇ ਨੇ, ਤੇ ਮੈਕਸਿਮਮ 14। ਆ ਗੱਲ ਦਿਮਾਗ 'ਚ ਖੋਪੜੀ 'ਚ ਪਾ ਲਓ ਮੇਰੀ। ਜੇ ਲਿਸਟ ਆਫ ਹੈਡਿੰਗ ਨੂੰ ਕਲੀਅਰ ਕਰਨ ਦੇ ਲਈ 6 ਕੁਐਸਚਨ ਪੜਨ ਦੇ ਲਈ ਤੁਸੀਂ ਸਾਰੇ ਪੈਰੇ ਨੂੰ ਪੜਦੇ ਹੋ, ਬਾਕੀ ਦੇ ਜਿੰਨੇ ਕੁਐਸਚਨ ਉੱਪਰ ਪੈਂਡਿੰਗ ਬਚ ਗਏ ਨਾ, ਆ ਰਮਨ ਸ਼ਰਮੇ ਦਾ ਪ੍ਰੋਮਿਸ ਹੈਗਾ ਤੁਹਾਨੂੰ, ਚਾਹੇ ਉਹ ਫਿਲ ਇਨ ਦਾ ਬਲੈਂਕ ਹੋਣ, ਬਾਕੀ ਜਿਹੜੇ ਰਹਿ ਗਏ, ਚਾਹੇ ਉਹ ਟਰੂ ਫਾਲਸ ਹੋਣ, ਚਾਹੇ ਉਹ MCQ ਹੋਵੇ, ਚਾਹੇ ਉਹ ਮੈਚਿੰਗ ਹੋਵੇ, 7 ਕੁਐਸਚਨ ਨੂੰ ਕਰਨ ਦੇ ਲਈ 2 ਮਿੰਟ ਲੱਗਣਗੇ, 2 ਮਿੰਟ, ਕੱਲੇ 2 ਮਿੰਟ। ਜੇ ਆ 6 ਕੁਐਸਚਨ ਨੂੰ ਕਰਨ ਦੇ ਲਈ ਨਾ ਤੁਸੀਂ 15 ਮਿੰਟ ਲਾਤੇ ਨਾ, ਮੈਨੂੰ ਕੋਈ ਦੁੱਖ ਨਹੀਂ ਹੈਗਾ, ਕਿਉਂਕਿ ਨਲੇ ਤੱਕ 15 ਮਿੰਟ ਲਾ ਕੇ ਆ ਬੈਸਟ ਤੋਂ ਵੀ ਦੀ ਬੈਸਟ ਗਏ। ਹੁਣ ਆਪਾਂ ਕੱਲੀ ਗੱਲਾਂ ਨਹੀਂ ਕਰਦੇ, ਆਪਾਂ ਅੱਜ ਇੱਕ ਟ੍ਰਿਕ ਖੇਡਦੇ ਆਂ। ਟ੍ਰਿਕ ਪਤਾ ਕੀ ਖੇਡਾਂਗੇ? ਲਿਸਟ ਆਫ ਹੈਡਿੰਗ ਪੜਾਵਾਂਗੇ। ਮੈਂ ਤਾਂ ਕੱਲੀਆਂ ਤੁਹਾਨੂੰ ਜਿਵੇਂ ਟ੍ਰਿਕਸ ਪੜਾਉਂਗਾ, ਮਜ਼ਾ ਅੱਜ ਇਹ ਦੇਖ ਲੈਣਾ ਜਿੰਨੇ ਮੇਰੀ ਸਕਰੀਨ ਤੇ ਬੈਠੇ ਹੋ ਤੁਸੀਂ ਸਾਰੇ। ਫਿਰ ਜਦੋਂ ਤੁਸੀਂ ਇਹ ਕਹੀਓ ਵੀ ਰਮਨ ਯਾਰ ਯੂ ਆਰ ਦਾ ਬੈਸਟ ਟ੍ਰੇਨਰ, ਫਿਰ ਖੁਸ਼ੀ ਹੁੰਦੀ ਆ। ਮੈਂ ਪੈਸੇਜ ਏ, ਪੈਰਾਗ੍ਰਾਫ ਏ ਵੀ ਪੜਾਉਂਗਾ, ਬੀ ਵੀ, ਸੀ ਵੀ, ਡੀ, ਈ, ਐਫ ਜਿੰਨੇ ਵੀ ਹੋਣਗੇ ਪੜਾਉਂਗਾ। ਅੱਜ ਮਜ਼ਾ ਇਹ ਦੇਖਣਾ ਹੈ ਕਿ ਜਿਹੜੇ ਉੱਤੇ ਦੇ ਕੁਐਸਚਨ ਨੇ, ਉੱਤੇ ਦੇ ਕੁਐਸਚਨ ਸਮਝੀਏ ਨਾ, 7ਵਾਂ 8ਵਾਂ 9ਵਾਂ 10ਵਾਂ, ਵੀ ਕੀ ਇਹ ਪੋਸੀਬਲ ਹੈਗਾ, ਕੀ ਇਹ ਪੋਸੀਬਲ ਹੈਗਾ
ਵੀ ਅਸੀਂ 7 ਕੁਐਸਚਨ ਪੜ੍ਹ ਕੇ ਉੱਪਰਲੇ ਜਿਹੜੇ 7 ਕੁਐਸਚਨ ਨੇ ਉਹ 1 ਮਿੰਟ 'ਚ ਕਰਨ ਦੀ ਔਕਾਤ ਰੱਖਦੇ ਆ। ਮੇਰੀ ਗੱਲ ਸਮਝ ਰਹੇ ਹੋ ਤੁਸੀਂ? ਤੇ ਇਹ ਗੱਲ ਯਾਦ ਰੱਖਿਓ, ਤੁਹਾਨੂੰ ਪੇਪਰ ਦੇ ਵਿੱਚ ਮੇਰੀਆਂ ਇਹ ਗੱਲਾਂ ਨਾ ਇੰਨੀਆਂ ਵੈਲਿਊਏਬਲ ਲੱਗਣਗੀਆਂ ਨਾ, ਤੇ ਤੁਸੀਂ ਪੇਪਰ ਫਸਟ ਅਟੈਂਪਟ 'ਚ ਕਲੀਅਰ ਕਰਕੇ ਆਉਂਗੇ। ਮੇਰੇ ਆਹ ਚੀਜ਼ ਪਿੱਛੇ ਕਦੇ ਵੀ ਇੱਕ ਗੱਲ ਗੌਰ ਨਾਲ ਸੁਣ ਲਿਓ, ਆਹ ਚੀਜ਼ ਪਿੱਛੇ ਕਿ ਯਾਰ ਰਮਨ ਨੂੰ ਹਫਤੇ ਦੀ ਫੀਸ ਦੇਣੀ ਪਊਗੀ, ਇਦੋਂ ਚੰਗਾ ਪੇਪਰ ਭਰ ਦੋ, ਪੇਪਰ ਦੇ ਦਈਏ ਤੇ ਭਾਵੇਂ ਤਿਆਰੀ ਨਾ ਹੋਵੇ। ਤੁਸੀਂ ਮੈਨੂੰ ਹਫਤੇ ਦੀ ਫੀਸ ਨਹੀਂ ਵੀ ਦਿਓਗੇ ਨਾ, ਆਪਣੇ ਅੰਦਰ ਉਹ ਦਿਲ ਹੀ ਨਹੀਂ ਹੈਗਾ ਵੀ ਮੈਂ ਤੁਹਾਨੂੰ ਕਹੂੰਗਾ ਵੀ ਮੈਂ ਤੈਨੂੰ ਪੜਾਉਂਦਾ ਨਹੀਂ ਹੈਗਾ। ਗੱਲ ਖਤਮ ਹੋ ਗਈ। ਇਹ ਇੰਨੀ ਕੁ ਗੱਲ ਹੈਗੀ ਕਿ ਤੁਸੀਂ ਪ੍ਰੋਪਰ ਤਿਆਰੀ ਕਰਕੇ ਪੇਪਰ ਦੇ ਲਿਓ। ਹਫਤੇ 10 ਦਿਨ ਤੱਕ ਦਾ ਮੈਂ ਬੈਠਾ ਤੁਹਾਡੇ ਨਾਲ, ਕੋਈ ਚੱਕਰ ਨਹੀਂ ਹੈਗਾ। ਈਡੀ ਗੱਲ, ਇਹ ਤੋਂ ਬਾਅਦ ਕੋਈ ਕੁਝ ਨਹੀਂ ਕਹਿੰਦਾ। ਆਪਾਂ ਅੱਜ ਦੀ ਰੀਡਿੰਗ ਦੇਖਣਾ ਪਹਿਲਾਂ ਨਾ, ਮੈਂ ਕੀ ਚੀਜ਼ ਹੈ ਤੁਹਾਡੇ ਲਈ, ਫਿਰ ਤੁਹਾਡੇ ਨਾਲ ਗੱਲ ਕਰਦਾ। ਹੁਣ 1 ਸੈਕਿੰਡ ਦਿਓ ਮੈਨੂੰ ਬਸ। ठीक है, करदा ही नहीं। 22 तो 23 ने है ना, 24 25 26 27 ना, 4 क्वेश्चन ने। 24 नहीं, 24 25 26 27 4 है ने, 1 2 3 अच्छा 4 ने, हाँ ठीक है। ते 6 है ना, 6 क्वेश्चन आ रहे अपने को। ते रब करे भला ये एग्जाम्पल तो नहीं है 1 2 3 4 5 6 7 8, कोई ना 8 होने 6 होने 14 क्वेश्चन है ना, ते 14 ਦੇ ਵਿੱਚ 9 वेरी गुड है ना। चलो मजा होगा है ना। गल सुनो जी, जो चीज पढ़ाउन लगे हैं रूल समझा देना। लिस्ट ऑफ हैडिंग ने जेडे ओने 8 लिस्ट ऑफ हैडिंग ने, 8 चो किन्ने ठीक करने आ? चैट खोलना, चैट ओपन है, मैसेज देखियो। 8 चो घट्टो घट किन्ने ठीक होने चाहिए थोड़े? घट्टो घट, हाँ आ प्यार है ना, वेरी गुड। ये पता है मास्टर दे पक्के चेले ने। 7 वाला केड़ेगा? ये कौन है? हितेश, तेरे गोली मार दी जावे। एक और कौन है? अर्शप्रीत कौर बासी, थोड़े भी गोली मार दी जावे। 7 गलत होंदे चांस घट ने, फिर तो 6 ही होणगे। हां तुसी ये देखो 7 तो हो ही नहीं सकते ना, क्योंकि जे एक गलत गया तो ऑटोमेटिकली 2 गलत जाणगे। ਤੁਹਾਨੂੰ ਅਸੀਂ ਇਸ ਲੈਵਲ ਤੇ ਪੜਾਵਾਂਗੇ ਤੇ ਕੌਨਫੀਡੈਂਸ ਚਾ ਕੇ ਪੜਾਵਾਂਗੇ। ਬਿਲਕੁਲ ਡਰੋ ਨਾ, ਕੁਝ ਨਹੀਂ ਹੈਗਾ। 8 ਚੋਂ 8 ਠੀਕ ਕਰਵਾਵਾਂਗੇ। ਇੱਕ ਚੀਜ਼, ਇੱਕ ਅੱਖਰ ਨੂੰ ਕਲੀਅਰ ਕਰਵਾ ਦੂੰਗਾ ਮੈਂ, बेस्ट दूंगा। गल खत्म। ये तो बाद कुछ करा स्टार्ट, थम्स अप दियो, वेरी गुड। चैट ਤੁਹਾਡੇ ਲਈ ਓਪਨ ਹੈ ਤੇ ਜਦੋਂ ਕੱਲਾ ਚੈਟ 'ਚ ਨਾ ਪਤਾ ਕੀ ਡਿੱਗਣੇਗਾ, ਜਦੋਂ ਆਨਸਰ ਪੁੱਛਾਂਗੇ ਕੱਲਾ ਉਹ, ਇਸ ਤੋਂ ਬਿਨਾ ਕੋਈ ਟੌਪ ਨਹੀਂ। ਡਨ। ਸਾਰਿਆਂ ਨੂੰ ਗੱਲਾਂ ਕਰਨਾ ਟਾਈਮ ਦੇਵਾਂਗਾ, ਪਰ ਪਹਿਲਾਂ ਨਾ ਰੀਡਿੰਗ ਦਾ ਬੈਸਟ ਦੇ ਦਈਏ ਅਸੀਂ ਆਪਦਾ, ਫਿਰ ਤੁਹਾਨੂੰ ਪਤਾ ਲੱਗੂ ਵੀ ਰਮਨ ਕਲਾਸ ਕਿਹਨੂੰ ਕਹਿੰਦੇ ਆ। ਬਾਕੀ ਜੋ ਅੱਜ ਨਿਊ ਸਟੂਡੈਂਟਸ ਐਡ ਹੋਏ ਆ, ਠੀਕ ਹੈ, ਉਹ ਵੀ ਤੁਸੀਂ ਦੇਖ ਲਿਓ ਕਿ ਲਿਸਟ ਆਫ ਹੈਡਿੰਗ ਦੀ ਇੱਕ ਟਾਈਪ ਆਪਾਂ ਰੀਡਿੰਗ ਤੋਂ ਸਟਾਰਟ ਕਰ ਰਹੇ ਹਾਂ। ਤੁਸੀਂ ਫੋਲੋ ਕਰੋ, ਹੌਲੀ ਹੌਲੀ ਸਮਝ ਜਾਓ। ਜਿਹੜੇ ਨਿਊ ਸਟੂਡੈਂਟ ਵੀ ਨੇ ਨਾ ਯਾਰ, ਅਸੀਂ ਇੰਨਾ ਕੁ ਵਧੀਆ ਤਰੀਕੇ ਨਾਲ ਸਮਝਾਵਾਂਗੇ, ਤੁਹਾਨੂੰ ਫੀਲ ਹੀ ਨਹੀਂ ਹੋਊਗਾ ਕਿ ਸਾਡੀ ਕਲਾਸ ਫਸਟ ਹੈਗੀ। ਗੱਲ ਖਤਮ। ਬਸ ਸ਼ੁਰੂ ਕਰਦੇ ਹਾਂ। ਜੋ ਪੈਰਾਗ੍ਰਾਫ ਤੁਹਾਨੂੰ ਪਹਿਲਾਂ ਸ਼ੋਅ ਕਰਦੇ ਹਾਂ ਚੀਜ਼ਾਂ ਕੀ ਨੇ। ਅੱਜ ਦੀ ਜੋ ਰੀਡਿੰਗ ਹੈ ਉਹਦੇ ਵਿੱਚ ਆਪਣੇ ਕੋਲੇ ਪੈਰਾਗ੍ਰਾਫ A ਹੈ, B C D E F G ਤੇ H। ਆਪਣੇ ਕੋਲੇ H ਤੱਕ ਪੈਰਾਗ੍ਰਾਫਸ ਨੇਗੇ ਤੇ ਲਿਸਟ ਆਫ ਹੈਡਿੰਗ ਨੇ ਕੁਝ ਕਾਈਂਡਸ ਨੇ ਆਪਣੇ ਕੋਲੇ A B C D E F G H 8 ਹੈ ਨਾ, मतलब कि 8 अपने कोले लिस्ट ऑफ हेडिंग ने ते 11 अपने कोले इधर हेडिंग ने। मतलब मुक दी गल की हुई कि 8 ਤਾਂ ਆਪਣੇ ਕੋਲੇ क्वेश्चन नेगे, 8 ਤਾਂ ਆਪਣੇ ਕੋਲੇ क्वेश्चन ने ਤੇ ਉਸ ਤੋਂ ਬਾਅਦ ਕੀ ਹੋਇਆ 11 ਆਪਣੇ ਕੋਲ ਲਿਸਟ ਆਫ ਦਾ ਹੈਡਿੰਗ ਨੇ। ਆਪਾਂ ਨੂੰ ਬੇਵਕੂਫ ਬਣਾਉਣ ਦੇ ਲਈ 3 ਲਿਸਟ ਆਫ ਦਾ ਹੈਡਿੰਗ ਨੇ ਜਿਹੜੇ ਉਹ ਐਕਸਟਰਾ ਦੇਤੇ। ਤੁਸੀਂ ਕਨਫਿਊਜ਼ ਕਰਨਾ ਹੀ ਆ। ਤੁਸੀਂ ਟ੍ਰਿਕ ਸਿੱਖੋ ਵੀ ਅਸੀਂ ਟ੍ਰਿਕ ਨਾਲ ਕਿਹੜੀ ਨਾਲ ਆਨਸਰ ਲੱਭਦੇ ਆ ਤੇ ਤੁਸੀਂ ਘਰੇ ਕਰਨ ਲੱਗ ਜਿਓ। ਅਸੀਂ ਪ੍ਰੋਮਿਸ ਕਰਦੇ ਆ ਤੁਸੀਂ ਬੈਸਟ ਜਾਓਗੇ। ਚਲੋ ਸ਼ੁਰੂ ਕਰਦੇ ਆ। ਪੈਰਾਗ੍ਰਾਫ A मतलब इंग्लिश पंजाबी, ठीक है। चैट ਨਾਲ ਡਿਸਟਰਬ ਹੁੰਦੀ ਹੈ, ਬੰਦ ਕਰ ਦਈਏ ਚੈਟ। ਓਕੇ ਜੀ, ਚੈਟ ਵੱਲੋਂ ਬੰਦ ਕਰ ਦੇਣਾ, ਕਿਸੇ ਨੂੰ ਡਿਸਟਰਬ ਨਹੀਂ ਕਰਦੇ ਤੇ ਜਦੋਂ ਆਨਸਰ ਲਾਉਣੇ ਹੋਏ ਅਸੀਂ ਉਦੋਂ ਚੈਟ ਓਪਨ ਕਰ ਦਾਂਗੇ,
ठीक है ਤੁਸੀਂ मतलब रीडिंग ਨਾਲ ਕਰਨੀ ਆ ठीक है सिर्फ ਸਾਡੇ ਤੇ डिपेंडेंट नहीं रहना कोशिश करनी है कि ਤੁਸੀਂ ਆਪ करो ਨਾਲ ਪੜੋ ਬੈਸਟ ਪੜੋ ਕੋਈ ਚੱਕਰ ਨਹੀਂ ਟੌਪਿਕ ਦਾ ਨਾਮ ਹੈ ਟ੍ਰੈਸ਼ ਟਰੈਕਰ ਤੇ ਆਪਾਂ ਹਮੇਸ਼ਾ ਕੋਸ਼ਿਸ਼ ਕਰੋ ਕਿ ਜਿਹੜਾ ਵੀ ਟੌਪਿਕ ਤੁਹਾਨੂੰ ਪੇਪਰ ਦੇ ਵਿੱਚ ਆਇਆ ਉਹਦੀ ਪੰਜਾਬੀ ਉਹਦੀ ਹਿੰਦੀ ਆਪਣੇ ਮਾਈਂਡ 'ਚ ਟ੍ਰਾਂਸਲੇਟ ਕਰੋ ਟ੍ਰੈਸ਼ ਕੀ ਹੁੰਦਾ ਕੂੜਾ ट्रैकर की होंगे किसी चीज को ट्रैक करना लभना अज दी सारी रीडिंग जिहड़ी होएगी वो कूड़ा लभण तक होएगी कि किवें कूड़ा आपां खंडाउने आ किवें आपां लभदे आ सारियां चीज़ां तुहानूं हौली हौली पता लगणियां भी रीडिंग की कहंदी है चलो आपां शुरू करते हैं मैं इंग्लिश करूंगा ते मैम ने जिहड़े तुहानूं पंजाबी च अनुवाद करके दसणगे रवीना सीरियस हो चलो वेरी गुड कहंदा सो यू केयरफुली सेपरेट your cardboard from your used glass containers ਕਹਿੰਦੇ ਤੁਸੀਂ ਕੀ ਕੀਤਾ ਸੈਪਰੇਟ ਕਰਤਾ ਕਾਰਡਬੋਰਡ ਤੇ ਆਪਣੇ ਗਲਾਸ ਕੰਟੇਨਰਸ ਨੂੰ ਕੀ ਕਰਤਾ ਸੈਪਰੇਟ ਕਰਤਾ wash your empty tins and tear the staples of scrap paper ਤੁਸੀਂ ਫਿਰ ਆਪਣੇ ਜਿਹੜੇ ਐਮਪਟੀ ਟਿਨਸ ਮਤਲਬ ਕੈਨਸ ਨੇ ਤਿੰਨ ਦੇ ਕੈਨਸ ਨੇ ਉਹਨਾਂ ਨੂੰ ਖਾਲੀ ਕੀਤਾ ਤੇ ਟੀਅਰ ਹੁੰਦਾ ਅਲੱਗ ਕਰਨਾ ਪੱਟਣਾ ਜਿਹੜੀਆਂ ਸਕ੍ਰੈਪ ਪੇਪਰ ਦੇ ਉੱਪਰ ਸਟੈਪਲਸ ਲੱਗੇ ਮਤਲਬ ਸਟੈਪਲਰ ਦੀ ਜਿਹੜੀਆਂ ਪੈਨਸ ਨੇ ਉਹਨਾਂ ਨੂੰ ਤੁਸੀਂ ਵੱਖਰਾ ਕਰਤਾ you fill your various bins ਤੁਸੀਂ ਆਪਦੀਆਂ ਬਹੁਤ ਸਾਰੇ ਬਿਨਸ ਭਰਤੇ ਮਤਲਬ ਕਿ ਡਸਟਬਿਨ ਨੂੰ ਬਿਨ ਕਹਿੰਦੇ ਆ ਠੀਕ ਆ ਬਿਨ ਤੁਸੀਂ ਆਪਣੇ ਡਸਟਬਿਨਸ ਭਰਤੇ ਇਹਨਾਂ ਚੀਜ਼ਾਂ ਨਾਲ and put them out to be taken away with the remains of the week's meals and domestic rubbish ਫਿਰ ਤੁਸੀਂ ਕੀ ਕੀਤਾ ਉਹਨਾਂ ਨੂੰ ਬਾਹਰ ਰੱਖਤਾ ਹਨਾ ਜਿਹੜੇ ਤੇ ਉਹਦੇ ਵਿੱਚ ਤੁਸੀਂ ਕੀ ਪਾਇਆ ਜਿਹੜੀਆਂ ਡੋਮੈਸਟਿਕ ਮੀਲਸ ਦੀ ਰਬਿਸ਼ ਜਿਹੜਾ ਮਤਲਬ ਖਾਣੇ ਪੀਣੇ ਦਾ ਜੋ ਵੀ ਬਚ ਗਿਆ ਉਹ ਵੀ ਤੁਸੀਂ ਉਹਦੇ ਚ ਪਾ ਕੇ ਸਭ ਕੁਝ ਬਾਹਰ ਰੱਖਤਾ ਕੋਲੇ ਤੱਕ ਆਪਾਂ ਨੂੰ ਕਹਿ ਰਿਹਾ ਵੀ ਤੁਹਾਡੇ ਘਰੇ ਜਿਹੜਾ ਸਮਾਨ ਆਇਆ ਤੁਸੀਂ ਜਿਹੜੀਆਂ ਚੀਜ਼ਾਂ ਵਰਤਣੀਆਂ ਸੀ ਵਰਤ ਲੀਆਂ ਜਿਹੜਾ ਕੂੜਾ ਡੇਗਣਾ ਸੀ ਉਹ ਸਾਈਡ ਤੇ ਡੇਗਤਾ ਆਪਣੇ ਜਿਹੜੇ ਡਸਟਬਿਨ ਨੇ ਤੁਸੀਂ ਉਹਨਾਂ ਨੂੰ ਵੀ ਭਰਤਾ ਜਿਹੜਾ ਹਫਤੇ ਦਾ ਜਿਹੜਾ ਰਿਮੇਨ ਵੀਕ ਦੇ ਮੀਲ ਸੀ ਤੇ ਡੋਮੈਸਟਿਕ ਰਬਿਸ਼ ਨਾਲ ਉਹਨੂੰ ਇਕੱਠਾ ਕਰਤਾ ਐਂਡ ਦੈਨ ਤੇ ਉਸ ਤੋਂ ਬਾਅਦ ਸੇਫ ਇਨ ਦ ਨੌਲੇਜ ਦੈਟ ਯੂ ਹੈਵ ਡਨ your bit for the environment ਤੇ ਫਿਰ ਤੁਸੀਂ ਕੀ ਸੋਚਿਆ ਕਿ ਮੈਂ ਤਾਂ ਕੀ ਕਰਤਾ ਆਪਣੇ ਆਲੇ ਦੁਆਲੇ ਨੂੰ ਕਰਤਾ ਸਾਫ਼ ਕਿਉਂਕਿ ਅਸੀਂ ਕੀ ਕਰਦੇ ਆ ਸਾਡੇ ਆਲੇ ਦੁਆਲੇ ਜਿੰਨਾ ਕੂੜਾ ਹੁੰਦਾ ਅਸੀਂ ਸਾਰੇ ਨੂੰ ਇੱਕ ਡਸਟਬਿਨ 'ਚ ਇਕੱਠਾ ਕਰਕੇ ਡਸਟਬਿਨ ਨੂੰ ਬਾਹਰ ਰੱਖ ਦਿੰਨੇ ਆ ਤੇ ਸੋਚ ਲੈਂਦੇ ਸਾਡਾ ਆਲਾ ਦੁਆਲਾ ਹੋ ਗਿਆ ਸਾਫ਼ you forget all about it ਉਸ ਤੋਂ ਬਾਅਦ ਤੁਸੀਂ ਉਹਦੇ ਬਾਰੇ ਸਭ ਕੁਝ ਭੁੱਲ ਜਾਂਦੇ ਆ ਹਨਾ ਹੁਣ ਦੇਖੋ ਜਦੋਂ ਆਪਣੇ ਘਰੇ ਕੋਈ ਚੀਜ਼ ਆਉਂਦੀ ਆ ਉਹਦੇ ਨਾਲ ਕੋਈ ਗੱਤਾ ਕਾਰਡਬੋਰਡ ਕਾਰਡ ਪੇਪਰ ਜੋ ਵੀ ਆਉਂਦਾ ਅਸੀਂ ਕੀ ਆ ਉਹਦੇ ਵਿੱਚ ਸਮਾਨ ਕੱਢਦੇ ਆ ਉਹਨੂੰ ਬਾਹਰ ਸੁੱਟ ਦਿੰਨੇ ਆ ਅਸੀਂ ਕਦੀ ਇਹ ਸੋਚਦੇ ਵੀ ਇਹ ਕਿੱਥੇ ਗਿਆ ਕੁਛ ਨਹੀਂ ਨਾ ਸੋਚਦੇ ਕਹਿੰਦੇ ਹੁਣ ਤੁਸੀਂ ਸੁੱਟਤਾ ਤੇ ਤੁਸੀਂ ਭੁੱਲ ਗਏ ਮਤਲਬ ਕਿ ਯਾਰ ਆਪਣੇ ਘਰੇ ਆਪਾਂ ਸਾਰੀਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਲਿਆਉਂਦੇ ਆ ਬਸ ਆਪਾਂ ਅੰਦਰਲੀ ਚੀਜ਼ ਨੂੰ ਵਰਤ ਲੈਂਦੇ ਆ ਬਾਹਰਲੇ ਸਮਾਨ ਨੂੰ ਆਪਾਂ ਡੇਗ ਦਿੰਦੇ ਆ ਉਸ ਤੋਂ ਬਾਅਦ ਮੰਨ ਲਓ ਕੂੜੇ ਵਾਲਾ ਆਇਆ ਆਪਾਂ ਡਸਟਬਿਨ 'ਚ ਪਾ ਕੇ ਰੱਖੀ ਗਈ ਕੂੜੇ ਵਾਲਾ ਆਇਆ ਤੇ ਕੂੜਾ ਆਪਾਂ ਨੇ ਪਾਤਾ ਉਹ ਚਲਾ ਗਿਆ ਕਦੇ ਕਿਸੇ ਨੇ ਟੈਨਸ਼ਨ ਲਈ ਹੈ ਅੱਜ ਤੱਕ ਜਿਹੜਾ ਉਹਦੇ ਬੈਠਾ ਹੋਵੇ ਜਵਾਕ ਵੀ ਹਾਏ ਮੈਂ ਕੱਲ ਬਤਾਉਂ ਛਿੱਲ ਕੇ ਪਾਈ ਸੀ ਪਤਾ ਨਹੀਂ ਕਿੱਥੇ ਗਏ ਹੋਣੇ ਹੁਣ ਵਿਚਾਰੇ ਕਦੇ ਨਹੀਂ ਸੋਚਿਆ ਕਿਉਂਕਿ ਆਪਾਂ ਭੁੱਲ ਗਏ ਗੱਲ ਖਤਮ ਹੋ ਗਈ ਉਰੇ ਆਪਾਂ ਉੱਥੇ ਆਉਂਦੇ ਆ ਲਿਸਟ ਆਫ ਹੈਡਿੰਗ ਦੇਖ ਰਹੇ ਆ ਆਰਾਮ ਨਾਲ ਮੈਚ ਕਰਿਓ ਕਿਸੇ ਦਾ ਆਨਸਰ ਦੇਖ ਕੇ ਆਨਸਰ ਨਾ ਲਾਈਓ ਚੈਟ ਓਪਨ ਹੈ टेंशन फ्री रहो फिर भी हेल्प करांगे ते गलत करोगे हां जी एंड न्यू स्टूडेंट्स नु नहीं पता भी एलिमिनेशन यूज करनी है ठीक है बस तुसी इन्ना चो देखो कि थानू केड़ा आंसर है जेड़ा लगदा है जेडे पुराने ने ओ ऐ देखो भी आ नहीं हैगा लास्ट ते आंसर थानू लभना चाहिए भी केड़ी चीज दी गल है आपा करी सी आराम नाल बिना किसी वरी दे नहीं सारे सरबजीत वेरी गुड अंजू गुड बच्चे नवदीप वेरी गुड देवेश ओके लपरी वेरी गुड नवजोत एकजूत संदीप रुपिंदर हरप्रीत सारे ओके आंसर तो सारे सोना दे रहे होंगे वेरी गुड एक मिनट मैं थोड़े ना आ जा स्क्रीन पे
ਜਿੰਨਿਆਂ ਨੇ ਚ ਆਨਸਰ ਟਾਈਪ ਕਰ ਰਹੇ ਹੈਗੇ। ਲਖਵਿੰਦਰ ਤੁਸੀਂ ਦੇਖਿਆ ਕਿ ਨਾ ਥਰਡ ਨਹੀਂ ਆ ਸਕਦਾ ਸਰ, ਚਲੋ ਉਹ ਵੀ ਦੱਸਦੇ ਆ। ਬਰਾੜ ਸੁਖੀ ਜੀ ਹੈਲਪ ਕਰਦੇ ਆ ਥੋੜੀ। ਲਖਵਿੰਦਰ ਤੁਹਾਨੂੰ ਲੱਗਿਆ ਕੋਈ ਆਨਸਰ? ਲਖਵਿੰਦਰ ਚਲੋ ਕੋਈ ਨਾ, ਚਿੰਤਾ ਨਾ ਕਰੋ, ਫਿਰ ਵੀ ਕਰਾਂਗੇ। ਇੰਦਰਪ੍ਰੀਤ ਤੁਸੀਂ ਆਨਸਰ ਦੇਖਿਆ ਆਪਣਾ? ਮੈਂ ਦੇਖਿਆ ਨਹੀਂ ਹੈਗਾ ਤੁਹਾਡਾ ਆਨਸਰ, ਦੁਬਾਰੇ ਦੇਖਿਓ ਇੰਦਰਪ੍ਰੀਤ, ਮੈਂ ਦੇਖ ਰਿਹਾ। ਵੈਰੀ ਗੁੱਡ। ਮਨਜਿੰਦਰ ਰੋਂਗ ਹੈ, ਲਖਵਿੰਦਰ ਤੁਹਾਡਾ ਠੀਕ ਹੈ, ਸਲੋਚਨਾ ਠੀਕ ਹੈ, ਹਿਤੇਸ਼ ਰੋਂਗ। ਚਲੋ ਸੁਣੋ, ਕੋਈ ਗਲਤ ਹੈ ਕੋਈ ਸਹੀ ਹੈ, ਆਪਾਂ ਉਰੇ ਉਹ ਚੀਜ਼ ਦਾ ਆਪਾਂ ਟਾਕ ਹੀ ਨਹੀਂ ਕਰਨੀ, ਆਪਾਂ ਐਕੂਰੇਟ ਆਨਸਰ ਸਹੀ ਕੀ ਹੈ ਉਹ ਲੱਭਦੇ ਆਂਗੇ। ਦੇਖੋ ਅਸੀਂ ਐਨ ਕੱਲੀ ਕੱਲੀ ਗੱਲ ਕਰਾਉਂਦੇ ਆ, ਥਰਡ ਵੀ ਕਰਾਵਾਂਗੇ ਪੁੱਤ, ਚਿੰਤਾ ਨਾ ਕਰੋ, ਸਮਝਾ ਦਿੰਦੇ ਆ। ਕੋਈ ਨੈਟਵਰਕ ਕਵਰੇਜ ਦੀ ਗੱਲ ਜਮਾ ਨਹੀਂ ਕਰੀ, ਕੋਈ ਕਮਿਊਨੀਕੇਸ਼ਨ ਦੀ ਗੱਲ ਨਹੀਂ ਕਰੀ, ਇਹ ਤਾਂ ਆਪਾਂ ਜਮੀ ਅਗਰੀ ਹੋ ਗਏ। ਕੋਈ ਫਿਊਚਰ ਸੋਰਸਿਸ ਦੀ ਵੀ ਗੱਲ ਨਹੀਂ ਹੋਈ, ਕੋਈ ਮਟੀਰੀਅਲ ਫਿਊਚਰ ਦੇ, ਕੋਈ ਵੇਰੀਏਸ਼ਨ, ਕੋਈ ਇਫੈਕਟ, ਕੋਈ ਵੇਸਟ, ਕੋਈ ਸਰਾਊਂਡਿੰਗ ਏਰੀਆ ਕੋਈ ਨਹੀਂ ਕਰੀ। ਕੋਈ ਚੀਜ਼ ਡਿਟੇਲ ਚ ਨਹੀਂ ਦੱਸੀ ਕਿ ਰਿਸਰਚ ਕਿਵੇਂ ਹੋਊਗੀ, ਕੋਈ ਇਹ ਨਹੀਂ ਦੱਸਿਆ ਕਿ ਟ੍ਰੇਸ ਕਿਵੇਂ ਹੋਊਗਾ, ਵਾਟ ਹੈਪਨ ਟੂ ਰਬਿਸ਼, ਮਤਲਬ ਕੁਝ ਵੀ ਇਦਾਂ ਨਹੀਂ ਵੀ ਰਬਿਸ਼ ਨਾਲ ਹੁੰਦਾ ਕਿ ਉਹਦੀ ਕੋਈ ਟਾਕ ਨਹੀਂ ਹੋਈ। ਸਿਲੈਕਸ਼ਨ ਆਫ ਰੀਸਾਈਕਲਿੰਗ ਸੈਂਟਰਸ ਦੀ ਕੋਈ ਗੱਲ ਨਹੀਂ ਕਰੀ। ਫਾਰਮੂਲੇਟਿੰਗ ਦਾ ਕੋਈ ਸੋਲੂਸ਼ਨ ਨਹੀਂ ਲੱਭਿਆ, ਉਹਨਾਂ ਨੇ ਵੀ ਕੀ ਸੋਲੂਸ਼ਨ ਲੱਭ ਲਈ। ਅਨਸਰਟੇਨਟੀ ਆਫ ਟ੍ਰੈਸ਼ ਡੈਸਟੀਨੇਸ਼ਨ, ਜਿਹੜੇ ਬੱਚਿਆਂ ਨੇ ਆ ਕਹੇਗਾ ਹੁਣ ਨਵੀਂ ਨੂੰ ਕਲੀਅਰ ਕਰ ਵੀ ਅਨਸਰਟੇਨਟੀ ਹੋ ਗਿਆ ਕੋਈ ਪਤਾ ਨਹੀਂ। ਹਾਂਜੀ ਵੀ ਟ੍ਰੈਸ਼, ਜਿਹੜੀ ਟ੍ਰੈਸ਼ ਡੈਸਟੀਨੇਸ਼ਨ ਆ ਉਹਦਾ ਕੋਈ ਪਤਾ ਨਹੀਂ, ਮਤਲਬ ਕੀ ਆ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਕਿ ਤੁਸੀਂ ਮਤਲਬ ਬਾਹਰ ਰੱਖ ਕੇ ਡਸਟਬਿਨ ਭੁੱਲ ਗਏ, ਪਰ ਇਹ ਤਾਂ ਨਹੀਂ ਆਪਾਂ ਨੂੰ ਇਹ ਨਹੀਂ ਕਿਹਾ ਹੈਗਾ ਵੀ ਕੀ ਤੁਸੀਂ ਕਦੀ ਸੋਚਿਆ ਕਿ ਉਹ ਕਿੱਥੇ ਗਿਆ। ਇਹ ਲਾਈਨ ਤਾਂ ਵਿੱਚ ਆਈ ਨਹੀਂ, ਉਹ ਤਾਂ ਅਸੀਂ ਤੁਹਾਡੇ ਨਾਲ ਡਿਸਕਸ ਕਰ ਰਹੇ ਸੀਗੇ, ਠੀਕ ਹੈ, ਇਹ ਲਾਈਨ ਬਿਲਕੁਲ ਨਹੀਂ ਆਈ, ਇਸ ਕਰਕੇ ਦਾ ਇਹ ਆਨਸਰ ਕੋਈ ਪਬਲਿਕ ਐਟੀਟਿਊਡ ਨਹੀਂ ਹੈਗਾ ਤੇ ਕੋਈ ਲੈਕ ਆਫ ਇਨਫੋਰਮੇਸ਼ਨ ਵਾਟ ਇਜ਼ ਇਨ ਦਾ ਟ੍ਰੈਸ਼ ਨਹੀਂ ਹੈਗੀ, ਤੇ ਦ ਅ ਟਿਪੀਕਲ ਹਾਊਸ ਹੋਲਡਰ ਪ੍ਰੈਜ਼ੈਂਟ ਐਕਸ਼ਨ। ਹਾਊਸ ਹੋਲਡਰ ਕੌਣ ਹੁੰਦੇ ਨੇ? ਜਿਹੜੇ ਘਰੇ ਰਹਿੰਦੇ ਨੇ। ਪ੍ਰੈਜ਼ੈਂਟ ਐਕਸ਼ਨ ਕਿਹੜੇ ਹੋ ਗਏ ਵੀ ਉਹ ਕੀ ਕਰਦੇ ਨੇ। ਹੁਣ ਆਪਾਂ ਨੇ ਸਾਰੀਆਂ ਗੱਲਾਂ ਇਹ ਕੀਤੀਆਂ ਸੀ ਵੀ ਉਹ ਸਟੈਪਲਸ ਨੂੰ ਅਲੱਗ ਕਰ ਦਿੰਦੇ ਆ, ਡਸਟਬਿਨ ਚ ਗੇਰ ਦਿੰਦੇ ਆ, ਟਿਨਸ ਨੂੰ ਯੂਜ਼ ਕਰਦੇ, ਇਦਾਂ ਇਦਾਂ ਕਰਦੇ, ਉਹ ਕੀ ਹੋ ਗਿਆ, ਉਹਨਾਂ ਦਾ ਐਕਸ਼ਨ ਹੋ ਗਿਆ। ਤੇ ਹਾਊਸ ਹੋਲਡਰਸ ਦਾ ਐਕਸ਼ਨ ਦੱਸਿਆ ਹੋਇਆ ਸੀ ਵੀ ਘਰ ਚ ਰਹਿਣ ਵਾਲੇ ਲੋਕ ਕਰਦੇ ਕੀ। ਦੱਸਿਆ ਸੀ ਨਾ ਵੀ ਆਪਾਂ ਘਰੇ ਸਮਾਨ ਲਿਆਤਾ ਜੀ, ਆਪਾਂ ਭੁੱਲ ਗਏ ਜੀ, ਜੋ ਜੋ ਡਸਟਬਿਨਸ ਭਰਤੇ ਆਪਾਂ ਨੇ, ਹਫਤੇ ਦੇ ਡੋਮੈਸਟਿਕ ਰਬਿਸ਼ ਭਰਤਾ। ਹੁਣ ਜਿਵੇਂ ਮੰਨ ਕੇ ਚਲੋ ਬਹੁਤ ਬੱਚਿਆਂ ਨੇ ਇਹਦਾ ਆਨਸਰ ਲਾਇਆ ਸੀ ਥਰਡ। ਹੁਣ ਪ੍ਰੋਬਲਮ ਇਹ ਹੈ ਇੱਕ, ਜੋ ਐਗਜ਼ਾਮ ਦੇ ਵਿੱਚ ਥਰਡ ਲਾਏ, ਹੁਣ ਥਰਡ ਤਾਂ ਆਨਸਰ ਕਿਸੇ ਹੋਰ ਦਾ, ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਥਰਡ ਤਾਂ ਆਨਸਰ ਕਿਸੇ ਹੋਰ ਦਾ, ਤਾਂ ਇਹਦੇ ਨਾਲ ਕੀ ਹੋ ਗਿਆ, ਤੁਹਾਡੇ ਇੱਕ ਨਹੀਂ ਦੋ ਗਲਤ ਗਏ। ਹੁਣ ਇਹ ਵੀ ਸੁਣੋ, ਅਨਸਰਟੇਨਿਟੀ ਆਫ ਟ੍ਰੈਸ਼ ਡੈਸਟੀਨੇਸ਼ਨ ਹੈ ਨਾ ਜਿਹੜਾ, ਇਹਦਾ ਮਤਲਬ ਤਾਂ ਇਹ ਹੋ ਗਿਆ, ਅਨਸਰਟੇਨਿਟੀ ਹੋ ਗਿਆ ਕਿ ਸਾਨੂੰ ਕੋਈ ਪਤਾ ਨਹੀਂ, ਕੋਈ ਸ਼ੋਰਿਟੀ ਨਹੀਂ। ਟ੍ਰੈਸ਼ ਕੀ ਹੋ ਗਿਆ? ਕੂੜਾ। ਡੈਸਟੀਨੇਸ਼ਨ ਹੋ ਗਿਆ ਕਿ ਕਿੱਥੇ ਪਹੁੰਚਦਾ, ਉਹਦੀ ਮੰਜ਼ਿਲ। ਸਾਨੂੰ ਕੂੜੇ ਦੀ ਮੰਜ਼ਿਲ ਬਾਰੇ ਕੋਈ ਨਹੀਂ ਪਤਾ। ਜਦੋਂ ਇੱਕ ਪੈਰਾ ਆਊਗਾ ਇਹ ਅੱਗੇ, ਤੁਹਾਨੂੰ ਆਪ ਨੂੰ ਪਤਾ ਲੱਗੂਗਾ ਵੀ ਹਾਂ ਸਰ ਇਹਦਾ ਆਨਸਰ ਆ ਹੈ, ਉਹਦਾ ਤਾਂ 4th ਨੰਬਰ ਇਹ ਸੀਗਾ। ਆਪਾਂ ਕੁਐਸਚਨ ਪੈਰਾਗ੍ਰਾਫ ਬੀ ਰੀਡ ਕਰਦੇ ਆਂ, ਆਰਾਮ ਨਾਲ, ਟੈਨਸ਼ਨ ਨਾ ਲਓ। ਜਿਹੜਾ 4th ਹੈ ਉਹਨੂੰ ਆਪਣੇ ਦਿਮਾਗ ਚੋਂ ਕੱਢ ਦਿਓ। ਹੁਣ ਬਾਕੀ ਆਪਣੇ ਕੋਲੇ 10 ਆਪਸ਼ਨ ਰਹਿ ਗਏ ਉਧਰ। ਪੈਰਾਗ੍ਰਾਫ ਬੀ ਆਪਾਂ ਪੜਾਉਣਾ ਸ਼ੁਰੂ ਕਰਦੇ ਆਂ। ਆਜੋ ਜੀ, ਲਓ ਜੀ, ਪੈਰਾਗ੍ਰਾਫ ਬੀ ਦੇ ਉੱਤੇ ਕਨਸੈਂਟਰੇਟ ਕਰਦੇ ਆਂ ਬੱਚੇ ਆਪਾਂ, ਤੇ ਤੁਹਾਨੂੰ ਬਹੁਤ ਹੈਲਪ ਹੋਏਗੀ ਪੇਪਰ ਕਲੀਅਰ ਕਰਨ ਦੇ ਲਈ ਇਹਦੀ। ਠੀਕ ਹੈ, ਉਹ ਤੁਸੀਂ ਕਰਦੇ ਹੋ, ਮੇਰਾ ਥੋੜਾ ਹੈਡੇਕ ਹੈਗਾ। ਚਲੋ, ਕਹਿੰਦਾ in fact the life story of your weekly garbage is just a beginning। ਕਹਿੰਦੇ ਪਤਾ, ਕਹਿੰਦੇ ਇਨ ਫੈਕਟ ਹੁੰਦਾ ਕੀ ਹੈ ਕਿ ਜਿਹੜੀ ਤੁਹਾਡੀ ਗਾਰਬੇਜ, ਜਿਹੜਾ ਤੁਸੀਂ ਡਸਟਬਿਨ ਬਾਹਰ ਰੱਖਿਆ ਸੀ, ਉਹ ਤਾਂ ਹਾਲੇ ਉਹਦੀ ਜਿਹੜੀ ਸਟੋਰੀ ਦੀ ਸ਼ੁਰੂਆਤ ਆ। ਹਾਂ, an aluminium can for instance, ਤੁਹਾਨੂੰ ਯਾਦ ਆ ਆਪਾਂ for instance ਕਿੱਥੇ ਯੂਜ਼ ਕਰਦੇ ਆ? ਆਪਾਂ ਰਾਈਟਿੰਗ ਚ ਐਗਜ਼ਾਮਪਲ ਦੇ ਲਈ ਯੂਜ਼ ਕਰਦੇ ਨੇ for instance। ਹਾਂ, ਕਹਿੰਦੇ ਜਿਵੇਂ ਕਿ for example ਆਪਾਂ ਐਲੂਮੀਨੀਅਮ ਕੈਨ ਦੀ ਗੱਲ ਕਰਦੇ ਆ। ਇਹਨੇ ਇੱਕ ਐਲੂਮੀਨੀਅਮ ਕੇਨ ਲੈ ਲਿਆ, for example ਕਹਿੰਦਾ could have a variety of fates। ਕਹਿੰਦੇ ਭਾਵੇਂ ਕਹਿੰਦੇ ਜਿਵੇਂ ਕਿ ਐਗਜ਼ਾਮਪਲ ਆ ਐਲੂਮੀਨੀਅਮ ਕੈਨ ਦੀ, ਕਹਿੰਦੇ ਉਹਦੀਆਂ ਵੀ ਬਹੁਤ ਸਾਰੀਆਂ ਫੇਟਸ ਨੇ। ਮਤਲਬ ਫੇਟਸ ਕੀ ਹੋਇਆ ਵੀ ਉਹਦੀਆਂ ਬਹੁਤ ਸਾਰੀਆਂ
ਕਿਸਮਤ ਹੈ ਉਹਦੀ ਵੀ ਉਹ ਕਿੱਥੇ ਕਿੱਥੇ ਜਾ ਸਕਦਾ ਵੀ ਹੈ। ਮਤਲਬ ਕਿ ਜਿੱਦਾਂ ਇੱਕ ਐਲੂਮੀਨੀਅਮ ਕੈਨ ਆ, ਕੋਈ ਕਿਤੇ ਪਹੁੰਚ ਜਾਂਦਾ, ਕੋਈ ਕਿਤੇ, ਉਹਨਾਂ ਦੀਆਂ ਡੈਸਟੀਨੇਸ਼ਨ ਵੱਖਰੀਆਂ ਵੱਖਰੀਆਂ ਨੇ। ਕਹਿੰਦਾ ਇਟ ਮਾਈਟ ਬੀ ਕ੍ਰਸ਼ਡ, ਹੋ ਕੋਈ ਨਾ ਇਹਨਾਂ ਕਹਿੰਦੇ ਹੋ ਸਕਦਾ ਉਹ ਕ੍ਰਸ਼ ਹੋ ਜਾਵੇ, ਕ੍ਰਸ਼ ਹੋ ਗਿਆ, ਹਾਂ ਠੀਕ ਹੈ, ਸਮਝ ਗਏ ਵੈਸੇ ਕ੍ਰਸ਼ ਹੋ ਠੀਕ ਹੈ, ਸਕਦਾ ਕ੍ਰਸ਼ ਹੋ ਜਾਏ। ਐਂਡ ਸੈਂਟ ਬੈਕ ਟੂ ਕੇਨਿੰਗ ਫੈਕਟਰੀ ਟੂ ਬੀ ਟਰਨਡ ਇਨਟੂ ਨਿਊ ਕੇਨਸ, ਜਾਂ ਫਿਰ ਉਹ ਫੈਕਟਰੀ ਵਿੱਚ ਵਾਪਸ ਚਲਾ ਜਾਵੇ, ਉੱਥੇ ਜਾ ਕੇ ਉਹ ਨਵਾਂ ਕੇਨ ਬਣਾਇਆ ਜਾਵੇ। ਉਹਨਾਂ ਨੇ ਕਿਹਾ ਸੀ ਨਾ ਵੀ ਇਹਦੀਆਂ ਵੀ ਅਲੱਗ-ਅਲੱਗ ਡੈਸਟੀਨੇਸ਼ਨਸ ਨੇ, ਜਾਂ ਤਾਂ ਉਹ ਕ੍ਰਸ਼ ਹੋ ਗਿਆ ਜਾਂ ਉਹ ਫੈਕਟਰੀ ਵਾਪਸ ਚਲਾ ਗਿਆ ਉੱਥੇ ਜਾ ਕੇ ਨਵਾਂ ਕੇਨ ਬਣਨ ਵਾਸਤੇ, ਔਰ ਇਟ ਕੁਡ ਐਂਡ ਅਪ ਇਨ ਦਾ ਨੀਅਰੈਸਟ ਲੈਂਡਫਿਲ ਸਾਈਟ, ਤੇ ਜਾਂ ਉਹ ਹੋ ਸਕਦਾ ਵੀ ਉਹ ਕਿਸੇ ਨੇੜੇ ਤੇ ਲੈਂਡਫਿਲ ਹੁੰਦੇ ਆ, ਜਿੱਥੇ ਨਾ ਮਤਲਬ ਸ਼ਹਿਰ ਤੋਂ ਬਾਹਰ ਇੱਕ ਨਾ ਬਣਾਇਆ ਜਾਂਦਾ ਖੱਡਾ ਬਣਾ ਕੇ ਉਹਦੇ ਵਿੱਚ ਕੂੜਾ ਕਰਕਟ ਸਿੱਟਿਆ ਜਾਂਦਾ। ਕਹਿੰਦੇ ਕੀ ਪਤਾ ਉਹ ਨੇੜੇ ਦੇ ਲੈਂਡਫਿਲ ਸਾਈਟ ਤੇ ਪਹੁੰਚ ਜਾਵੇ, ਔਰ ਗੈਟ ਸ਼ਿਪਡ ਆਫ ਓਵਰਸੀਜ਼ ਟੂ ਬੀ ਈਦਰ ਰੀਸਾਈਕਲਡ ਔਰ ਡੰਪਡ, ਤੇ ਉੱਥੇ ਜਾ ਕੇ ਕਹਿੰਦੇ ਕਈ ਵਾਰੀ ਐ ਹੁੰਦਾ ਕਿ ਪਾਣੀ ਨਾਲ ਉਹ ਕਿਤੇ ਕਈ ਵਾਰੀ ਓਵਰਸੀਜ਼ ਵੀ ਪਹੁੰਚ ਜਾਂਦਾ। ਓਵਰਸੀਜ਼ ਦਾ ਮਤਲਬ ਦੂਸਰੇ ਦੇਸ਼ਾਂ ਵਿੱਚ। ਉੱਥੇ ਜਾ ਕੇ ਹੁਣ ਉੱਥੇ ਜਾ ਕੇ ਵੀ ਦੋ ਗੱਲਾਂ ਬਣਦੀਆਂ ਨੇ, ਜਦੋਂ ਉੱਥੇ ਪਹੁੰਚ ਜਾਊਗਾ ਜਾਂ ਤਾਂ ਦੂਸਰੇ ਦੇਸ਼ ਵਾਲੇ ਉਹਨੂੰ ਰੀਸਾਈਕਲ ਕਰ ਲੈਣਗੇ ਜਾਂ ਉਹ ਡੰਪ ਹੋ ਜਾਊਗਾ। ਡੰਪ ਹੁੰਦਾ ਵਾ ਅੰਦਰ ਦਬ ਜਾਣਾ, ਮਿੱਟੀ 'ਚ ਦਬ ਜਾਣਾ। ਕਹਿੰਦਾ the truth is that, ਸੱਚਾਈ ਇਹ ਹੈ, nobody can be sure where an individual piece of rubbish will end up, ਕਹਿੰਦੇ ਸੱਚਾਈ ਤਾਂ ਇਹ ਆ ਕਿ ਕਿਸੇ ਨੂੰ ਨਹੀਂ ਪਤਾ ਕਿ ਜਿਹੜਾ ਕੂੜਾ ਕਰਕਟ ਆ ਉਹ ਕਿੱਥੇ ਜਾ ਕੇ ਖਤਮ ਹੁੰਦਾ, ਉਹ ਐਂਡ ਕਿੱਥੇ ਹੁੰਦਾ, or how the junk in the landfill got there, ਤੇ ਕਿਵੇਂ ਜਿਹੜਾ ਲੈਂਡਫਿਲਸ ਦੇ ਵਿੱਚ ਇੰਨਾ ਕੂੜਾ ਵਾ ਉੱਥੇ ਪਹੁੰਚਦਾ ਕਿਵੇਂ ਆ, ਉੱਥੇ ਅੰਦਰ ਉਹਦੇ ਸਮਾਉਂਦਾ ਕਿਵੇਂ ਆ। ਬੜੇ ਆਰਾਮ ਨਾਲ ਅਸੀਂ ਤੁਹਾਨੂੰ ਇੱਕ ਵਾਰ ਦੱਸਦੇ ਹਾਂ, ਆਪੇ ਕਰਾ ਰਹੇ ਹਾਂ, ਅਸੀਂ ਕਰਾ ਰਹੇ ਹਾਂ, ਚਿੰਤਾ ਨਾ ਕਰੋ। ਬਾਕੀ ਇਹਨਾਂ ਨੇ ਬੜੇ ਨੇ 20 ਦੇ ਤਾਂ ਆਨਸਰ ਆ ਗਏ ਉੱਪਰ। ਹੁਣ ਬੜਿਆਂ ਨੂੰ ਦੇਖੋ ਹਿੱਟ ਕਰ ਰਹੀ ਹੈ ਨਾ ਚੀਜ਼, ਵੀ ਜੇ ਕਿਤੇ ਅਸੀਂ ਥਰਡ ਕਿਸੇ ਹੋਰ ਦਾ ਲਾ ਦਾਂਦੇ, ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਗੌਰ ਨਾਲ ਦੇਖੋ ਕਿ ਆ ਸਾਰੇ ਸਟੈਂਜਾ ਨੇ ਆਪਾਂ ਨੂੰ ਇੱਕ ਚੀਜ਼ ਸਿਖਾਈ ਹੈ ਕਿ ਸਾਨੂੰ ਨਹੀਂ ਪਤਾ ਭਾਈ ਕੂੜਾ ਕਿੱਥੇ ਜਾਂਦਾ ਹੈ, ਸਾਨੂੰ ਨਹੀਂ ਪਤਾ। ਇੱਕ ਉਹਨਾਂ ਨੇ ਐਗਜ਼ਾਮਪਲ ਲੈ ਲਈ ਕੇਨ ਦੀ, ਕੋਈ ਪਤਾ ਨਹੀਂ ਉਹ ਮਿੱਟੀ 'ਚ ਦਬ ਜੇ, ਕੋਈ ਪਤਾ ਨਹੀਂ ਉਹ ਕੇਨਿੰਗ ਫੈਕਟਰੀ 'ਚ ਵਗ ਜੇ, ਦੁਬਾਰੇ ਉਥੋਂ ਇਹ ਹੁੰਦਾ ਨਾ ਰੀਫਿਲ ਕਰ ਦਿੰਦੇ ਨੇ ਉਹਨੂੰ ਪ੍ਰੋਪਰ ਵਧੀਆ ਬਣਾ ਕੇ, ਕੋਈ ਪਤਾ ਨਹੀਂ ਉਹ ਕਿਸੇ ਖੱਡੇ 'ਚ ਡੱਬ ਜੇ, ਕੋਈ ਪਤਾ ਨਹੀਂ ਉਹ ਸਮੁੰਦਰ ਦੇ ਵਿੱਚ ਰੁੜਦਾ ਰੁੜਦਾ ਦੂਜੇ ਦੇਸ਼ 'ਚ ਨਿਕਲ ਜੇ, ਔਰ ਉੱਥੇ ਜਾ ਕੇ ਵੀ ਨਹੀਂ ਪਤਾ ਲੱਗਦਾ ਵੀ ਉਹ ਗਿਆ ਕਿਤੇ। ਮਤਲਬ ਕਿ ਉਹ ਕਹਿਣਾ ਚਾਹੁੰਦੇ ਕਿ ਸਾਨੂੰ ਇਹ ਨਹੀਂ ਪਤਾ ਵੀ ਇਹਨੇ ਪਹੁੰਚਣਾ ਕਿੱਥੇ ਹੈ। ਤੇ ਐਗਜ਼ਾਮਪਲ ਆਪਾਂ ਇਹਦਾ ਲਾਸਟ ਤੇ ਦੇਖੀ, ਇਹਦਾ ਆਨਸਰ ਹੋਰ ਕੋਈ ਵੀ ਨਹੀਂ ਮੈਚ ਕਰਦਾ ਸਿਵਾਏ ਇੱਕ ਹੈ ਆਪਣੇ ਕੋਲੇ, ਤੇ ਆਪਣਾ ਆਨਸਰ ਕੀ ਨਿਕਲਿਆ ਸੀ, the uncertainty of trash destination, ਮਤਲਬ ਜਿਹੜੀ ਟਰੈਸ਼ ਆ ਕੂੜਾ ਉਹਦਾ ਕੋਈ ਅਤਾ ਪਤਾ ਨਹੀਂ ਵੀ ਉਹ ਕਿੱਥੇ ਪਹੁੰਚੂਗਾ, ਉਹਦੀ ਕੋਈ ਡੈਸਟੀਨੇਸ਼ਨ ਨਹੀਂ ਪਤਾ। ਆਪਾਂ ਨੂੰ 4-5 ਜਗ੍ਹਾ ਦੱਸੀਆਂ ਸੀ ਨਾ ਵੀ ਹੋ ਸਕਦਾ ਉਰੇ ਵਗ ਜੇ, ਹੋ ਸਕਦਾ ਉਰੇ ਵਗ ਜੇ। ਮਤਲਬ ਇੱਕ ਲਾਈਨ ਇਹਨੇ ਲਾਸਟ ਵਿੱਚ ਸੀ, the truth is that nobody can be sure where it ਮਤਲਬ ਕਿ ਐਂਡ ਅਪ ਹੈ ਨਾ, ਟਰੈਸ਼ ਕਿੱਥੇ ਐਂਡ ਅਪ ਹੋਊਗਾ। ਪਹਿਲੇ ਦੋ ਕੁਐਸਚਨਾਂ ਦੇ ਵਿੱਚ ਜੇ ਕਿਸੇ ਨੂੰ ਵੀ ਕੋਈ ਡਾਊਟ ਹੈ ਉਹ ਚੈਟ ਦੇ ਵਿੱਚ ਹੁਣੇ ਇੱਕ ਸਕਿੰਟ 'ਚ ਪੁੱਛ ਸਕਦਾ, ਪਹਿਲੇ ਦੋ 'ਚ ਨਹੀਂ। ਮੈਂ ਪੈਰਾਗ੍ਰਾਫ ਸੀ ਪੜਾਉਣਾ ਸ਼ੁਰੂ ਕਰ ਦੇਣਾ, ਹਾਂ ਮੈਂ ਕਰਦਾ, ਚੈਟ ਹੁਣ ਬੰਦ ਕਰ ਦੇਣਾ। ਮੈਂ ਇੱਕ ਵਾਰ ਦੱਸ ਦੋ ਜੇ ਕੋਈ ਫਸਟ 2 'ਚ, ਓਕੇ। ਪੈਰਾਗ੍ਰਾਫ ਸੀ ਪੜ੍ਹਦੇ ਆ ਤੇ ਟਰਾਈ ਕਰੋ ਕਿ ਮੇਰੇ ਤੋਂ ਵੱਧ ਜਿੰਨਾ ਸਿੱਖਿਆ ਜਾਂਦਾ ਹੈ ਉਹਨਾਂ ਸਿੱਖੋ, ਤੁਹਾਨੂੰ ਹੈਲਪ ਹੋਏਗੀ ਪੇਪਰ ਕਲੀਅਰ ਕਰਨ ਦੇ ਵਿੱਚ। ਚਲੋ ਚੈਟ ਮੈਂ ਕਰਤੀ ਬੰਦ, ਕਿਉਂਕਿ ਹੁਣ ਕੋਈ ਵੀ ਪਹਿਲਾਂ ਆਨਸਰ ਡਿੱਗ ਜਾਂਦੇ, ਬੱਚਿਆਂ ਨੂੰ ਥੋੜਾ ਪ੍ਰੋਬਲਮ ਆਉਂਦੀ ਹੈ। ਕਈ ਹੁੰਦੇ ਨੇ ਮੇਰੇ ਵਰਗੇ ਮਾਤਾ ਰਾਣੀ ਦੇ ਭਗਤ ਜਿਹੜੇ ਵਿਚਾਰੇ ਪਹਿਲਾਂ ਕਾਪੀ ਪੇਸਟ ਮਾਰ ਦਿੰਦੇ ਨੇ। ਚਲੋ ਜੀ ਧਿਆਨ ਨਾਲ ਦੇਖੋ, ਕਹਿੰਦਾ ਨਿਊ ਰਿਸਰਚ ਇਜ਼ ਪਲੈਨਿੰਗ ਟੂ ਫਾਈਂਡ ਆਊਟ, ਕਹਿੰਦੇ ਇੱਕ ਨਵੀਂ ਰਿਸਰਚ ਪਲਾਨ ਕਰ ਰਹੀ ਆ ਫਾਈਂਡ ਆਊਟ ਕਰਨ ਬਾਰੇ। ਇਨ ਅ ਪਾਇਲਟ ਪ੍ਰੋਜੈਕਟ ਅ ਟੀਮ ਫਰੋਮ ਮੈਸਟੈਸਿਸ, ਮੰਨ ਲਓ ਤੁਹਾਨੂੰ ਪ੍ਰੋਨਾਂਸੀਏਸ਼ਨ ਇਹਦੀ ਨਹੀਂ ਆਉਂਦੀ ਤਾਂ ਕੋਈ ਮਾਇਨੇ ਨਹੀਂ ਕਰਦਾ, ਇੰਸਟੀਚਿਊਟ ਆਫ ਟੈਕਨੋਲੋਜੀ ਤੇ ਇਹਦੀ ਸ਼ਾਰਟ ਫਾਰਮ ਦਿੱਤੀ ਹੋਈ ਆ MIT। ਹਾਂਜੀ, ਕਹਿੰਦੇ ਇੱਕ ਨਾ ਪ੍ਰੋਜੈਕਟ ਜਿਹੜਾ MIT ਦਾ ਇੱਕ ਪ੍ਰੋਜੈਕਟ ਆ, ਉਹਦੇ ਚੋਂ ਕੀ ਕਹਿ ਰਹੇ ਨੇ, ਟੁਗੇਦਰ ਵਿਦ ਦ ਮੈਂਬਰਸ ਆਫ ਦ ਨਿਊ ਸਾਇੰਟਿਸਟ ਜਰਨਲ ਟਰੈਕਡ 60 ਪੀਸਿਸ ਆਫ ਟਰੈਸ਼ ਇਨ ਸਿਆਟਲ ਇਨ ਦ ਯੂਨਾਈਟਿਡ ਸਟੇਟਸ। ਹਾਂਜੀ ਦੇਖੋ, ਕਹਿੰਦੇ ਕਿ ਉਹਨਾਂ ਨੇ ਸਭ ਤੋਂ
पहली लाइन च क्या भी रिसर्चर्स ने एक प्लानिंग की, एक रिसर्च करन दी। ਉਹ ਇੱਕ MIT ਦੀ ਟੀਮ ਸੀ, ਉਹਨਾਂ ਦੇ ਕੁਝ ਨਵੇਂ ਸਾਇੰਟਿਸਟ ਸੀ, ਉਹਨਾਂ ਨੇ ਕੀ ਕੀਤਾ 60 ਪੀਸਿਸ ਲੈ ਲਏ ਟਰੈਸ਼ ਦੇ, ਮਤਲਬ ਕਿ ਕੂੜੇ ਦੇ 60 ਪੀਸ ਲੈ ਲਏ। ਉਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਨੂੰ ਕੀ ਕਰਾਂਗੇ, ਟਰੈਕ ਕਰਾਂਗੇ। ਕਿੱਥੇ ਦੀ ਗੱਲ ਹੈ ਇਹ? ਸਿਆਟਲ ਦੀ ਗੱਲ ਹੈ। ਸਿਆਟਲ ਕਿੱਥੇ ਹੈ? ਯੂਨਾਈਟਿਡ ਸਟੇਟਸ, ਮਤਲਬ ਯੂਨਾਈਟਿਡ ਸਟੇਟਸ ਆਫ ਅਮਰੀਕਾ, ਅਮਰੀਕਾ ਦੇ ਵਿੱਚ। The next phase of the experiment will begin. 1,000 more pieces of garbage will be electronically tagged and thrown away in New York, Seattle, London and tracked for 2 months. ਹਾਂਜੀ, ਉਸ ਤੋਂ ਬਾਅਦ ਕਹਿੰਦੇ ਪਹਿਲਾਂ ਉਹਨਾਂ ਨੇ 60 ਪੀਸਿਸ ਲਏ ਸੀ, ਉਸ ਤੋਂ ਬਾਅਦ ਉਹਨਾਂ ਨੇ 1000 ਪੀਸਿਸ ਹੋਰ ਗਾਰਬੇਜ ਦੇ ਲੈ ਲਵੇ। ਲੈ ਕੇ ਉਹਨਾਂ ਨੂੰ ਕੀ ਕੀਤਾ, ਇਲੈਕਟ੍ਰੋਨਿਕਲੀ ਟੈਗ ਲਾ ਦਿੱਤੇ ਉਹਦੇ ਉੱਤੇ, ਠੀਕ ਹੈ, ਇਲੈਕਟ੍ਰੋਨਿਕਲ ਟੈਗਸ ਯੂਜ਼ ਕੀਤੇ ਤੇ ਉਹਨਾਂ ਨੂੰ ਸੁੱਟਤਾ, ਥਰੋ ਅਵੇ ਕਰਤਾ। ਕਿੱਥੇ ਨਿਊਯਾਰਕ ਵਿੱਚ, ਸਿਆਟਲ ਐਂਡ ਲੰਡਨ ਦੇ ਵਿੱਚ। ਦੇਖੋ ਸਿਆਟਲ 'ਚ ਪਹਿਲਾਂ 60 ਡੇਗੇ ਸੀਗੇ, ਉਸ ਵਾਰ ਸਿਆਟਲ ਦੇ ਵਿੱਚ ਵੀ 1000 ਦੇ ਜਿਹੜੇ ਨੇ ਉਹ ਵੀ ਸਿਆਟਲ ਦੇ ਵਿੱਚ ਹੀ ਆਏ ਨੇ, ਠੀਕ ਹੈ। 2 ਮਹੀਨੇ ਲਈ ਉਹਨੂੰ ਐਵੇਂ ਛੱਡਤਾ ਵੀ ਜਿੱਥੇ ਜਾਂਦੇ ਹੋ ਜਾਓ। ਮਤਲਬ ਟੂ ਬੀ ਵੈਰੀ ਵੈਰੀ ਓਨੈਸਟ, ਇਹਨਾਂ ਨੇ ਕੀ ਕਰਿਆ, ਪਹਿਲਾਂ ਤਾਂ ਪਤਾ ਨਹੀਂ ਲੱਗਦਾ ਸੀ ਵੀ ਕੂੜੇ ਦੇ ਲਿਫਾਫੇ ਕਿੱਥੇ ਜਾਂਦੇ ਨੇ ਕਿੱਥੇ ਨਹੀਂ ਜਾਂਦੇ ਨੇ। ਫਿਰ ਦੇਖੋ ਆਪਣੇ ਕੋਲ ਤਾਂ ਯਾਰ ਆਇਲਸ ਕਰਨ ਦਾ ਇੰਨਾ ਬਿਜ਼ੀ ਆ, ਆਪਣੇ ਕੋਲ ਆਹ ਟਾਈਮ ਥੋੜੀ ਹੈ ਵੀ ਮੈਨੇ ਕੱਲ ਮੈਗੀ ਖਾਧੀ ਸੀ ਉਹਦਾ ਪੈਕਟ ਕਿੱਥੇ ਗਿਆ। ਹੁਣ ਜਿਹੜੇ ਸਾਇੰਟਿਸਟ ਨੇ ਉਹ ਲੱਗੇ ਪਏ ਨੇ, ਉਹਨਾਂ ਨੇ ਕੀ ਕਰਿਆ 60 ਪਹਿਲਾਂ ਲਿਫਾਫੇ ਲਏ, ਉਹਨਾਂ ਨੂੰ ਇਲੈਕਟ੍ਰੋਨਿਕਲੀ ਟੈਗਡ ਕਰਤਾ। ਟੈਗਡ ਕਰਕੇ ਇਹ ਚੈੱਕ ਕਰਨ ਦੇ ਲਈ ਵੀ ਇਹ ਅੱਜ ਕਿੱਥੇ ਨੇ, ਕੱਲ ਨੂੰ ਕਿੱਥੇ, ਪਰਸੋਂ ਕਿੱਥੇ, ਵੀ ਸਾਨੂੰ ਕੱਲੀ ਲੋਕੇਸ਼ਨ ਪਤਾ ਲੱਗਦੀ ਰਹੇ ਵੀ ਜਾਂਦੇ ਕਿੱਥੇ ਨੇ। ਤੇ ਕੀ ਪਤਾ ਅੱਜ ਮੰਨ ਕੇ ਚਲੋ ਆਪਣੇ ਬਹੁਤ ਬੰਦੇ ਐਵੇਂ ਦੇ ਨੇ, ਤੁਹਾਡੇ ਚੋਂ ਸਾਰਿਆਂ ਨੂੰ ਪਤਾ ਹੋਊਗਾ, ਰਾਤ ਨੂੰ ਜਦੋਂ ਕੱਲੇ ਆ ਰਹੇ ਹੁੰਦੇ ਨੇ, ਰਾਹ ਦੇ ਉੱਤੇ ਕਿਤੇ ਸੜਕ ਦੇ ਉੱਤੇ ਬੋਤਲ ਪਈ ਹੋਵੇ ਹਨਾ, ਤਾਂ ਉਹਨਾਂ ਦੇ ਅੰਦਰ ਨਾ ਇੱਕ ਪਤਾ ਨਹੀਂ ਫੁੱਟਬਾਲ ਪਲੇਅਰ ਦੀ ਆਤਮਾ ਜਾਗ ਜਾਂਦੀ ਹੈ। ਉਹਨਾਂ ਨੇ ਕੀ ਕਰਨਾ ਹੈ, ਕੁਛ ਹੋਵੇ ਨਾ ਹੋਵੇ, ਉਹਨਾਂ ਨੇ ਕਿੱਕ ਮਾਰ ਕੇ ਦੇਖਣੀ ਹੈ, ਇਹ ਗੱਲ ਪੱਕੀ ਹੈ। ਤੇ ਬਹੁਤ ਉਰੇ ਇਹੋ ਜਿਹੇ ਬੈਠੇ ਜਿਨ੍ਹਾਂ ਨੇ ਕੱਚ ਦੀ ਬੋਤਲ ਹੈ ਜਿਹੜੀ ਉਹ ਹਨੇਰੇ 'ਚ ਭੰਨਣੀ ਹੈ। ਇਹ ਗਰਾਰੀਬਾਜ਼ ਹੁੰਦੇ ਆ ਕਈ ਹਨਾ। ਮਤਲਬ ਕੀ ਹੋ ਗਿਆ ਕਿ ਆਪਣੇ ਅੰਦਰ ਇੱਕੋ ਕੀੜਾ ਹੈਗਾ ਤੇ ਆਪਾਂ ਉਹਨੂੰ ਰੋਕ ਨਹੀਂ ਸਕਦੇ ਹੈਗੇ। ਮਤਲਬ ਕੀ ਹੈਗਾ, ਤਾਂ ਹੀ ਉਹ ਕਹਿੰਦੇ ਵੀ ਟ੍ਰੈਸ਼ ਤੁਰਿਆ ਫਿਰਦਾ, ਕੋਈ ਕਿੱਧਰ ਨੂੰ ਕਿੱਕ ਕਰਦਾ। ਹੁਣ ਆਪਾਂ ਮੰਨ ਕੇ ਚਲੋ ਕੇਨ ਪੀਤਾ, ਹੁਣ ਆਪਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਕਿੱਥੇ ਥਰੋ ਕਰਤਾ। ਹੁਣ ਉਹ ਆਪਣੇ ਪਿੱਛੇ ਤਾਂ ਤੁਰਿਆ ਨਹੀਂ ਫਿਰਦਾ ਹੈਗਾ। ਮੰਨ ਕੇ ਚਲੋ ਅੱਜ ਸਵੇਰੇ ਮੈਂ ਚੰਡੀਗੜ੍ਹ ਜਾ ਕੇ ਆਇਆ, ਮੈਂ ਇੱਕ ਪਾਣੀ ਦੀ ਬੋਤਲ ਲਈ ਸੀ ਉੱਥੇ, ਉਹ ਮੈਂ ਪੀ ਕੇ ਉੱਥੇ ਥਰੋ ਕਰਿਆ, ਮੈਨੂੰ ਨਹੀਂ ਪਤਾ ਮੇਰੀ ਪਾਣੀ ਦੀ ਬੋਤਲ ਕਿੱਥੇ ਗਈ। ਜੇ ਮੈਂ ਉਹਦੇ ਉੱਤੇ ਉਹ ਟੈਗ ਲਾਇਆ ਹੁੰਦਾ, ਮੈਨੂੰ ਪਤਾ ਲੱਗਿਆ ਨਹੀਂ ਵੀ ਅੱਛਾ 3P2 ਜਾ ਰਹੀ ਹੈ ਹਨਾ, ਫਿਰ ਮੈਨੂੰ ਪਤਾ ਲੱਗਦਾ ਵੀ ਕਿੱਧਰ ਨੂੰ ਗਈ ਹੈ। ਚਲੋ ਆ ਜਾਓ ਆਪਾਂ ਆਉਂਦੇ ਆ ਕੁਐਸਚਨ ਤੇ, ਆਉਂਦੇ ਆ ਲੱਭਦੇ ਆ ਕੀ ਲੱਭਦੇਗਾ। ਇਹਨਾਂ ਨੇ ਧਿਆਨ ਨਾਲ ਸੁਣ ਲਓ, ਇੱਕ ਪ੍ਰੋਜੈਕਟ ਤਿਆਰ ਕਰਿਆ, MIT ਨੇ ਤਿਆਰ ਕਰਿਆ, 60 ਪੀਸ ਲਏ ਨੇ, ਪਹਿਲਾਂ ਸਿਆਟਲ 'ਚ ਡਿੱਗੇ ਨੇ, ਫਿਰ ਉਸ ਵਾਰ ਦੁਬਾਰਾ ਇੱਕ ਐਕਸਪੈਰੀਮੈਂਟ ਹੈ, ਉਹ 1000 ਪੀਸ ਦਾ ਨਿਊਯਾਰਕ, ਸਿਆਟਲ ਤੇ ਲੰਡਨ 'ਚ ਹੋਏਗਾ। ਚਲੋ ਆ ਜਾਓ ਆਰਾਮ ਨਾਲ ਇੱਕ ਵਾਰ ਦੇਖੋ, ਤੇ ਮੈਂ ਚੈਟ ਦੇਣਾ ਓਪਨ ਕਰਕੇ, ਤੇ ਤੁਸੀਂ ਇਹਨੂੰ ਇੱਕ ਵਾਰ, ਮੈਂ ਤੁਹਾਨੂੰ ਚੈਟ ਓਪਨ ਕਰਦਾ ਤੇ ਆਰਾਮ ਨਾਲ ਕੋਈ ਵੀ ਕਿਸੇ ਦੀ ਚੈਟ ਨੂੰ ਦੇਖ ਕੇ ਆਨਸਰ ਨਹੀਂ ਲਾਉਣਾ, ਉਹਨੂੰ ਜਿਹੜਾ ਲੱਗ ਰਿਹਾ ਉਹ ਉਹੀ ਲਾਵੇ। ਸਗੋਂ ਗਲਤੀਆਂ ਦਾ ਅਸੀਂ ਕਢਵਾਵਾਂਗੇ ਨਾ, ਅਸੀਂ ਪੇ ਕਰਦਾ, ਤੁਸੀਂ ਪੇ ਕਰਦੇ ਹੋ ਸਾਨੂੰ। ਚਲੋ ਜੀ ਆ ਲਓ, ਮੈਂ ਕਹਿੰਦੀ ਕਹਿਣ ਮਾਣੇ ਦੇ ਚੰਡੀਗੜ੍ਹ ਮੋਹਾਲੀ ਨਾ ਨਾ ਦੱਸ ਹੈਗਾ ਮਾਨ ਸਾਹਿਬ ਕਹਿਣ ਵਾਲੇ ਚਾਹੇ ਹੈਗੇ, ਫਿਰ ਵੀ ਟਾਈਮ ਨਾਲ ਆ ਗਿਆ। ਕੁਛ ਨਹੀਂ ਹੈਗਾ, ਉਹਨੇ ਪੈਸੇ ਨਾ ਕੀ ਕਰਿਆ ਸੀ, ਵੀਜ਼ਾ ਰਿਫਿਊਜ਼ਲ ਆ ਗਿਆ ਸੀਗਾ। ਅਮਨ ਦੇ ਕੋਈ ਬੰਦੇ ਸੀਗੇ, ਉਹਦੇ ਭਾਜੀ ਨੇ ਉੱਥੇ UK ਜਿਹਨਾਂ ਕੋਲ ਉਹ ਹੁੰਦਾ ਮੋਹਨ, ਨਵਨੀਤ ਮੋਹਨ, ਉਹਨਾਂ ਦੇ ਚਲੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਹਾਨੂੰ ਤੁਹਾਡੀ ਸਗੀ ਆਇਲਸ ਸੌਂ ਲੱਗੇ, ਸਗੀ ਆਇਲਸ ਹੁੰਦੀ ਵੀ ਜਿਹੜੀ ਆਪਦੀ ਆਇਲਸ, ਵੀ ਕੋਈ ਕਾਪੀ ਤਾਂ ਨਹੀਂ ਕਰਦਾ, ਪਹਿਲਾਂ ਐਸੋ ਗੱਲ ਸੁਣੋ, ਸਕੋਰ ਨਹੀਂ ਆਉਣਾ, ਗੁਰੂ ਅੱਗੇ ਬਹਿ ਕੇ ਵੀ ਝੂਠ ਬੋਲੀ ਦਾ, ਮੈਂ ਦੱਸਦੀ ਗੱਲ
ਉਹ ਉਮਰ 'ਚ ਅਸੀਂ ਛੋਟੇ ਵੱਡੇ ਹੋਵਾਂਗੇ, ਕੋਈ ਫਰਕ ਨਹੀਂ ਹੈਗਾ। ਪਰ ਮੇਰੇ ਬੱਚੇ ਤੁਸੀਂ ਸਾਰਿਆਂ ਨੇ ਸਹੀ ਆਨਸਰ ਲਾਇਆ, ਐਕੂਰੇਟ ਆਨਸਰ ਵੀ ਬਿਲਕੁਲ 7 ਹੈਗਾ, ਤੇ ਕੋਈ ਚੱਕਰ ਨਹੀਂ। ਜਿਨ੍ਹਾਂ ਬੱਚਿਆਂ ਨੇ ਇੱਥੇ SEVEN 7 ਲਿਖਿਆ ਨਾ, ਕੋਈ ਚੱਕਰ ਨਹੀਂ, ਸਾਨੂੰ ਪਤਾ ਹੈ ਕਿ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਉਹ ਰੋਮਨ 'ਚ ਉਹਨਾਂ ਨੂੰ ਟਾਈਪ ਨਹੀਂ ਕਰਨਾ ਆਉਂਦਾ, ਕੋਈ ਚੱਕਰ ਨਹੀਂ। ਪਰ ਐਗਜ਼ਾਮ ਦੇ ਵਿੱਚ ਰੋਮਨ 'ਚ ਲਿਖ ਕੇ ਆਈ ਹੋ ਤਾਂ ਆਨਸਰ ਸਹੀ ਜਾਊਗਾ, ਅਦਰਵਾਈਜ਼ ਸਹੀ ਨਹੀਂ ਜਾਂਦਾ ਹੈਗਾ। ਹੁਣ ਇਹਦੀ ਥੋੜੀ ਅਸੀਂ ਸੈਟੀਸਫੈਕਸ਼ਨ ਕਰਵਾ ਦੇਣਾ ਤੁਹਾਨੂੰ ਆਨਸਰ ਦੀ, ਪਰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਕੀਤਾ ਹੈਗਾ। ਦੇਖੋ ਆਪਣੇ ਕੋਲੇ ਆਪਾਂ ਇੱਕ ਅਨਸਰਟੇਨਟੀ ਆਫ ਟ੍ਰੈਸ ਡੈਸਟੀਨੇਸ਼ਨ ਕੱਟਦਾ ਸੀਗਾ ਆਪਣਾ, ਹੋਰ ਕਿਹੜਾ ਕੱਟਿਆ ਸੀ ਆਪਾਂ ਨੇ, ਟਿਪੀਕਲ ਹਾਊਸ ਹੋਲਡਰ ਕੱਟਦਾ ਸੀ ਆਪਣੇ, 2 ਗਏ ਸੀ ਆਪਣੇ। ਤੁਸੀਂ ਇਹ ਦੇਖੋ ਕਿ ਬਹੁਤ ਬੱਚਿਆਂ ਨੂੰ ਸ਼ਾਇਦ ਕਿਤੇ ਨਾ ਕਿਤੇ ਨੈਟਵਰਕ ਕਵਰੇਜ ਨਾਲ ਲੱਗਦਾ ਹੋਵੇ, ਪਰ ਨੈਟਵਰਕ ਤੇ ਟੈਲੀਕਮਿਊਨੀਕੇਸ਼ਨ ਨਾ, ਕਿ ਟੈਲੀਕਮਿਊਨੀਕੇਸ਼ਨ ਦੇਖੋ ਟੈਲੀਕਮਿਊਨੀਕੇਸ਼ਨ ਹੁੰਦਾ ਗੱਲਬਾਤ ਹੋਣਾ। ਹੁਣ ਉਹ ਵਿਗਿਆਨੀ ਸੀ ਜਿਹੜੇ ਉਹਨਾਂ ਨੇ ਇਹਨੂੰ ਸਿੜਤਾ, ਹੁਣ ਉਹਨਾਂ ਨੂੰ ਫੋਨ ਕਰਕੇ ਥੋੜੀ ਦੱਸਦਾ ਸੀ ਮੈਂ ਕਿੱਥੇ ਪਹੁੰਚ ਗਿਆ, ਕਮਿਊਨੀਕੇਸ਼ਨ ਨਹੀਂ ਨਾ ਹੋਈ। ਗੌਰ ਨਾਲ ਸੁਣਿਓ, ਟੈਲੀਕਮਿਊਨੀਕੇਸ਼ਨ ਉਹ ਹੁੰਦੀ ਹੈ ਜਦੋਂ ਦੋਨੇ ਪਾਸੋਂ ਗੱਲਬਾਤ ਹੋਵੇ, ਗੱਲਬਾਤ ਹੋਣਾ ਆਪਸ ਦੇ ਵਿੱਚ। ਇਹ ਤਾਂ ਇੱਕ ਪਾਸੋਂ ਪਤਾ ਲੱਗ ਰਿਹਾ ਸੀ, ਕੂੜਾ ਥੋੜੀ ਬੋਲ ਰਿਹਾ ਸੀਗਾ। ਨਾਲੇ ਹਾਲੇ ਤਾਂ ਉਹਨਾਂ ਨੇ ਸੁੱਟਿਆ ਹੀ ਆ, ਉਹਨਾਂ ਨੇ ਤਾਂ ਹਾਲੇ ਚੰਗੀ ਤਰ੍ਹਾਂ ਟਰੈਕ ਵੀ ਨਹੀਂ ਕੀਤਾ, ਸਿਰਫ ਉਹਨਾਂ ਨੇ ਕੂੜਾ ਸੁੱਟ ਦਿੱਤਾ। ਕੋਈ ਮਟੀਰੀਅਲ ਨਹੀਂ ਹੈਗਾ, ਗੱਲ ਖਤਮ ਹੈ। ਕੋਈ ਸਰਾਊਂਡਿੰਗ ਏਰੀਆ ਨਹੀਂ, ਕੋਈ ਡਿਟੇਲ ਆਫ ਹਾਊ ਦਾ ਰਿਸਰਚ ਵਿਲ ਬੀ ਡਨ, ਇਹ ਨਹੀਂ ਦੱਸਿਆ ਕਿ ਰਿਸਰਚ ਕਿਵੇਂ ਹੋਊਗੀ। ਤੁਸੀਂ ਇਹ ਦੇਖੋ, ਇੱਕ ਤਰੀਕਾ ਲੱਭਿਆ ਟ੍ਰੇਸ ਕਰਨ ਦਾ ਕਿ ਰਬਿਸ਼ ਨੂੰ ਹੁੰਦਾ ਕੀ ਹੈ, ਤੇ ਉਹ ਤਰੀਕਾ ਸਾਰਿਆਂ ਨੂੰ ਪਤਾ ਹੈ ਕਿ ਇਲੈਕਟ੍ਰੋਨਿਕ ਟੈਗਡ ਕਰਤਾ ਉਹਨੂੰ, ਇਸ ਤੋਂ ਬਾਅਦ ਹੋਰ ਕੁਝ ਨਹੀਂ ਕਰਿਆ ਹੈਗਾ। ਤੇ ਡਿਟੇਲ ਤਾਂ ਉਦੋਂ ਆਊਗੀ ਜਦੋਂ ਐ ਕਿਹਾ ਗਿਆ ਵੀ ਉਹਦੇ 'ਚ ਆਹ ਚੀਜ਼ ਵੀ ਲਾਈ ਉਹਨਾਂ ਨੇ, ਆਹ ਚੀਜ਼ ਵੀ, ਸਿਮ ਵੀ ਪਾਇਆ, ਬੈਟਰੀ ਵੀ ਪਾਈ, ਸੈਂਸਰ ਵੀ ਲਾਇਆ, ਉਦੋਂ ਡਿਟੇਲ ਹੈ। ਇਹ ਡਿਟੇਲ ਨਹੀਂ ਦੱਸੀ, ਇਹ 'ਚ ਆਪਾਂ ਨੂੰ ਇੱਕ ਤਰੀਕਾ ਦੱਸਦਾ, ਇੱਕ ਵੇ ਦੱਸਦਾ ਕਿ ਰਬਿਸ਼ ਨੂੰ ਕੀ ਹੁੰਦਾ ਹੈ, ਉਹ ਚੀਜ਼ ਨੂੰ ਅਸੀਂ ਟ੍ਰੇਸ ਕਰਾਂਗੇ। ਇਸ ਤੋਂ ਬਾਅਦ ਕੋਈ ਟਾਕ ਨਹੀਂ ਹੈਗੀ। ਹੁਣ ਇਹ ਆਨਸਰ 'ਚ ਕਿਸੇ ਨੂੰ ਕੋਈ ਡਾਊਟ ਹੈ? सर 7th नहीं आ सकता, एक विल बी दी 8 नहीं आ सकता। हाँ 8 नहीं आ सकता, उसका रीजन यही है कि डिटेल च नहीं दसिया गया। उन्होंने इदा नहीं कहा ना भी एवें होगा, उन्होंने तो करता सी वो काम। हाँ ਤੁਸੀਂ ਇਹ ਦੇਖਿਓ, ਜਿਹੜਾ 8th ਹੋਊਗਾ ਨਾ ਉਹ ਤੁਹਾਨੂੰ ਅਲੱਗ ਚਮਕੂਗਾ, ਜਦੋਂ ਪੜੋਗੇ ਨਾ ਤੁਹਾਨੂੰ ਪਤਾ ਲੱਗੂ ਵੀ ਰਮਨ ਸਰ ਡਿਟੇਲ ਤਾਂ ਹੁਣ ਦਸੀਆਂ ਨੇ, ਹਾਲੇ ਉਹ 'ਚ ਤਾਂ ਆਪਾਂ ਨੂੰ ਹੁਣ ਤਾਂ ਕੋਈ ਡਿਟੇਲ, ਆਪਾਂ ਨੂੰ ਤਾਂ ਇਹ ਗਿਆ ਵੀ 60 ਪੀਸ ਲਏ, ਟੈਗ ਕਰਤੇ, ਥਰੋ ਕਰਤੇ, 1000 ਪੀਸ ਲਏ, ਟੈਗ ਕਰਤੇ, ਥਰੋ ਕਰਤੇ, 2 ਮਹੀਨਿਆਂ ਲਈ ਕਰਤੇ, ਗੱਲ ਖਤਮ। ਆਹੀ ਹੈ, ਇਸ ਤੋਂ ਬਾਅਦ ਆਪਣੇ ਨਾਲ ਕੋਈ ਗੱਲ ਨਹੀਂ ਕਰੀ ਨਾ। ਜਦੋਂ ਡਿਟੇਲ ਦੀ ਗੱਲ ਹੋਊਗੀ ਨਾ ਤਾਂ ਤੁਹਾਡੇ ਦਿਮਾਗ 'ਚ ਘੰਟੀ ਵੱਜੂਗੀ, ਤੇ ਰਮਨ ਸ਼ਰਮੇ ਦਾ ਪ੍ਰੋਮਿਸ ਹੈਗਾ ਤੁਹਾਨੂੰ ਆਪ ਨੂੰ ਪਤਾ ਲੱਗੂ ਵੀ ਸਰ ਹੁਣ ਡਿਟੇਲ ਆਈਆਂ ਨੇਗੀਆਂ। ਚਲੋ ਹੁਣ ਆਪਾਂ ਇੱਕ ਵਾਰ ਚੈਟ ਬੰਦ ਕਰਦੇ ਹਾਂ ਤੇ ਪੈਰਾਗ੍ਰਾਫ ਆਪਾਂ ਨੈਕਸਟ ਰੀਡ ਕਰਦੇ ਹਾਂ, ਕਿਉਂਕਿ ਆਪਾਂ ਟਾਈਮ ਨੂੰ ਵੀ ਦੇਖਣਾ ਹੈ ਤੇ ਆਪਾਂ ਆਪ ਸੈਟੀਸਫਾਈ ਹੋ ਕੇ ਵੀ ਪੜ੍ਹਨਾ ਹੈਗਾ, ਕਿਉਂਕਿ ਆਪਣੇ ਕੋਲ ਹੋਰ ਮੋਡਿਊਲਸ ਵੀ ਨੇਗੇ। ਠੀਕ ਹੈ, ਪੈਰਾਗ੍ਰਾਫ ਡੀ ਦੇਖਦੇ ਹਾਂ। ਕਹਿੰਦਾ the experiment is more than just an attempt to satisfy curiosity as to where trash ends up। ਕਹਿੰਦੀ ਐਕਸਪੈਰੀਮੈਂਟ ਕਾਦੇ ਲਈ ਕੀਤਾ ਜਾਂਦਾ, ਮਤਲਬ to satisfy curiosity, ਤਾਂ ਕਿ curiosity ਨੂੰ ਸੈਟੀਸਫਾਈ ਕੀਤਾ ਜਾਵੇ। ਵੀ ਦੇਖੋ ਹੁਣ ਐ ਤਾਂ ਹੈ ਨਹੀਂ ਵੀ ਜੇ ਮਤਲਬ ਵਿਗਿਆਨੀ ਇਹ ਪਤਾ ਕਰ ਲੈਣਗੇ ਵੀ ਉਹ ਕਿੱਥੋਂ ਆਉਂਦਾ ਤਾਂ ਅੰਤਰਿਕਸ਼ ਤੋਂ ਕੁਝ ਉਤਰ ਆਊਗਾ, ਕੁਝ ਨਹੀਂ ਹੋਊਗਾ। ਸਿਰਫ ਕਹਿੰਦੇ ਇੱਕ ਕਿਉਰਿਓਸਿਟੀ ਆ ਪਤਾ ਕਰਨ ਦੀ ਵੀ ਖਤਮ ਕਿੱਥੇ ਹੁੰਦਾ, ਉਹਦੇ ਕਰਕੇ ਐਕਸਪੈਰੀਮੈਂਟ ਕਰ ਰਿਹਾ। ਕਿਉਰਿਓਸਿਟੀ ਹੁੰਦੀ ਹੈ ਕਿ ਅੰਦਰ ਨਾ ਇੱਕ ਮਤਲਬ ਕਿ ਕੁਝ ਹੋਣਾ ਵੀ, ਯਾਰ ਸੈਟੀਸਫੈਕਸ਼ਨ ਮਿਲ ਜਾਣੀ ਵੀ ਸਾਨੂੰ ਪਤਾ ਲੱਗ ਜੇ ਕੂੜਿਆਂ ਤੋਂ ਜਾਣਾ ਕਿੱਥੇ ਹੈ। ਬਸ the idea ਕੀ ਹੈ is to help plan for an ideal world of waste disposal। ਕਹਿੰਦੇ ਹੁਣ ਇਹ ਆਈਡੀਆ ਮਤਲਬ ਇਹ ਕਿੱਥੋਂ ਆਇਆ, ਤਾਂ ਕਿਉਂਕਿ ਨਾ ਕੀ ਚਾਹੁੰਦਾ ਹੈ ਵਰਲਡ ਇਦਾਂ ਦਾ ਹੋਵੇ ਕਿ ਵੇਸਟ ਡਿਸਪੋਜ਼ਲ ਹੋਵੇ। ਹੁਣ ਦੇਖੋ ਸਾਰੇ ਦੇਸ਼ ਵਿੱਚ ਪੋਲਿਊਸ਼ਨ ਕਿਉਂ, ਕਿਉਂਕਿ ਕੀ ਆ ਕਈ ਚੀਜ਼ਾਂ ਨੇ ਵੇਸਟ, ਜਿਵੇਂ ਪੋਲੀਥੀਨ ਹੋ ਗਿਆ, ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਡਿਸਪੋਜ਼ ਨਹੀਂ ਹੁੰਦੀਆਂ। ਕਹਿੰਦੇ ਹੁਣ ਇਹ ਆਈਡੀਆ ਕਾਦੇ ਵਾਸਤੇ, ਤਾਂ ਕਿ ਸਾਰੇ ਦਾ ਸਾਰਾ ਵੇਸਟ ਡਿਸਪੋਜ਼ ਹੋਵੇ ਤੇ ਇੱਕ ਆਈਡੀਅਲ ਵਰਲਡ ਬਣੇ। ਆਈਡੀਅਲ ਵਰਲਡ ਹੁੰਦਾ ਵਾ ਜਿਹਦੇ ਚ ਕੋਈ ਵੀ ਗੰਦੇ ਪਦਾਰਥ ਨਾ ਹੋਣ, ਕੋਈ ਪੋਲਿਊਸ਼ਨ ਨਾ ਹੋਵੇ, ਕੁਝ ਨਾ ਹੋਵੇ, ਇੱਕ ਆਈਡੀਅਲ ਵੇਸਟਲੈਸ ਦੁਨੀਆ ਬਣਾਉਣਾ ਚਾਹੁੰਦੇ ਆ। where nearly everything gets recycled
ਜਿੱਥੇ ਕੀ ਹਰ ਚੀਜ਼ ਆਈਡੀਅਲ ਵਰਲਡ ਤਾਂ ਹੀ ਬਣੂਗਾ ਜਿੱਥੇ ਹਰ ਚੀਜ਼ ਕੀ ਹੋਵੇ ਰੀਸਾਈਕਲ ਹੋਵੇ ਔਰ ਰੀਯੂਜ਼ਡ ਤੇ ਦੁਬਾਰਾ ਯੂਜ਼ ਹੋਵੇ ਔਰ ਲਿਖੇ ਨਾ ਰੀਸਾਈਕਲ ਤੇ ਰੀਯੂਜ਼ ਬਿਲਕੁਲ ਸੇਮ ਹੋ ਗਿਆ ਐਂਡ ਮਟੀਰੀਅਲਸ ਆਰ ਨਾਟ ਸੈਂਟ ਟੂ ਲੈਂਡਫਿਲ ਫਾਸਟਰ ਤੇ ਇਦਾਂ ਨਾ ਹੋਵੇ ਵੀ ਜਿਹੜੀ ਚੀਜ਼ ਆਈ ਲੈਂਡਫਿਲ ਚ ਸੁੱਟਤੀ ਐਵੇਂ ਨਾ ਹੋਵੇ ਚੀਜ਼ਾਂ ਦੁਬਾਰਾ ਯੂਜ਼ ਹੋਣ then the planet is able to produce them ਫਿਰ ਹੋਊਗਾ ਜਿਹੜਾ ਇਹ ਬ੍ਰਹਿਮੰਡ ਆਪਣਾ ਪਲੈਨਟ ਆ ਜਿਹੜਾ ਆਪਣੀ ਧਰਤੀ ਆ ਫਿਰ ਉਹ ਆਪਣੇ ਆਪ ਲਈ ਕੁਛ ਨਾ ਕੁਛ ਕਰ ਸਕਦੀ ਆ ਮਤਲਬ ਮੁੱਖ ਦੀ ਗੱਲ ਇਹ ਕਹਿੰਦੇ ਨੇ ਵੀ ਸਾਨੂੰ ਇੱਕ ਤਾਂ ਕਿਉਰਿਓਸਿਟੀ ਹੈ ਪਤਾ ਲੱਗੇ ਵੀ ਸਾਡਾ ਕੂੜਾ ਜਾਂਦਾ ਕਿੱਥੇ ਹੈ ਇਹ ਅਸੀਂ ਸੋਚਦੇ ਤਾਂ ਆਂਗੇ ਵੀ ਜਿਹੜਾ ਟਰੈਸ਼ ਹੈ ਨਾ ਹੁਣ ਮੁੱਖ ਦੀ ਗੱਲ ਦੇਖੋ ਆ ਸਾਡੀ ਪਾਣੀ ਦੀ ਬੋਤਲ ਹੈ ਮੰਨ ਕੇ ਚੱਲੋ ਹੁਣ ਇਹ ਚ ਅਸੀਂ ਪਾਣੀ ਪੀਵਾਂਗੇ ਪੀ ਲਿਆ ਖਤਮ ਹੋ ਗਿਆ ਇਹਨੂੰ ਫੇਰ ਫਿਲ ਕਰ ਲਿਆ ਫੇਰ ਪੀ ਲਿਆ ਇਹਨੂੰ ਫੇਰ ਫਿਲ ਕਰ ਲਿਆ ਹੁਣ ਕਈ ਲੋਕ ਐਵੇਂ ਦੇ ਹੁੰਦੇ ਆ ਜਿਹੜੇ ਕੀ ਕਰਦੇ ਆ ਪਾਣੀ ਦੀ ਇੱਕ ਪਲਾਸਟਿਕ ਦੀ ਬੋਤਲ ਲਈ ਪੀਤੀ ਥਰੋ ਕਰਤੀ ਨਵੀਂ ਲੈ ਲਈ 20 ਰੁਪਏ ਦੀ ਫਿਰ ਪੀਤੀ ਫਿਰ ਥਰੋ ਕਰਤੀ ਉਹ ਮੰਨ ਕੇ ਚਲੋ ਕਿੰਨੀਆਂ ਬੋਟਲਸ ਥਰੋ ਕਰਦੇ ਨੇ ਉਹ ਜਾਂਦੀਆਂ ਕਿੱਥੇ ਨੇ ਉਹ ਕਿਤੇ ਨਾ ਕਿਤੇ ਧਰਤੀ ਚੋਰਾਂ ਪਰਾਂ ਦਬੀ ਜਾਂਦੀਆਂ ਨੇਗੀਆਂ ਤਾਂ ਉਹ ਕਹਿੰਦਾ ਵੀ ਸਾਡਾ ਮੇਨ ਮਕਸਦ ਇਹ ਹੈਗਾ ਵੀ ਦੁਨੀਆ ਦੇ ਉੱਤੇ ਜਿਹੜੀਆਂ ਚੀਜ਼ਾਂ ਬਾਰ-ਬਾਰ ਯੂਜ਼ ਹੋਣ ਰੀਯੂਜ਼ ਹੋਵੇ ਉਹਨਾਂ ਦਾ ਰੀਸਾਈਕਲ ਹੋਵੇ ਉਹਨਾਂ ਦਾ ਬਹੁਤ ਲੋਕ ਬਾਜ਼ਾਰ ਜਾਂਦੇ ਨੇ ਸਬਜ਼ੀ ਲੈਣ ਦੇ ਲਈ ਇੱਕ ਵਾਰ ਪੋਲੀਥੀਨ ਲਿਆਤਾ ਉਹਨੂੰ ਥਰੋ ਕਰਤਾ ਤੁਹਾਨੂੰ ਪਤਾ ਹੈ ਪੋਲੀਥੀਨ ਕਦੇ ਗਲਦਾ ਨਹੀਂ ਹੁੰਦਾ ਡੀਬਾਇਓਗ੍ਰੇਡੇਬਲ ਨਹੀਂ ਹੁੰਦਾ ਇਹ ਨਾ ਇਹ ਸੀਵਰੇਜ 'ਚ ਜਾਂਦਾ ਚੋਕ ਕਰ ਦਿੰਦਾ ਉਹਨੂੰ ਬੰਦ ਕਰ ਦਿੰਦਾ ਪਰ ਬਹੁਤ ਸਿਆਣੇ ਤੇ ਪੜ੍ਹੇ ਲੋਕ ਹੈ ਜੇ ਨੇ ਵੀ ਉਹ ਉੱਥੇ ਪੋਲੀਥੀਨ ਨਹੀਂ ਲੈ ਕੇ ਜਾਂਦੇ ਉਹ ਆਪਣੇ ਘਰੋਂ ਥੈਲਾ ਲੈ ਕੇ ਜਾਂਦੇ ਨੇ ਉਹਦਾ ਕੱਪੜੇ ਦਾ ਬਾਰ-ਬਾਰ ਉਹਨੂੰ ਯੂਜ਼ ਕਰਦੇ ਨੇ ਇਹ ਕਹਿੰਦਾ ਵੀ ਅਸੀਂ ਇਸ ਦੁਨੀਆ ਨੂੰ ਵਧੀਆ ਬਣਾਉਣਾ ਹੈਗਾ ਤਾਂ ਉਹਦੇ ਲਈ ਸਾਨੂੰ ਆਪਣੀਆਂ ਹੈਬਿਟਸ ਨੇ ਜਿਹੜੀਆਂ ਬਦਲਣੀਆਂ ਪੈਣਗੀਆਂ ਇਹ ਨਾ ਹੋਵੇ ਕੋਈ ਵੀ ਚੀਜ਼ ਹੈ ਜਿਹੜੀ ਇੱਕ ਵਾਰ ਵਰਤੋ ਨਾਲ ਦੀ ਨਾਲ ਤੁਸੀਂ ਉਹਨੂੰ ਲੈਂਡਫਿਲ ਕਰ ਦਿਓ ਮਤਲਬ ਕਿ ਲੈਂਡਫਿਲ ਹੋ ਗਿਆ ਕਿ ਧਰਤੀ 'ਚ ਦੱਬੀ ਚਲੋ ਫਿਰ ਐਵੇਂ ਵਧੀਆ ਦੁਨੀਆ ਨਹੀਂ ਬਣੀ ਆਈਡੀਅਲ ਵਰਲਡ ਨਹੀਂ ਬਣਨਾ ਅਸੀਂ ਤਾਂ ਇਹਦਾ ਇੱਕ ਭਾਲਦੇ ਹਾਂ ਵੀ ਇਹਦਾ ਸਹੀ ਤਰੀਕਾ ਕੀ ਨਿਕਲੇ ਵੀ ਸਾਡੀ ਦੁਨੀਆ ਸਾਫ਼ ਸੁਥਰੀ ਬਣ ਜੇ ਲਓ ਜੀ ਚੈਟ ਓਪਨ ਹੈ ਤੇ ਆਜੋ ਤੁਹਾਨੂੰ ਦਿੰਦਾ ਹੈਡਿੰਗ ਉਹ ਬਣਾ ਰਿਹਾ ਗੱਲ ਸੁਣੋ ਦੋ ਤਰੀਕੇ ਦੇ ਆਨਸਰ ਆਏ ਨੇ ਮੇਰੇ ਕੋਲੇ ਇੱਕ ਆਇਆ ਮੇਰੇ ਕੋਲੇ ਆਨਸਰ ਨੰਬਰ ਜ਼ਿਆਦੇ ਇੱਕ ਨੇ ਤਾਂ ਭਗਤ ਨੇ 2 ਨੰਬਰ ਲਾਇਆ ਉਹ ਪਰਮਾਤਮਾ ਉਹ ਨਹੀਂ ਆਂਦਾ ਹੈਗਾ ਉਹ ਨੇੜੇ ਤੇੜੇ ਨਹੀਂ ਹੈਗਾ ਚੇਂਜ ਇਨ ਪਬਲਿਕ ਐਟੀਟਿਊਡ ਨਾ ਕੋਈ ਪਬਲਿਕ ਦੀ ਗੱਲ ਨਾ ਕੋਈ ਐਟੀਟਿਊਡ ਦੀ ਗੱਲ ਜਮਾ ਵੀ ਨਹੀਂ ਹੈਗਾ ਉਹ ਕਹਿੰਦੇ ਸੀ ਅਸੀਂ ਬਣਾਉਣਾ ਚਾਹੁੰਦੇ ਉਹ ਐਂ ਤਾਂ ਨਹੀਂ ਸੁਜੈਸ਼ਨ ਕਰ ਰਹੇ ਵੀ ਅਸੀਂ ਲੋਕਾਂ ਦੇ ਮਨਾਂ ਨੂੰ ਬਦਲਣਾ ਚਾਹੁੰਦੇ ਆ ਇਹ ਟਾਕ ਨਹੀਂ ਨਾ ਹੋਈ ਉਹ ਲੋਕਾਂ ਨੂੰ ਨਹੀਂ ਚਾਹੁੰਦੇ ਉਹ ਤਾਂ ਆਪਦੇ ਲਈ ਸੋਚ ਰਹੇ ਆ ਵੀ ਅਸੀਂ ਕਿਵੇਂ ਆਈਡੀਅਲ ਵਰਲਡ ਬਣਾਈਏ मैं म्यूट का हटा रहे हैं पर मैं जिन्हों कहूंगा वही हटाऊंगा हितेश बात करो मेरे से हाँ जी सर 8th क्यों डार्लिंग सर उसमें सर मतलब कि बताया कि इन्फॉर्मेशन पूरी मतलब कि इन्फॉर्मेशन के बारे में बताया हुआ है ना कौन सी इन्फॉर्मेशन बताई सर जो साइंटिस्ट वो बता रहे थे उन्होंने इम्प्लीमेंट नहीं किया सर वो सिर्फ बता रहे थे तो मुझे लगा साइंटिस्ट ने बस इतना बताया गौर से सुनो मेरी बात कि हमने एक ऐसी दुनिया सृजनी है ऐसी दुनिया बनानी है यहाँ पे हर चीज रिसाइकल हो और रीयूज हो बस यही है ना हाँ जी सर डिटेल नहीं है डिटेल नहीं है और जो 6th कहते हैं 6th वाला कोई भाई कोई भी 6th वाला बात सुनो एक्यूरेट आंसर इसका 5 है 5 बताता हूं कैसे है सुनो
एक भी बच्चा सिलेक्शन ऑफ रिसाइकलिंग सेंटर, चैट ओपन है, आप मेरे को ये बताओ कि रिसाइकलिंग सेंटर की एक जगह पर भी बात हुई हो भी यहाँ जाके रिसाइकल होएगा, सेंटर की तो कोई बात नहीं हुई कि कहाँ होना है। और रिसाइकलिंग सेंटर्स है, सेंटर्स, बताओ कहां पे? जिन्होंने 6 नंबर लिखा है कुछ तो सोच के लिखा होगा ना, कहां पे रिसाइकलिंग सेंटर्स की बात होगी? एक जगह भी नहीं है, एक जगह भी। मतलब ये मतलब भी नहीं बनता कि आप कंफ्यूज हो जाओ उसमें। और अब मैं बताता हूं आपको आंसर नंबर 5 क्यों है। 5 इसलिए है बच्चे, गौर से सुनना मेरी बात, इसमें ये बोल रहा है कि फॉर्मुलेटिंग द अल्टीमेट रबिश सॉल्यूशन। फॉर्मुलेटिंग क्या होता है? फॉर्मुलेटिंग की ਹੁੰਦਾ है? किसे एनीवन नोस फॉर्मुलेटिंग किनु कहने ने? दूसरी क्लास है ना। एक फार्मूला मतलब कि ਉਹ फॉर्मेशन, फॉर्मुलेटिंग मींस की हो गया फॉर्मेशन। ਉਹ फॉर्मेशन करना ਚਾਹੁੰਦੇ ਆ, ਰਬਿਸ਼ ਦੀ ਸੋਲੂਸ਼ਨ ਲੱਭਣਾ ਚਾਹੁੰਦੇ ਆ। ਉਹਨਾਂ ਦਾ ਮਨ ਕੀ ਆ ਕਿ ਅਸੀਂ ਇੱਕ ਆਈਡੀਅਲ ਵਰਡ ਬਣਾਈਏ, ਕਿਵੇਂ ਅਸੀਂ ਰਬਿਸ਼ ਦਾ ਸੋਲੂਸ਼ਨ ਕਰੀਏ, ਕਿਵੇਂ ਕਿ ਜਾਂ ਤਾਂ ਰਬਿਸ਼ ਰੀਸਾਈਕਲ ਹੋਵੇ, ਰੀਯੂਜ਼ ਹੋਵੇ, ਹੈ ਨਾ, ਪਰ ਉਹ ਡੰਪ ਨਾ ਹੋਵੇ। ਉਹ ਰੀਸਾਈਕਲ ਤੇ ਰੀਯੂਜ਼ ਕਰਨਾ ਚਾਹੁੰਦੇ ਆ, ਤਾਂ ਕਰਕੇ ਹੋ ਗਿਆ ਫਾਰਮੂਲੇਸ਼ਨ ਆਫ ਅਲਟੀਮੇਟ ਰਬਿਸ਼ ਸੋਲੂਸ਼ਨ। ਤੁਹਾਡੇ ਜੋ ਸਾਰਿਆਂ ਨੂੰ ਪਤਾ ਹੋਊਗਾ, ਤੁਸੀਂ ਕੋਈ ਨਵਾਂ ਪਲਾਟ ਖਰੀਦਿਆ ਹੋਵੇ ਕਦੇ ਜ਼ਿੰਦਗੀ 'ਚ, ਜੇ ਪਲਾਟ ਨਹੀਂ ਖਰੀਦਿਆ ਮੰਨ ਕੇ ਚੱਲੋ, ਕੋਈ ਬੱਚੇ ਜਿਹੜੇ ਕ੍ਰਿਕਟ ਖੇਡਦੇ ਆ ਮੁੰਡੇ, ਹਨਾ, ਉਹਨਾਂ ਨੂੰ ਪਤਾ ਉਹ ਗਰਾਊਂਡ 'ਚ ਫਿਰਦੇ ਹੁੰਦੇ ਆ, ਜਾਂ ਕੋਈ ਵੀ ਗੇਮ ਖੇਡਦੇ ਗਰਾਊਂਡ 'ਚ, ਆਪਾਂ ਨਾ ਬੈਠੇ ਬੈਠੇ ਨਾ ਕੀ ਕਰਦੇ ਹੁੰਦੇ ਆ, ਧਰਤੀ 'ਚੋਂ ਲਿਫਾਫੇ ਨਿਕਲਦੇ ਹੁੰਦੇ, ਆਪਾਂ ਬੈਠੇ ਬੈਠੇ ਕੱਢਦੇ ਹੁੰਦੇ ਆ। ਉਹ ਲਿਫਾਫੇ ਕਿਸੇ ਨੇ ਵਿੱਚ ਥੋੜੀ ਨਾ ਪਾਏ ਨੇ, ਉਹ ਕੋਈ ਉੱਡ ਕੇ ਕਿਤੋਂ ਆ ਗਿਆ, ਕੋਈ ਕਿਤੋਂ ਆ ਗਿਆ, ਧਰਤੀ 'ਚ ਦੱਬ ਗਏ ਤੇ ਉਹ ਕਦੇ ਖਰਾਬ ਨਹੀਂ ਹੋਏ, ਉਹ ਇੰਨੇ ਹੀ ਰਹਿ ਗਏ। ਮਤਲਬ ਕਿਉਂਕਿ ਕਿ ਆਪਾਂ ਲੋਕਾਂ ਨੇ ਧਰਤੀ ਖਰਾਬ ਕਰੀ ਹੈ, ਇਹ ਗੱਲ ਮੰਨੋ ਤੁਸੀਂ, ਇਹ ਰਿਐਲਿਟੀ ਹੈ, ਆਪਾਂ ਖਰਾਬ ਕਰੀ ਹੈ, ਹੋਰ ਕੁਝ ਨਹੀਂ ਹੈਗਾ। ਇਹ ਕਹਿੰਦੇ ਅਸੀਂ ਸੋਲੂਸ਼ਨ ਲੱਭਣਾ ਹੈ ਕਿ ਜਿੱਥੇ ਹਰ ਚੀਜ਼ ਰੀਸਾਈਕਲ ਹੋਵੇ ਤੇ ਰੀਯੂਜ਼ ਹੋਵੇ। ਚਲੋ ਜੀ, ਚੈਟ ਕਰੀ ਬੰਦ, ਆ ਜਾਓ ਨੈਕਸਟ ਕੁਐਸਚਨ ਤੇ। ਮੇਰੀ ਚਾਹ ਕਰਨੀ ਤੇਜ਼ ਪੱਤੀ ਵਧੀਆ, ਇੱਕ ਪੈਰਾ ਮੈਂ ਪੜਾਉਣਾ ਤੋਂ ਬਣਾ। ਕਹਿੰਦਾ ਐਟ ਪ੍ਰੈਜ਼ੈਂਟ, ਹੁਣ ਦੀ ਗੱਲ ਕਰ ਰਹੇ ਹਾਂ, ਕਹਿੰਦਾ ਗੌਰ ਨਾਲ ਸੁਣਿਓ, ਇੱਕ ਇੱਕ ਅੱਖਰ ਕਲੀਅਰ ਕਰੂੰਗਾ, ਪਲੀਜ਼ ਗਲਤ ਤਰੀਕੇ ਨਾਲ ਨਾ ਸੋਚ ਕੇ ਲਾਈਓ, ਠੀਕ ਆ। ਐਟ ਪ੍ਰੈਜ਼ੈਂਟ ਦਾ ਆਈਡੀਅਲ ਵਰਡ ਇਜ਼ ਅ ਡਿਸਟੈਂਟ ਡ੍ਰੀਮ ਓਨਲੀ। ਕਹਿੰਦਾ ਇਸ ਟਾਈਮ ਤਾਂ ਜੇ ਸੋਚਦੇ ਵੀ ਆਈਡੀਅਲ ਵਰਡ ਬਣ ਜਾਊਗਾ, ਇਹ ਤਾਂ ਭਰਾਵਾ ਕੱਲਾ ਸੁਪਨਾ ਹੀ ਹੈ, ਕਿਉਂਕਿ ਸਾਰੇ ਫੋਲੋ ਨਹੀਂ ਕਰਦੇ ਨਾ ਇਹ ਚੀਜ਼ ਨੂੰ। ਕਹਿੰਦਾ ਪਾਰਟ ਆਫ ਦਾ ਪ੍ਰੋਬਲਮ ਇਜ਼ ਦੈਟ we do not know what we are dealing with। ਕਹਿੰਦਾ ਅਸਲ ਦੇ ਵਿੱਚ ਪ੍ਰੋਬਲਮ ਤਾਂ ਇਹ ਹੈ ਕਿ ਸਾਨੂੰ ਤਾਂ ਆਪ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿਹੜੀ ਚੀਜ਼ ਨਾਲ ਡੀਲ ਕਰ ਰਹੇ ਹਾਂ, ਸਾਨੂੰ ਤਾਂ ਕੂੜਿਆਂ ਦਾ ਫਰਕ ਹੀ ਨਹੀਂ ਪਤਾ ਲੱਗਦਾ। ਕਿਉਂਕਿ ਬਹੁਤ ਲੋਕ ਕਹਿੰਦੇ ਨਾ ਵੀ 2-3 ਡਸਟਬਿਨ ਹੋਣੇ ਚਾਹੀਦੇ, ਗਿੱਲੇ ਕੂੜੇ ਦਾ ਅੱਡ ਹੋਵੇ, ਸੁੱਕੇ ਕੂੜੇ ਦਾ ਅੱਡ ਹੋਵੇ। ਆਪਣੀਆਂ ਮੰਮੀਆਂ ਬੜੀਆਂ ਘੈਂਟ ਨੇ, ਉਹ ਇੱਕੋ 'ਚ ਸਾਰਾ ਕੁਝ ਰਾੜੀ ਜਾਂਦੇ, ਭਾਵੇਂ ਗਿੱਲਾ ਭਾਵੇਂ ਸੁੱਕਾ। ਕਹਿੰਦਾ ਸਾਨੂੰ ਤਾਂ ਇਹੀ ਨਹੀਂ ਪਤਾ ਲੱਗਦਾ ਅਸੀਂ ਡੀਲ ਕਿਹਦੇ ਨਾਲ ਕਰ ਰਹੇ ਹਾਂ, ਸਾਨੂੰ ਤਾਂ ਕੂੜੇ ਬਾਰੇ ਨੌਲੇਜ ਹੀ ਨਹੀਂ ਹੈਗੀ। ਕਹਿੰਦਾ while a lot of effort has gone into creating green supply chains, ਬਹੁਤ ਸਾਰੇ ਐਫਰਟ ਕਰੇ ਗਏ ਗ੍ਰੀਨ ਸਪਲਾਈ ਚੇਨ ਦੇ ਲਈ, to bring products to customer, ਲੋਕਾਂ ਤੱਕ ਪ੍ਰੋਡਕਟ ਭੇਜਣ ਦੇ ਲਈ। almost nothing is known about what happens to the waste, ਕੁਝ ਵੀ ਨਹੀਂ ਪਤਾ ਕਿ ਵੇਸਟ ਦਾ ਕੀ ਹੁੰਦਾ ਹੈ। this waste is monitored of course but only to see how many tons of different kind of garbage arrive at sorting center। sorting center ਦੇ ਵਿੱਚ ਉੱਥੇ ਸੈਂਟਰਸ ਹੈ, ਸੈਂਟਰਸ, ਉਰੇ ਸੈਂਟਰ ਹੈ, ਇੱਕ ਅੱਖਰ ਨੂੰ ਦੇਖ ਕੇ ਦਿਲਸੀ ਹੋਣਾ। ਕਹਿੰਦਾ ਅਸੀਂ ਮੋਨੀਟਰ ਕਰ ਰਹੇ ਹਾਂ ਵੀ ਕਿੰਨੇ, how, ਕਹਿੰਦਾ but only to see how many tons of different kind of garbage arrive to sorting center, ਕਿੰਨੇ ਟਨ ਕੂੜਾ ਆਉਂਦਾ ਹੈ ਸੈਂਟਰ ਦੇ ਵਿੱਚ, ਲੈਂਡਫਿਲ ਔਰ ਇਨਸਿਨੇਟਰ ਦੱਬਿਆ ਜਾਂਦਾ ਹੈ ਜਾਂ ਕੀ ਹੁੰਦਾ ਹੈ, ਐਂਡ ਹਾਊ ਮੈਨੀ ਲੀਵ, ਕਿੱਥੇ ਅਹੀਂ ਖੁੱਲਾ ਰਹਿੰਦਾ ਹੈ। these are counted as electronic or household waste, the mass is measured but not in terms of the content। ਇਹ ਕੋਈ ਨਹੀਂ ਮਾਇਨੇ ਕਰਿਆ ਜਾਂਦਾ ਵੀ ਕਿਹੜੀ ਤਰ੍ਹਾਂ ਦਾ ਕੂੜਾ ਆਇਆ ਹੈ, ਬਸ ਇਹ ਮਾਇਨੇ ਕਰਿਆ ਜਾਂਦਾ ਕਿ ਲੋਕਾਂ ਨੇ ਕਿੰਨੇ ਟਨ ਕੂੜਾ ਥਰੋ ਕਰਤਾ। ਸਾਰਾ ਪੈਰਾ ਆਪਾਂ ਨੂੰ ਇੱਕ ਗੱਲ ਸੁਣੋ, ਸ਼ੁਰੂ ਚ ਉਹਨੇ ਇੱਕ ਗੱਲ ਕਹੀ
कि एक सुपना हैगा जिहड़ा आपां वर्ल्ड सोच रहे हैं। अगली लाइन च कहा ਸਾਨੂੰ ਤਾਂ ਇਹੀ नहीं पता कि ਅਸੀਂ ਕਿਹੜੇ कूड़े नाल डील करते हैं। ग्रीन सप्लाई चेन बनाई कि लोगों तक प्रोडक्ट भेजे जान, कोई वेस्ट ना होवे। ते दूजी गल ਇਹ देखा जाए भी सॉर्टिंग सेंटर ਦੇ ਵਿੱਚ किन्ने टन कूड़ा आया। आ जाओ इधर आराम नाल देखिए, थोड़ा जिहा डिफिकल्ट आंसर पता लग जाऊगा। आराम नाल देख लो, एक बार मैं चैट करदा। सानू यही नहीं पता कि कूड़े च आउंदा की है, चीज की है कूड़े च। आ जाओ देखा की लिखा। 50 बच्चों ने आंसर दिता है। Let me see. Very good, very good. 50. I really appreciate you. The accurate answer one है a lack of information about what is in trash. ओच की क्या सी? We do not know what we are dealing with. ਸਾਨੂੰ ਤਾਂ ਐਂ ਨਹੀਂ ਪਤਾ ਸੀ ਡੀਲ ਕਾਦੇ ਨਾਲ ਕਰ ਰਹੇ ਆ। ਤੇ ਇੱਧਰ ਕੀ ਕਹਿ ਰਿਹਾ ਸੀਗਾ ਕਿ ਸਾਨੂੰ ਇਨਫੋਰਮੇਸ਼ਨ ਹੀ ਨਹੀਂ ਹੈਗੀ ਕਿ ਕੂੜੇ ਦੇ ਵਿੱਚ ਹੈਗਾ ਕੀ ਚੀਜ਼ ਹੈ। ਸੋ ਐਕੂਰੇਟ ਬਿਲਕੁਲ ਡਨ ਕੀਤਾ ਤੁਹਾਨੇ। ਆਨਸਰ ਹੈ ਜਿਹੜਾ ਉਹ 1 ਹੈ। ਹੁਣ ਅਗਲਾ ਹੁਣ ਇੱਕ ਕਾਈਂਡਲੀ ਕੰਮ ਕਰਾਂਗੇ। मैं चैट हुण बंद नहीं करता इस पैरे ना वो पुजारी बेलपुरी पुजारी मैं चैट बंद नहीं करता। पैरा पढ़ाना शुरू करूंगा। सारे जने चैट कनी ध्यान ना देइयो, थोनू कोई मतलब नहीं है कि एक क्वेश्चन करके देखते हैं। मैं पढ़ाऊंगा। कई बार की हुंदा है कि पढ़ते पढ़ते 2 लाइना या 3 लाइना 4 लाइना भावें सारा पैरा तुसी ये देखो कि थोनू आंसर जिहड़ा हिट करया। जे थोनू पहला आंसर हिट करया यू आर सपोज टू टेक्स्ट इमीडिएटली, पर सोच के करियो। समझ रहे हो मेरी गल मैं की कर रहा। मैं ये भी देख क्योंकि तुहाडी लिस्ट ऑफ हेडिंग दा तुहाडे माइंड 'च बैठ गए भी किहड़े जे ने। हुण आपां पैराग्राफ पढ़ांगे। जे तुहानू आंसर पहला लभदा दिखिया तुसीं मैसेज 'च नाल दी नाल डेग दिओ, ये डन है। करा स्टार्ट पैरा। बोर तो नहीं हो रहे? होई चलो मैं ही पढ़ाऊंगा। जे तुसीं कहने मैं बोर हो रहा बाय गॉड मैं मैथड जमी नहीं बोलना सीगा। चलो आ जाओ। पैराग्राफ देख रहे हैं आप अपना एफ, बड़ा इंटरेस्टिंग है ते देख लियो। In terms of environmental impact, it is the content, not the number of tons. ये कोई मायने नहीं करता कि कितने number of tons that matter. Content matter करता है भी केड़ी तरह दा कूड़ा, कितना कूड़ा ये मायने नहीं करता। Within the harmless sounding category of household waste, है ना? Within the harmless sounding category of household waste. For example, ਕਹਿੰਦੇ ਕਿ ਮਤਲਬ ਸਟਾਰਟਿੰਗ ਤੋਂ ਉਹਨਾਂ ਨੇ ਕੀ ਕਿਹਾ এনवायरमेंटल ਇੰਪੈਕਟ ਹੁੰਦਾ ਵਾ। एनवायरमेंटल इंपैक्ट ਦੀ ਗੱਲ ਕਰ ਰਹੇ ਆ। ਇਟ ਇਜ਼ ਦਾ ਕੰਟੈਂਟ ਨॉट ਦੀ ਨੰਬਰ ਆਫ ਟਨਸ। ਆਪਾਂ ਇਹ ਕੰਟੈਂਟ ਮੈਟਰ ਕਰਦਾ ਹੈ। ਠੀਕ ਹੈ ਵੀ ਕੰਟੈਂਟ ਮੈਟਰ ਕਰਦਾ ਵੀ ਉਹਦੇ ਵਿੱਚ ਹੈਗਾ ਕੀ ਆ, ਹਨਾ। ਇੰਪੋਰਟੈਂਟ ਨਹੀਂ ਮੈਟਰ ਕਰਦੇ। ਹਾਂ ਵੀ ਕਿੰਨੇ ਟਨ ਕੂੜਾ ਉਹ ਇੰਪੋਰਟੈਂਟ ਨਹੀਂ ਹੈ, ਪਰ ਉਹ ਕੂੜਾ ਕਾਹਦਾ ਹੈ ਦੈਟ ਇਜ਼ ਮੋਰ ਇੰਪੋਰਟੈਂਟ, ਹਨਾ। ਕਿ ਕਹਿੰਦੇ ਜੇ ਆਪਾਂ ਕੁਝ ਹਾਊਸ ਹੋਲਡ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹਾਰਮਲੈਸ ਸਾਊਂਡ ਮਤਲਬ ਹਾਰਮਲੈਸ ਹੁੰਦੀਆਂ ਨੇ, ਹਾਰਮਲੈਸ ਕੈਟਾਗਰੀ ਚ ਆਉਂਦੀਆਂ ਨੇ, ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਜਾਂ ਫਿਰ ਆਪਾਂ ਦੇਖ ਸਕਦੇ ਕਿਹੜੀ ਚੀਜ਼ਾਂ ਘਰਾਂ ਚ ਹੁੰਦੀਆਂ ਨੇ। ਫॉर एग्जांपल ਕਹਿੰਦਾ ਲਾਈਜ਼ एवरीथिंग फ्रॉम कैरेट पीलिंग्स टू यूज्ड बेबी नैपीज। ਆਪਾਂ ਕਹਿੰਦੇ ਕੀ ਹੁੰਦਾ, ਕਹਿੰਦੇ ਫॉर एग्जांपल ਦੇਖੋ ਆਪਾਂ ਕੀ ਆ ਕੈਰਟ ਪੀਲ ਕਰਕੇ ਉਹਦੇ ਛਿਲਕੇ
ਤੇ ਜਿਹੜੇ ਬੇਬੀ ਦੇ ਨੈਪੀਜ਼ ਹੁੰਦੇ ਆ ਹਨਾ, ਉਹਦੇ ਡਾਈਪਰਸ ਹੁੰਦੇ ਆ ਉਹ, and low energy light bulbs containing mercury, ਤੇ ਲੋ ਮਤਲਬ ਲਾਈਟ ਦੇ ਬਲਬ ਜਿਨ੍ਹਾਂ ਵਿੱਚ ਮਰਕਰੀ ਹੁੰਦਾ ਉਹ ਵੀ ਵਿੱਚ ਹੀ, or old electrical appliances ਤੇ ਜਿਹੜੇ ਪੁਰਾਣੇ ਇਲੈਕਟ੍ਰੀਕਲ ਚੀਜ਼ਾਂ ਨੇ ਉਹ ਵੀ ਵਿੱਚ ਹੀ। ਮਤਲਬ ਉਹ ਕਹਿੰਦਾ ਕਿ ਸਾਡੇ ਘਰਾਂ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਹੁੰਦੀਆਂ ਨੇ, ਵਿੱਚ ਹੀ ਕੈਰਟ ਦੀ ਪੀਲਿੰਗ ਆ, ਵਿੱਚ ਹੀ ਗਾਜਰ ਨੂੰ ਛਿੱਲਣ ਨੂੰ ਕੈਰਟ ਪੀਲਿੰਗ ਕਹਿੰਦੇ ਆ, ਠੀਕ ਹੈ। ਸੋ ਛਿੱਲਣਾ, ਪੀਲ ਹੁੰਦਾ ਛਿੱਲਣਾ, ਵਿੱਚ ਹੀ ਸਾਡੇ ਬੇਬੀ ਦੇ ਨੈਪੀਜ਼ ਨੇ, ਵਿੱਚ ਹੀ ਬਲਬ ਵਿੱਚ ਟੁੱਟ ਗਿਆ ਉਹ ਵੀ ਵਿੱਚ ਹੀ ਪਾਤਾ, ਕੋਈ ਇਲੈਕਟ੍ਰੀਕਲ ਚੀਜ਼ ਟੁੱਟ ਗਈ ਉਹ ਵੀ ਵਿੱਚ ਹੀ ਗੇਰਤੀ। each of which gives a very different set of environmental challenge, ਤੇ ਕਹਿੰਦੇ ਸਾਰੀਆਂ ਚੀਜ਼ਾਂ ਨਾ ਬੜੇ ਵੱਖਰੇ ਤਰੀਕੇ ਦਾ এনवायरमेंटल ਚੈਲੰਜ ਦਿੰਦੀਆਂ ਨੇ, এনवायरमेंट ਤੇ ਇਫੈਕਟ ਕਰਦੀਆਂ ਨੇ। in an ideal world each should be dealt with separately, ਕਹਿੰਦੇ ਆਈਡੀਅਲ ਵਰਲਡ ਲਈ ਕੀ ਜ਼ਰੂਰੀ ਆ ਵੀ ਸਾਰੀਆਂ ਚੀਜ਼ਾਂ ਨੂੰ ਵੱਖਰਾ ਵੱਖਰਾ ਰੱਖਿਆ ਜਾਵੇ। ਕੈਰਟ ਪੀਲਿੰਗ ਜਿਹੜਾ ਆਪਣਾ ਕਿਚਨ ਦਾ ਆਲਤੂ ਫਾਲਤੂ ਚੀਜ਼ਾਂ ਬਚਦੀਆਂ ਨੇ ਉਹ ਵੱਖਰੀਆਂ ਹੋਣ, ਬੇਬੀ ਦੇ ਨੈਪਕਿਨਸ ਵੱਖਰੇ ਹੋਣ, ਇਲੈਕਟ੍ਰੋਨਿਕਲ ਐਪਲਾਇੰਸਿਸ ਵੀ ਵੱਖਰੇ ਹੋਣ। ਵੀ ਅਸੀਂ ਕੀ ਕਰਦੇ, ਸਾਰਾ ਕੁਝ ਮਿਕਸ ਕਰ ਦਿੰਦੇ ਆ, ਬਟ ਕੀ ਚਾਹੀਦਾ, ਕਹਿੰਦੇ ਆਪਾਂ ਕੀ ਹੁਣ ਵਿਗਿਆਨੀ ਕੀ ਬਣਾਉਣਾ ਚਾਹੁੰਦੇ ਸੀ, ਆਈਡੀਅਲ ਵਰਲਡ। ਆਈਡੀਅਲ ਵਰਲਡ ਵਾਸਤੇ ਜ਼ਰੂਰੀ ਹੈ ਵੀ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਰੱਖੀਆਂ ਜਾਣ। देखो चैट, मतलब ना 8 ਤੇ ਗਰਾਰੀ ਹਟਦੀ ਆ, ਮੈਨੂੰ ਕਹਿੰਦਾ ਇਹ 2 ਤੇ 10 ਕਮੀ ਹੈਗੀ ਆ। चलो दैट्स फाइन। जिन्होंने लाया 10 ਕਿਹੜੇ ਫਿਊਚਰ ਸੋਰਸ ਦਾ ਕਿਹੜਾ ਮਟੀਰੀਅਲ ਸੀ, ਮੈਨੂੰ ਆਹ ਗੱਲ ਦਾ ਟਾਈਪਿੰਗ ਚ ਜਵਾਬ ਦੇ ਦਿਓ। ਕਿਹੜਾ ਮਟੀਰੀਅਲ ਸੀਗਾ, ਯੂਜ਼ਫੁਲ ਮਟੀਰੀਅਲ ਕਿਹੜਾ ਸੀਗਾ। ਇੱਕ ਨੇ ਲਾਇਆ ਸੀ 2, ਪਬਲਿਕ ਐਟੀਟਿਊਡ ਦੀ ਗੱਲ ਦੱਸੋ ਮੈਨੂੰ ਕਿੱਥੇ ਸੀ। ਐਕੂਰੇਟ ਆਨਸਰ ਜਿਹੜੇ ਬੱਚਿਆਂ ਨੇ ਲਾਇਆ 9 ਉਹ ਸਹੀ ਨੇ। ਵੇਰੀਏਸ਼ਨਸ ਇਨ ਦਾ ਇਫੈਕਟ ਆਫ ਬੇਸਡ ਔਨ ਦਾ ਸਰਾਊਂਡਿੰਗ ਏਰੀਆ, ਆਪਣੇ ਸਰਾਊਂਡਿੰਗ ਏਰੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਕਿਹੜਾ ਕਿਹੜਾ ਇਫੈਕਟ ਸੀ, ਸਾਰੀਆਂ ਦੱਸੀਆਂ ਸੀ। ਕੈਰਟ ਪੀਲਿੰਗ, ਮਰਕਰੀ, ਬੇਬੀ ਦੇ ਨੈਪੀਜ਼। ਉਹਨਾਂ ਨੇ ਇਹ ਗੱਲ ਕਹੀ ਵੀ ਸੀ ਵੀ ਸਾਰੀਆਂ ਚੀਜ਼ਾਂ ਅਲੱਗ-ਅਲੱਗ ਤਰੀਕੇ ਨਾਲ ਡੀਲ ਕਰਦੀਆਂ ਨੇ, ਉਹਨਾਂ ਨੇ ਕਿਹਾ ਵੀ ਸੀਗਾ। ਉਸ ਤੋਂ ਬਾਅਦ ਕਿਹਾ ਕਿ ਆਈਡੀਅਲ ਵਰਲਡ ਬਣਾ ਲਈ ਨਾ, ਸਭ ਨੂੰ ਵੱਖਰਾ ਵੱਖਰਾ ਰੱਖਿਆ ਜਾਵੇ। ਮਿਊਟ ਤੋਂ ਅਨਮਿਊਟ ਕਰ ਸਕਦਾ ਕੋਈ, ਜਿਹਨੂੰ 10ਵਾਂ ਲੱਗ ਰਿਹਾ ਸੀ ਮੇਰੇ ਨਾਲ ਗੱਲ ਕਰ ਸਕਦਾ ਹੈ। ਇੱਕ ਨੇ 2 ਲਾਇਆ ਸੀ, ਬਾਕੀ 4-5 ਨੇ 10 ਨੰਬਰ ਲਾਇਆ ਸੀ, ਬਾਕੀ ਨੇ 9 ਲਾਇਆ। ਦੇ ਆਰ ਵੈਰੀ ਗੁੱਡ। ਪਤਾ ਕੀ ਆ, ਤੁਸੀਂ ਇਹਨੂੰ ਇਹ ਲਾ ਕੇ ਚਲੋ, ਤੁੱਕਾ ਮਾਰ ਕੇ ਨਹੀਂ ਹੁੰਦਾ ਪੇਪਰ, ਤੁੱਕਾ ਮਾਰ ਕੇ ਕਲੀਅਰ ਨਹੀਂ ਹੁੰਦਾ। ਅਸੀਂ ਬਹੁਤ ਸੀਰੀਅਸ ਆ ਤੁਹਾਨੂੰ ਪੜਾਉਣ ਨੂੰ ਲੈ ਕੇ, ਤਾਂ ਅਸੀਂ ਇਹ ਵੀ ਚਾਹੁੰਦੇ ਆ ਕਿ ਤੁਸੀਂ ਐਕੂਰੇਸੀ ਨਾਲ, ਕਿਉਂਕਿ ਬਹੁਤ ਬੱਚਿਆਂ ਦਾ ਸਾਰੇ ਆਨਸਰ ਸਹੀ ਜਾਂਦੇ ਨੇ। ਹੁਣ ਤੁਹਾਡਾ ਇੱਕ, ਤੁਸੀਂ ਇਹ ਦੇਖੋ ਕਿ ਬਹੁਤ ਬੱਚਿਆਂ ਨੇ 4-5 ਆਨਸਰ ਨੇ ਉਹ ਗਲਤ ਕਰਤੇ ਆ। 4-5 ਦਾ ਮਤਲਬ ਹੈ ਕਿ ਸਾਰੇ ਗਲਤ ਗਏ, ਕਿਉਂਕਿ ਬਾਕੀ ਉੱਪਰ ਨੀਚੇ ਹੋ ਗਏ। ਪੇਪਰ ਤੋਂ ਸਕੋਰ ਤਾਂ ਹੀ ਨਹੀਂ ਆਉਂਦਾ, ਅਸੀਂ 9/9 ਦੀ ਰੀਡਿੰਗ ਦੀਆਂ ਗੱਲਾਂ ਕਰਦੇ ਹਾਂ ਤੁਹਾਡੇ ਨਾਲ, ਇੱਕ ਇੱਕ ਕੁਐਸਚਨ ਨੂੰ ਕਲੀਅਰ ਕਰਦੇ ਹਾਂ ਅਸੀਂ। ਆਹ ਗੱਲ ਦੀ ਥੋੜੀ ਜਿਹੀ ਗੌਰ ਰੱਖਿਆ ਕਰੋ, ਕਿਉਂਕਿ ਇੱਕ ਨੇ 8th ਲਾਤਾ, ਪਤਾ ਨਹੀਂ 8 ਤੇ ਕੀ ਕਰਾਰੀ ਅੜ ਰਹੀ ਹੈ। ਡਿਟੇਲ ਚ ਕਿੱਥੇ ਦੇਤਾ ਉਹਨਾਂ ਨੇ ਕੁਛ, ਤੁਸੀਂ ਸਮਝੋ ਬੱਚੇ। ਜਿਹੜੀਆਂ ਚੀਜ਼ਾਂ 'ਚ ਲੜ ਕੇ ਸਮਝਾ ਰਹੇ ਆ, ਪਰ ਤੁਹਾਨੂੰ ਵੈਲਿਊਏਬਲ ਦੱਸ ਰਹੇ ਆ ਕਿ ਪੇਪਰ 'ਚ ਤੁਸੀਂ ਆਹ ਮਿਸਟੇਕਸ ਨਾ ਕਰਿਓ, ਨਹੀਂ ਪੇਪਰ ਕਲੀਅਰ ਨਹੀਂ ਹੋਣਾ।
चलो पैराग्राफ जी हुण ला लियो जी एंड पूरा तुहानूं मैं दिखाउणा कहना बिफोर दैट कैन हैपन दो we need to get a clearer picture of the life cycle of different kind of waste ਕਹਿੰਦੇ ਕਰਨ ਤੋਂ ਪਹਿਲਾਂ ਸਾਡੇ ਲਈ ਜ਼ਰੂਰੀ ਹੈ ਕਿ ਜਿਹੜਾ ਪੂਰਾ ਲਾਈਫ ਸਾਈਕਲ ਆ ਵੇਸਟ ਦਾ ਉਹਦੀਆਂ ਮਤਲਬ ਸਾਰੀਆਂ ਕਾਈਂਡਸ ਨੂੰ ਸਮਝ ਲੈਣਾ which is how the tracking project can give useful information ਕਹਿੰਦੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਦੇਖਣਾ ਵੀ ਜਿਹੜਾ ਟਰੈਕਿੰਗ ਪ੍ਰੋਜੈਕਟ ਆ ਉਹ ਮਤਲਬ ਉਹ ਕੰਮ ਕਿਵੇਂ ਕਰਦਾ ਉਹਦੀ ਯੂਜ਼ਫੁਲ ਇਨਫੋਰਮੇਸ਼ਨ ਸਾਡੇ ਤੱਕ ਕਿਵੇਂ ਪਹੁੰਚਦੀ ਆ the team have designed tags that can be fixed to all kinds of rubbish ਕਹਿੰਦੇ ਟੀਮ ਨੇ ਕੀ ਕੀਤਾ ਕੁਝ ਜਿਹੜੇ ਟੈਗਸ ਡਿਜ਼ਾਈਨ ਕੀਤੇ ਤੇ ਉਹਨੂੰ ਰਬਿਸ਼ ਦੇ ਉੱਪਰ ਲਾਤਾ and these tags beam out their location every 15 minutes for up to 2 months ਤੇ ਜਿਹੜੇ ਟੈਗਸ ਸੀ ਨਾ 15 ਮਿੰਟ ਹਰ 15 ਮਿੰਟ ਬਾਅਦ ਆਪਦੀ ਲੋਕੇਸ਼ਨ ਦੱਸਦੇ ਸੀ ਮਤਲਬ ਇਹ ਜਿਹੜਾ ਪ੍ਰੋਸੀਜਰ ਸੀ 2 ਮਹੀਨੇ ਤੱਕ ਉੱਪਰ ਚੱਲਦਾ ਰਿਹਾ ਤੇ ਜਿਹੜੇ ਟੈਗਸ ਸੀ ਹਰ 15 ਮਿੰਟ ਦੇ ਬਾਅਦ ਬੀਪ ਕਰਕੇ ਦੱਸਦੇ ਸੀ ਵੀ ਮੈਂ ਇੱਥੇ ਪਹੁੰਚ ਚੁੱਕਿਆ each is built around a mobile phone sim card and battery and a motion sensor ਹਾਂਜੀ ਇਹ ਸਾਰੀਆਂ ਚੀਜ਼ਾਂ ਕਾਦੇ ਵਿੱਚ ਜੁੜੀਆਂ ਹੋਈਆਂ ਸੀਗੀਆਂ ਮੋਬਾਈਲ ਸਿਮ ਕਾਰਡ ਬੈਟਰੀ ਸਾਰੀਆਂ ਚੀਜ਼ਾਂ ਨੂੰ ਮਿਲੀਆਂ ਹੋਈਆਂ ਸੀ a low power microprocessor keeps a track of the motion sensor and when the sensor register movements it switches on the sim card ਮਤਲਬ ਕੀ ਕਰਦੇ ਸੀਗੇ ਕਿ ਜਦੋਂ ਨਾ ਉਹ ਜਿੱਦਾਂ ਜਿੱਦਾਂ ਉਹ ਮੂਵ ਕਰਦਾ ਸੀ ਉਹਦੇ ਉੱਪਰ ਸੈਂਸਰਸ ਲੱਗੇ ਹੋਏ ਸੀ ਜਦੋਂ ਮੂਵ ਕਰਦਾ ਸੀਗਾ ਤੇ ਉਹਦੀ ਜਿਹੜੀ ਆਪਣੀ ਸੈਂਸਰ ਜਿਹੜੇ ਹੈਗੇ ਸੀਗੇ ਉਹ ਬਿਲਕੁਲ ਜਿਹੜਾ ਸਿਮ ਕਾਰਡ ਤੇ ਉਹਦੀ ਨੋਟੀਫਿਕੇਸ਼ਨ ਮਿਲ ਜਾਂਦੀ ਸੀ ਵੀ ਉਹ ਕਿੱਥੇ ਪਹੁੰਚ ਗਿਆ the sim then sends an SMS containing this information to the team and the team software compare it with the standard map of signal strength fingerprint determine the position of the tag ਫਿਰ ਕਿਸੇ ਸਿਮ ਕਾਰਡ ਤੋਂ ਕੀ ਆ ਜਾਂਦਾ ਸੀ ਇੱਕ ਮੈਸੇਜ ਆ ਜਾਂਦਾ ਸੀ ਕਿਉਂਕਿ ਉਹਨਾਂ ਨੇ ਕਹਿੰਦਾ ਟੈਗ ਦੇ ਵਿੱਚ ਇੱਕ ਸਿਮ ਕਾਰਡ ਉਹਨਾਂ ਨੇ ਯੂਜ਼ ਕੀਤਾ ਸੀ ਤੇ ਇੱਕ ਸੈਂਸਰ ਯੂਜ਼ ਕੀਤਾ ਸੀ ਜਦੋਂ ਸੈਂਸਰ ਹਿਲਦਾ ਸੀ ਸਿਮ ਕਾਰਡ ਨੋਟੀਫਿਕੇਸ਼ਨ ਭੇਜਦਾ ਸੀ ਕਹਿੰਦੇ ਫਿਰ ਉਹ ਜਦੋਂ ਸਿਮ ਤੇ ਉਹਨਾਂ ਨੂੰ ਨੋਟੀਫਿਕੇਸ਼ਨ ਆ ਜਾਂਦੀ ਫਿਰ ਉਹ ਦੇਖ ਲੈਂਦੇ ਜਿਹੜੇ ਉੱਥੇ ਕੰਮ ਕਰ ਰਹੇ ਸੀ ਸੌਫਟਵੇਅਰ ਨੂੰ ਕੰਪੇਅਰ ਕਰ ਲੈਂਦੇ ਸੀ ਵੀ ਉਹ ਪਹਿਲਾਂ ਕਿੱਥੇ ਸੀ ਹੁਣ ਕਿੱਥੇ ਆ the tags are not precise to the meter ਮਤਲਬ ਜਿਹੜਾ ਉਹ ਸੀਗਾ ਟੈਗ ਸੀਗਾ ਉਹ ਮੀਟਰਸ ਦੇ ਹਿਸਾਬ ਨਾਲ ਪ੍ਰੀਸਾਈਜ਼ ਨਹੀਂ ਕਰਦਾ ਸੀਗਾ in cities where there is a dense network of mobile phone towers the team can locate an object to within 100 to 500 meters ਜਦੋਂ ਮਤਲਬ ਉਹ ਕੀ ਸੀ ਜਿਹੜੀ ਮੋਬਾਈਲ ਨੈਟਵਰਕ ਦੇ ਨਾਲ ਉਹ ਚੱਲਦਾ ਸੀ ਕਿਉਂਕਿ ਹੁਣ ਦੇਖੋ ਮੋਬਾਈਲ ਨੈਟਵਰਕਿੰਗ ਨਾਲ ਕਿਉਂ ਚੱਲਦਾ ਸੀ ਕਿਉਂਕਿ ਜਿਸ ਉਹਨਾਂ ਨੇ ਸਿਮ ਯੂਜ਼ ਕੀਤਾ ਸੀ ਸਿਮ ਤੋਂ ਨੋਟੀਫਿਕੇਸ਼ਨ ਟਰੈਕ ਕਰੀ ਜਾਂਦੇ ਸੀ ਕਹਿੰਦੇ 100 ਤੋਂ 500 ਮੀਟਰ ਤੱਕ ਦੀ ਜਦੋਂ ਚੇਂਜ ਆ ਜਾਂਦਾ ਸੀ ਫਿਰ ਉਹ ਨੋਟੀਫਿਕੇਸ਼ਨ ਆ ਜਾਂਦੀ ਸੀ in rural zones that may be a kilometer or more ਤੇ ਰੂਰਲ ਏਰੀਆਜ਼ ਦੇ ਵਿੱਚ ਜਿਹੜੇ ਪਿੰਡੂ ਇਲਾਕੇ ਸੀ ਉੱਥੇ ਕਿਲੋਮੀਟਰਸ ਬਾਅਦ ਉਹਦੇ ਨੋਟੀਫਿਕੇਸ਼ਨ ਆਉਂਦੀ ਸੀ ਐਨ ਪੜਾਸ ਕੱਢ ਲਓ ਆਪਣੀ ਚੱਜ ਨਾਲ ਐਨ ਪੂਰੀ ਵਧੀਆ ਤਰੀਕੇ ਨਾਲ ਦੇਖ ਲਓ ਹੁਣ ਕੱਢਦੇ ਨੇ ਆਨਸਰ ਸਹੀ हाँ बिल्कुल लग रहा पता ਐਵੇਂ ਕਲੀਅਰ ਹੋਊਗਾ ਪੇਪਰ ਹੁਣ ਤੁਸੀਂ ਮੰਨ ਕੇ ਚੱਲੋ ਤੁਸੀਂ 8th ਦਾ ਪੁੱਤ ਕਿਸੇ ਹੋਰ ਦਾ ਲਈ ਜਾਂਦੇ ਸੀ ਤੁਹਾਡਾ ਤਾਂ ਸਾਰਿਆਂ ਦੀ 8 ਆ ਰਿਹਾ ਸੀ ਥੋੜਾ ਤਾਂ ਸਾਰਿਆਂ ਦਾ 8 ਦੀ ਕਰਾਰੀ ਪਰਖੀ ਸੀਗੀ ਅਸੀਂ we are not your enemies ਆਪਣੀ ਕਲਾਸ ਦੇ ਵਿੱਚ ਨਾ ਇੱਕ ਉਹ ਹੁੰਦੇ ਆ ਮੈਂ ਤੁਹਾਨੂੰ ਦੱਸਾਂ ਇੱਕ ਡਿਸਕਸ਼ਨ ਹੁੰਦਾ ਤੇ ਇੱਕ ਆਰਗਿਊ ਹੁੰਦੀ ਹੈ ਦੋ ਚੀਜ਼ਾਂ ਹੁੰਦੀਆਂ ਨੇ ਧਿਆਨ ਨਾਲ ਸੁਣੋ ਮੈਂ ਦੱਸਦਾ ਬੜੀ ਕੰਮ ਦੀ ਗੱਲ ਸਮਝਾਉਂਗਾ ਡਿਸਕਸ਼ਨ ਹੁੰਦਾ ਹੈ ਇੱਕ ਆਰਗਿਊ ਹੁੰਦੀ ਹੈ ਡਿਸਕਸ਼ਨ ਤਾਂ ਹੁੰਦਾ ਗੱਲਬਾਤ ਕਰਨੀ ਆਰਗਿਊ ਚ ਹੁੰਦਾ ਬਹਿਸ ਕਰਨੀ ਮੇਰਾ ਰੂਲ ਕੀ ਹੈ ਮੈਂ ਡਿਸਕਸ਼ਨ ਕਰਦਾ ਮੈਂ ਆਰਗਿਊ ਨਹੀਂ ਕਰਦਾ ਤੁਹਾਡੇ ਨਾਲ ਕਦੇ ਵੀ ਕਿਉਂਕਿ ਆਰਗਿਊ ਦੇ ਵਿੱਚ ਹਮੇਸ਼ਾ ਪਤਾ ਕੀ ਲੱਭਿਆ ਜਾਂਦਾ ਹੈ ਹੂ ਇਜ਼ ਰਾਈਟ ਸਮਝੋ ਤੁਸੀਂ ਰਾਈਟ ਜਾਂ ਮੈਂ ਰਾਈਟ ਇਹ ਆਰਗਿਊ ਹੈ ਤੇ ਡਿਸਕਸ਼ਨ ਚ ਪਤਾ ਕੀ ਲੱਭਿਆ ਜਾਂਦਾ ਹੈ what is right ਸਹੀ ਕੀ ਹੈ ਤੁਸੀਂ ਮੈਂ ਨਹੀਂ ਸਹੀ ਤਾਂ ਆਪਾਂ ਡਿਸਕਸ਼ਨ ਚ ਬਲੀਵ ਕਰਦੇ ਆ ਰਾਦਰ ਟੂ ਆਰਗਿਊ ਤੁਸੀਂ ਕੋਈ ਚ ਕੱਲੀ ਚੀਜ਼ ਆਪਾਂ ਨੂੰ ਕਲੀਅਰ ਹੋਈ ਕਿ ਨਾ ਸਿਮ ਲੈ ਲਿਆ ਲੋਕੇਸ਼ਨ ਤਾਂ ਹੀ ਤਾਂ ਡਿਟੇਲ ਹੈ
ਤਾਂ ਹੀ ਉਹਦੇ ਡਿਟੇਲ ਸਿਮ ਅਟੈਚ ਕਰਤਾ, 15 ਮਿੰਟ ਬਾਅਦ ਲੋਕੇਸ਼ਨ ਆਉਂਦੀ ਸੀ, ਸਾਰੀਆਂ ਗੱਲਾਂ ਉਹਨੇ ਸਾਨੂੰ ਦੱਸੀਆਂ। ਬਾਕੀ ਦੇਖੋ ਤੁਸੀਂ, ਤੁਹਾਡੀ ਕਿਸਮਤ ਹੈ, ਅੱਗੇ ਤੁਹਾਡੇ ਭਾਗ ਲੱਛੀਏ, ਹੈ ਨਾ, ਸਾਡਾ ਕੰਮ ਪੜਾਉਣਾ ਹੈਗਾ। ਚਲੋ ਜੀ, ਲਾਸਟ ਕੁਐਸਚਨ ਰਹਿ ਗਿਆ ਤੇ ਇਹ ਵੀ ਪੂਰਾ ਸੈਟੀਸਫਾਈ ਕਰਾਂਗੇ ਅਸੀਂ। ਕਹਿੰਦਾ ਵਾਈਲ ਟੈਗਿੰਗ while tagging waste can be identified where recyclables are being tossed into landfill or where hazardous waste is illegally shipped overseas। ਕਹਿੰਦੇ ਜਿਹੜੀ ਇਹ ਟੈਗਿੰਗਸ ਆ, ਇਹਦੇ ਤੋਂ ਹੀ ਪਤਾ ਲੱਗ ਜਾਂਦਾ ਵੀ ਕਿਹੜੀਆਂ ਚੀਜ਼ਾਂ ਲੈਂਡਫਿਲ 'ਚ ਪਹੁੰਚ ਗਈਆਂ, ਕਿਹਨਾਂ ਨੇ ਜਾ ਕੇ ਡੇਂਜਰਸ ਸਾਬਿਤ ਹੋਈਆਂ ਤੇ ਕਿਹੜੀਆਂ ਓਵਰਸੀਜ਼ ਪਹੁੰਚ ਗਈਆਂ। there is more fundamental reason to go to tag trash। ਕਹਿੰਦੇ ਬਹੁਤ ਸਾਰੇ ਹੋਰ ਵੀ ਫੰਡਾਮੈਂਟਲ ਰੀਜ਼ਨਸ ਨੇ ਵੀ ਆਪਾਂ ਨੇ ਜਿਹੜਾ ਇਹਨੂੰ ਰੀਜ਼ਨ ਟੈਗ ਕਿਉਂ ਕੀਤਾ ਟ੍ਰੈਸ਼ ਨੂੰ। to find out where society stores the materials। ਪਹਿਲੀ ਚੀਜ਼ ਤਾਂ ਇਹ ਵੀ ਦੇਖਣਾ ਚਾਹੁੰਦੇ ਸੀ ਵੀ ਜਿਹੜੀ ਸੋਸਾਇਟੀ ਉਹ ਮਟੀਰੀਅਲ ਨੂੰ ਰੱਖਦੀ ਕਿੱਥੇ ਆ, ਸਟੋਰ ਕਿੱਥੇ ਕਰਦੀ ਆ। that is mines from the earth and temporary turn into products। ਕਹਿੰਦੇ ਕਈ ਚੀਜ਼ਾਂ ਨੇ ਜਿਹੜੀਆਂ ਮਾਈਨਸ ਦੇ ਵਿੱਚ ਖਾਨਾਂ 'ਚ ਪਈਆਂ ਹੁੰਦੀਆਂ ਨੇ, ਹੁਣ ਉਹ ਪ੍ਰੋਡਕਟ ਬਣ ਗਿਆ, ਕਿਉਂਕਿ ਉਹ ਹੁੰਦਾ ਨਾ ਵੀ ਡੰਪ ਹੋ ਕੇ ਫੋਸਿਲ ਫਿਊਲ ਬਣ ਜਾਂਦੇ ਨੇ। ਕਹਿੰਦੇ ਕਈ ਚੀਜ਼ਾਂ ਹੁਣ ਯੂਜ਼ਫੁਲ ਵੀ ਹੋ ਚੁੱਕੀਆਂ ਨੇ। Today's landfill sites contain large amount of important metals including gold, zinc, aluminium, nickel, copper, cadmium and mercury, in many cases at higher concentrations and the natural ore deposits। ਕਹਿੰਦੇ ਅੱਜ ਕੀ ਹੈ, ਕਹਿੰਦੇ ਬਹੁਤ ਸਾਰੀਆਂ ਲੈਂਡਫਿਲਸ ਨੇ ਜਿੱਥੇ ਕੂੜਾ ਕਰਕਟ ਇਕੱਠਾ ਹੁੰਦਾ, ਉੱਥੇ ਮਤਲਬ ਕਿ ਬਹੁਤ ਇੰਪੋਰਟੈਂਟ ਚੀਜ਼ਾਂ ਦੀ ਪ੍ਰੋਡਕਟਿਵਿਟੀ ਵੀ ਹੈਗੀ ਹੈ, ਜਿਵੇਂ ਕਿ ਬਹੁਤ ਸਾਰੇ ਮੈਟਲਸ ਜਿਵੇਂ ਕਿ 골ਡ, ਜ਼ਿੰਕ, ਐਲੂਮੀਨੀਅਮ, ਨਿਕਲ, ਕਾਪਰ, ਕੈਡਮੀਅਮ ਐਂਡ ਮਰਕਰੀ। ਬਹੁਤ ਸਾਰੀਆਂ ਧਾਤਾਂ ਨੇ ਜਿਹੜੀਆਂ ਧਰਤੀ ਦੇ ਵਿੱਚੋਂ ਮਿਲਦੀਆਂ ਨੇ। ਹੁਣ ਇਹ ਸਾਰੀਆਂ ਲੈਂਡਫਿਲ ਦੀ ਡੰਪਿੰਗ ਕਰਕੇ ਮਿਲ ਰਹੀਆਂ ਨੇ। ਪਲੱਸ huge quantities of recyclables, glass and plastic। ਤੇ ਬਹੁਤ ਸਾਰੀ ਇਦਾਂ ਦੀ ਚੀਜ਼ਾਂ ਮਤਲਬ ਰਿਸਾਈਕਲੇਬਲ ਗਲਾਸ ਤੇ ਪਲਾਸਟਿਕ ਇਦਾਂ ਦੀ ਚੀਜ਼ਾਂ ਵੀ ਮਿਲਦੀਆਂ ਨੇ। as commodities become scarce in the following centuries। ਜਿਹੜੀਆਂ ਕਮੋਡਿਟੀਜ਼ ਨੇ ਉਹ ਮਤਲਬ ਕੀ ਆ, ਆਉਣ ਵਾਲੀਆਂ ਸੈਂਚਰੀਜ਼ ਲਈ ਡਰ ਆ ਉਹਨਾਂ ਨੂੰ। ਆਪਣੇ ਆਪ ਨਾ ਮਿਊਟ ਹਟਾਇਆ ਕਰੋ, ਸਾਰੇ ਡਿਸਟਰਬ ਹੁੰਦੇ ਆ। ਪ੍ਰੋਪਰ ਪੜ੍ਹ ਤਾਂ ਲਿਆ, ਪਤਾ ਵੀ ਲੱਗ ਗਿਆ ਧਰਤੀ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ। ਸਕਰੀਨ ਦਿਖਾ ਦਈਏ, ਹਲੋ ਲਾ ਲੋ ਜੋਰ। ਐਕੂਰੇਟ ਆਨਸਰ ਬਣ ਗਿਆ ਜੀ ਆਪਣਾ 10। ਫਿਊਚਰ ਯੂਜ਼ਫੁਲ ਮਟੀਰੀਅਲ, ਯੂਜ਼ਫੁਲ ਮਟੀਰੀਅਲ ਸਾਰਾ ਤਾਂ ਦੱਸਦਾ, 골ਡ, ਜ਼ਿੰਕ, ਐਲੂਮੀਨੀਅਮ ਸਾਰਾ ਕੁਝ ਉਹ ਦੱਸਦਾ, ਉਹ ਮਟੀਰੀਅਲ ਸੀ ਆਪਣਾ। ਤੇ ਫਿਊਚਰ 'ਚ ਆਪਾਂ ਦੱਸਿਆ ਫੋਲੋਇੰਗ ਸੈਂਚਰੀਜ਼ ਦੇ ਵਿੱਚ, ਤਾਂ ਉਹ ਫਿਊਚਰ ਦੀ ਉਹ ਗੱਲ ਹੈ, ਆਉਣ ਵਾਲੀਆਂ ਸੈਂਚਰੀਜ਼ ਦੇ ਵਿੱਚ। ਮੈਨੂੰ ਇਹ ਦੱਸੋ ਕਿ ਪਹਿਲੇ 8 ਕੁਐਸਚਨ ਦੇ ਵਿੱਚ ਤੁਹਾਨੂੰ ਤਾਂ ਬੜੇ ਡਾਊਟ ਸੀ, ਤਾਂ ਨੋ ਡਾਊਟ ਇਹ ਡਾਊਟ ਸਦਾ ਰਹਿਣਗੇ, ਦੂਰ ਨਹੀਂ ਹੁੰਦੇ, ਆਪਾਂ ਬਹੁਤ ਜ਼ੋਰ ਲਾਉਂਦੇ ਆ। ਹੁਣ ਆਪਾਂ ਇੱਕ ਕੰਮ ਕਰਦੇ ਆ, 9th 10th 11 12 13 14 ਆਪਣੇ ਕੋਲ 6 ਕੁਐਸਚਨਸ ਪੈਂਡਿੰਗ ਨੇ। ਸਮਝ ਰਹੇ ਹੋ ਮੇਰੀ ਗੱਲ? ਸਮਝੇ? ਦੇਖੀਏ ਸਾਰੀਆਂ ਲੋਕੇਸ਼ਨਾਂ ਪਤਾ ਨੇ, ਦੇਖਦਾ ਮੈਂ 1 ਮਿੰਟ ਦੱਸਦਾ ਤੁਹਾਨੂੰ। ਨਹੀਂ, ਮੈਂ ਆਨਸਰ ਨੇ ਜਿਹੜਾ ਨਾ ਮਟੇ ਨਾ, 1 ਸੈਕਿੰਡ ਦੇ ਦਿਓ ਬਸ ਮੈਨੂੰ, ਬਸ ਤੁਹਾਨੂੰ ਫਿਰ ਆਨਸਰ ਪਤਾ ਲੱਗਣੇ, ਨਹੀਂ ਫਿਰ ਕੋਈ ਫਾਇਦਾ ਨਹੀਂ ਹੋਊਗਾ। ਤੁਹਾਨੂੰ ਆਪ ਨੂੰ ਅੰਦਰੋਂ ਪਤਾ ਲੱਗਣਾ ਚਾਹੀਦਾ ਵੀ ਹਾਂ ਰਮਨ ਸਰ ਆਹ ਮਜ਼ਾ ਆਇਆ ਵੀ 6 ਕੁਐਸਚਨ ਜਿਹੜੇ ਆ ਸੀਗੇ ਉਹ 8 ਕਰਨ ਤੋਂ ਬਾਅਦ ਇਹ 6 ਮੁਫਤ ਦੇ ਦਿੱਤੇ ਤੁਹਾਨੂੰ। ਜਿੰਨਾ ਵਧੀਆ ਪੁੱਤ ਪੜ੍ਹ ਕੇ ਕਰੋਗੇ ਪੇਪਰ ਤੁਹਾਡਾ ਕਲੀਅਰ ਹੋਊਗਾ। ਸਾਨੂੰ ਇਹਦੇ ਨਾਲ ਕੋਈ ਉਹ ਨਹੀਂ ਹੈਗਾ, ਕੋਈ ਗ੍ਰੇਡ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ। 1 ਸੈਕਿੰਡ ਦੇ ਦਿਓ ਬਸ, ਮੈਂ ਤੁਹਾਡੇ ਲਈ ਉਹ ਕਰ ਰਿਹਾ ਉਹ।
आ गया बस में, ठीक है। करदा मैं स्क्रीन शेयर तुहाडे नाल। हुण दिमाग ला लियो जिहड़े बाकी दे क्वेश्चन रह गए ते कंसनट्रेट कर लांगे आपां। आ जाओ सर, नेक्स्ट टाइम पेन यूज ना करना, रीडिंग ते आइडिया हो जाता आंसर का। ठीक है डियर, नहीं करते, ओके जी। उन्हें तुहानूं लोकेशन दे लई करया होया, अदरवाइज असीं करदे नहीं हुंदे। चलो क्वेश्चन देखो 22 ते 23। Choose two letters A to E. Write the correct letters in the box 21 and 23 on your answer sheet. According to the writer the according, which two of the following things need to happen? इन्हां चों ਕਿਹੜੀਆਂ ਜਿਹੜੀਆਂ ਦੋ ਚੀਜ਼ਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਕਿਹੜੀਆਂ ਦੋ ਚੀਜ਼ਾਂ A ਤੋਂ ਲੈ ਕੇ E ਦੇ ਵਿੱਚ ਦੋ ਚੀਜ਼ਾਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਆਪਾਂ ਸਾਰੀਆਂ ਪੜ੍ਹ ਲੈਣੇ, ਦੇਖਦੇ ਆ ਕਿਹੜੀਆਂ ਦੋ ਉਹਨਾਂ ਨੇ ਕਹੀਆਂ ਹੋਈਆਂ ਨੇ, ਹਨਾ ਕਿ ਮਤਲਬ ਆਪਾਂ ਨੇ ਕੋਈ ਦੋ ਲੱਭਣੀਆਂ ਨੇ ਜਿਨ੍ਹਾਂ ਦੀ ਟਾਕ ਸਾਡੇ ਕੋਲ ਪੈਸੇਜ ਵਿੱਚ ਹੋਈ ਹੋਵੇ। ਚਲੋ ਪੈਰਾਗ੍ਰਾਫ ਆਪਾਂ ਇਹਦਾ ਪੈਸੇਜ ਇਹ ਦੇਖੋ। ਇਹ householder should be more aware of the waste sorting process। मतलब householders ਨੂੰ aware ਹੋਣਾ ਚਾਹੀਦਾ ਵੀ ਤੁਹਾਡਾ ਜਿਹੜਾ waste sorting process ਆ ਵੀ ਕੀ ਹੈ, ਇਹਦੇ ਬਾਰੇ aware ਹੋਣਾ ਚਾਹੀਦਾ। ਕਿ ਤੁਹਾਨੂੰ ਲੱਗਦਾ ਇਦਾਂ ਦੀ ਕੋਈ ਟਾਕ ਹੋਈ ਸੀ? ਕੋਈ ਗੱਲ ਨਹੀਂ ਕਰੀ ਆਪਾਂ ਨੇ। householders ਤਾਂ ਸਗੋਂ ਡਸਟਬਿਨ ਬਾਹਰ ਰੱਖ ਕੇ ਭੁੱਲ ਜਾਂਦੇ ਵੀ ਗਿਆ ਕਿੱਥੇ। ਤਾਂ awareness ਦੀ ਕੋਈ ਟਾਕ ਨਹੀਂ ਹੋਈ। We need to find out how much waste in the system। ਕਹਿੰਦੇ ਆਪਾਂ ਨੂੰ ਫਾਈਂਡ ਆਊਟ ਕਰਨਾ ਚਾਹੀਦਾ ਵੀ ਕਿੰਨਾ ਵੇਸਟ ਆ ਉਹ ਸਿਸਟਮ ਦੇ ਵਿੱਚ ਆ। ਮਤਲਬ ਕੀ ਆ, ਹਰ ਇੱਕ ਨੂੰ ਦੇ ਦੋ ਵੀ ਤੂੰ ਇੰਨਾ ਕੂੜਾ ਲੈ ਗੇਰਨਾ, ਤੂੰ ਇੰਨਾ ਗੇਰਨਾ। ਇਹ ਜੀ ਕੋਈ ਟਾਕ ਹੋਈ ਸੀ? ਇਹ ਗੱਲ ਨਹੀਂ ਹੋਈ ਕਿ ਕਿੰਨਾ ਵੇਸਟ। ਸਭ ਉਹਨਾਂ ਨੇ ਤਾਂ ਕਿਹਾ ਸੀ ਕਿ ਟਨਸ ਦੀ ਤਾਂ ਗੱਲ ਹੀ ਨਹੀਂ, ਇੰਪੋਰਟੈਂਟ ਤਾਂ ਕੰਟੈਂਟ ਆ। ਤਾਂ ਇਹਦੇ ਬਾਰੇ ਕੋਈ ਟਾਕ ਨਹੀਂ ਹੋਈ ਹੈਗੀ। ਮਤਲਬ ਗੱਲ ਸੁਣੋ ਨਾ, ਹਾਊਸ ਹੋਲਡਰ ਦਾ ਕਿਹਾ ਨਾ ਇਹਦਾ ਕਿਹਾ। ਹੁਣ ਥਰਡ ਧਿਆਨ ਨਾਲ ਪੜ੍ਹ ਕੇ ਦੇਖੋ ਬੱਚੇ। We need to know more about the kinds of waste that have been thrown away। accurate। ਹਾਂਜੀ, ਉਹਨਾਂ ਨੇ ਕਿਹਾ ਸੀ ਨਾ, ਕਹਿੰਦੇ ਆਪਾਂ ਨੂੰ ਇਹ ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਕਿ ਇਹ ਨਹੀਂ ਇੰਪੋਰਟੈਂਟ ਕਿ ਕਿੰਨੇ ਟਨ ਵੇਸਟ ਆ, ਇੰਪੋਰਟੈਂਟ ਇਹ ਹੈ ਕਿ ਵੇਸਟ ਵਿੱਚ ਹੈਗਾ ਕੀ ਆ, ਕਿਹੜੀ ਕਾਈਂਡ ਦਾ ਕੰਟੈਂਟ ਇਜ਼ ਮੋਰ ਇੰਪੋਰਟੈਂਟ। ਤਾਂ ਉਹ ਕਹਿ ਰਿਹਾ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਾਈਂਡ ਆਫ ਵੇਸਟ ਕੀ ਹੈ। ਜਿਹੜੀ ਹੁਣ ਉਹਨੇ ਕਿਹਾ ਸੀ ਨਾ ਕਿ ਜਿਹੜੀ ਕਾਈਂਡ ਦਾ ਵੇਸਟ ਆ ਉਹਨੂੰ ਵੱਖਰਾ ਵੱਖਰਾ ਰੱਖੋ। ਜੇ ਕੀ ਆ ਪੀਲਿੰਗ ਆ, ਕੈਰਟ ਪੀਲਿੰਗ ਆ, ਉਹਨੂੰ ਵੱਖਰਾ, ਡਾਈਪਰ ਵੱਖਰੇ, ਇਲੈਕਟ੍ਰੋਨਿਕ ਚੀਜ਼ਾਂ ਵੱਖਰੀਆਂ। ਇਸ ਲਈ ਸੀ ਇੱਕ ਆਪਣਾ ਐਕੂਰੇਟ ਆਨਸਰ ਹੋ ਗਿਆ। ਲਾਈਕ 22 ਦਾ ਆਨਸਰ ਆ ਗਿਆ ਸੀ। ਹੁਣ 23 ਦੇਖੋ। ਬਿਜ਼ਨਸ ਐਂਡ ਇੰਡਸਟਰੀ ਮਸਟ ਫੋਲੋ ਐਸਟੈਬਲਿਸ਼ ਗਾਈਡਲਾਈਨ। ਸਾਰੇ ਪੈਰੇ 'ਚ ਨਹੀਂ ਗੱਲ ਕਰਕੇ ਆਪਾਂ ਸਾਰਿਆਂ ਨੂੰ ਪਤਾ ਹੈ ਤੇ ਆਪਣੇ ਕੋਲ ਬਿਜ਼ਨਸ ਤੇ ਇੰਡਸਟਰੀ ਦੀ ਟਾਕ ਨਹੀਂ ਹੋਈ ਹੈਗੀ। ਲਾਸਟ ਆਪਣੇ ਕੋਲ ਇੱਕ ਰਹਿ ਗਿਆ ਵੀ ਗੌਰ ਨਾਲ ਪੜ੍ਹ ਕੇ ਦੇਖੋ। We should locate and reuse valuable resources। ਉਹਨਾਂ ਨੇ ਆਪਾਂ ਨੂੰ ਕਿਹਾ ਸੀ ਆਈਡੀਅਲ ਵਰਲਡ ਵਾਸਤੇ ਜ਼ਰੂਰੀ ਆ ਸਾਡੇ ਲਈ ਕਿ ਚੀਜ਼ਾਂ ਦਾ ਰੀਯੂਜ਼ ਕੀਤਾ ਜਾਵੇ। ਠੀਕ ਹੈ, ਰੀਲੋਕੇਟ ਕੀਤਾ ਜਾਵੇ, ਮਤਲਬ ਚੀਜ਼ਾਂ ਨੂੰ ਰੀਸਾਈਕਲ ਕਰਨਾ ਸਾਡੇ ਵਾਸਤੇ ਇੰਪੋਰਟੈਂਟ ਆ। ਤਾਂ ਇਹਦੀ ਗੱਲ ਹੋਈ ਸੀ we should locate and reuse valuable resources। C ਤੇ E ਇਹਦੇ ਦੋ ਐਕੂਰੇਟ ਆਨਸਰ ਨੇ ਜੀ। ਜਿਨ੍ਹਾਂ ਨੇ ਪੜ੍ਹੇ ਨੇ ਉਹਨਾਂ ਨੂੰ ਪ੍ਰੋਪਰਲੀ ਪਤਾ ਹੈ ਵੀ ਐਕੂਰੇਟ ਆਨਸਰ, ਕਿਉਂਕਿ ਬਿਜ਼ਨਸ ਦੀ ਕੋਈ ਟਾਕ ਨਹੀਂ ਕਰੀ ਹੈਗੀ, ਬਿਜ਼ਨਸ ਤੇ ਇੰਡਸਟਰੀ ਦੀ। ਈਵਨ ਕਿ ਆਪਾਂ ਨੇ ਇਹ ਵੀ ਪੜਿਆ ਸੀ ਕਿ ਹਾਊਸ ਹੋਲਡਰ ਨੂੰ ਕੋਈ ਅਵੇਅਰ ਨਹੀਂ ਕਰਿਆ। ਉਹ 'ਚ ਆਪਾਂ ਇਹ ਵੀ ਦੇਖਿਆ ਸੀ ਆਪਾਂ ਨੂੰ we need to find how much waste in the system। ਨਾ ਟਨ ਤਾਂ ਕਹਿੰਦੇ ਜਿੰਨੇ ਮਰਜ਼ੀ ਕੂੜਾ ਆਵੇ ਉਹ ਮਾਇਨੇ ਨਹੀਂ ਕਰਦਾ, ਪਰ ਆ ਕਿਹੜੀ ਤਰ੍ਹਾਂ ਦਾ ਰਿਹਾ ਉਹ ਮਾਇਨੇ ਕਰਦਾ ਹੈਗਾ। ਆ ਕੇ ਦੇਖੋ। ਚਲੋ 24 to 27। No more than 3 words। बड़े टिपिकल नेगे, गौर नाल पढ़िए, थोड़े औखे नेगे पर फिर भी हेल्प करांगे। Which item of rubbish does the writer use an example? ਛੇਤੀ ਛੇਤੀ ਤੁਸੀਂ ਆਪਣੀ ਚੈਟ ਖੋਲੋ। ਕਿਹੜੀ ਇੱਕ ਚੀਜ਼ ਵਰਤੀ ਸੀ ਉਹਨੇ, ਕਿਹੜੀ ਕੂੜੇ ਵਾਲੀ, ਤੇ ਉਹਨੂੰ ਕਹਿੰਦੇ ਵੀ ਫॉर ਐਗਜ਼ਾਮਪਲ ਹੈ ਇਹ। ਉਹਨੂੰ ਫॉर ਐਗਜ਼ਾਮਪਲ ਦਾ ਸਿਨੋਨਿਮ ਯੂਜ਼ ਕਰਿਆ ਸੀ ਉਹਨਾਂ ਨੇ। To show the many ways rubbish can be dealt with। बिल्कुल एक एग्जांपल ਲਈ ਸੀ ਉਹਨੇ।
नो मोर देन 3 वर्ड है। हाँ गुरप्रीत कौर ਤੁਹਾਡਾ ਸਹੀ ਹੈ, ਪਰ ਇੱਕ ਪਲੂਰਲ ਲੱਗ ਗਿਆ ਨਾਲ ਉਹਦੇ, ਕੈਨਸ ਨਹੀਂ ਸੀ, ਕੈਨ ਸੀ ਕੱਲਾ। नो मोर देन 3 वर्ड। हाँ एन नहीं होगा ना? हाँ आएगा। एक्यूरेट आंसर है एन एल्यूमीनियम केन। ਤੇ ਆਪਾਂ ਉਰੇ ਦੇਖ ਸਕਦੇ ਹਾਂ ਕਿ ਆਪਾਂ ਇਹਨੂੰ ਪੜ੍ਹ ਕੇ ਕਿੱਥੇ ਆਏ ਸੀਗੇ। ਆ ਦੇਖੋ ਫਸਟ ਲਾਈਨ ਦੇ ਵਿੱਚ ਹੀ ਆ। एन एल्यूमिनियम केन फॉर इंस्टेंस, फॉर इंस्टेंस ਦਾ ਮਤਲਬ ਹੋ ਗਿਆ ਫॉर एग्जांपल, ਤੇ ਲਿਆ ਕੀ ਸੀ एन एल्यूमिनियम केन, ਕਿਉਂਕਿ ਉਹਨੂੰ ਅਲੱਗ-ਅਲੱਗ ਰਬਿਸ਼ ਨਾਲ ਨੂੰ ਦੱਸਿਆ ਸੀ ਨਾ ਵੀ ਇਹਦਾ ਫੇਟ ਹੈ ਜਿਹੜਾ ਉਹ ਅਲੱਗ-ਅਲੱਗ ਜਗ੍ਹਾ ਤੇ ਆਪਾਂ ਨੂੰ ਦੱਸਿਆ ਸੀ। ਕਲੀਅਰ ਹੈ? ਪਹਿਲਾਂ ਮੈਨੂੰ ਲੱਗਦਾ ਪੜ੍ਹਦੇ ਸਾਰ ਪਤਾ ਲੱਗ ਗਿਆ ਹੋਣਾ ਐਲੂਮੀਨੀਅਮ ਕੇਨ ਦਾ। ਤਾਂ ਚਲੋ ਅਗਲਾ ਦੇਖਦੇ ਹਾਂ क्वेश्चन। देखो which city is involved in 2 stages of research? ਕਿਹੜੀ ਸਿਟੀ ਸੀ ਜਿਹੜੀ 2 ਸਟੇजेस ਚ ਵਰਤੀ ਗਈ ਸੀ ਰਿਸਰਚ ਦੇ? ਕਿਹੜੀ ਸੀ ਜਿਹੜੀ 2 ਸਟੇजेस ਤੇ ਇਨਵੋਲਵ ਸੀ ਰਿਸਰਚ ਵਿੱਚ? ਯਾਦ ਹੈ ਕਿਸੇ ਨੂੰ ਰਿਸਰਚ ਦੱਸੋ ਸ਼ੁਰੂ ਕਿੱਥੋਂ ਹੋਈ ਸੀ, ਕਿਹੜੇ ਸ਼ਹਿਰ ਵਿੱਚ? ਸਿਟੀ। ਸਪੈਲਿੰਗ ਹਰਦੀਪ ਦੇਖ ਕੇ ਪੁੱਤ, ਸੁਖਦੀਪ ਸਪੈਲਿੰਗ ਕਿਸ ਦੇ ਸਹੀ ਨਹੀਂ ਹੈਗੇ ਕਿਉਂਕਿ ਤੁਸੀਂ ਰੱਟਾ ਮਾਰਿਆ। ਐਸ ਦੇ ਨੇਮ ਸੀ ਸਰ ਕਹਿੰਦੇ ਵਾਹ। ਨਹੀਂ ਵੀ ਠੀਕ ਹੈ, ਚਲੋ ਇੰਨਾ ਪਤਾ ਲੱਗੇ ਫਿਰ ਉਹ ਤਾਂ ਆਪਾਂ ਦੇਖ ਕੇ ਲਿਖਣਾ। ਆਪਾਂ ਕਿਹੜਾ ਨੌਲੇਜ। ਰੰਧਾਵਾ ਰਵਿੰਦਰ ਲੰਡਨ ਕਿੱਥੋਂ ਗਿਆ? ਲੰਡਨ ਸਹੀ ਕਿਸ ਸੀਗਾ? ਸਿਆਟਲ ਦੀ ਗੱਲ 2 ਜਗ੍ਹਾ ਤੇ। ਸਿਆਟਲ 2 ਜਗ੍ਹਾ ਤੇ ਹੋਈ ਸੀ, ਦਿਖਾ ਵੀ ਦਿੰਨੇ ਅਸੀਂ। ਜਦੋਂ 60 ਕੈਨ ਲਈ ਸੀ ਉਦੋਂ ਵੀ ਸਿਆਟਲ ਚ, ਜਦੋਂ 1000 ਲਈ ਸੀ ਉਦੋਂ ਵੀ ਸਿਆਟਲ ਦਾ ਨਾਮ ਆਇਆ ਸੀ। ਆ ਦੇਖੋ ਜਦੋਂ 60 ਪੀਸ ਟ੍ਰੈਸ਼ਰ ਦੇ ਲਈ ਸੀ, ਟ੍ਰੈਸ਼ ਦੇ ਉਦੋਂ ਸਿਆਟਲ ਚ ਯੂਜ਼ ਕਰੇ ਸੀਗੇ, ਇੱਕ ਹੋ ਗਿਆ। ਉਸ ਵਾਰ ਇਹ ਨਿਊਯਾਰਕ ਤੇ ਆ ਦੂਜੇ ਵਾਰ 1000 ਲਈ ਸੀ ਉਦੋਂ ਵੀ ਸਿਆਟਲ। ਕਿਹੜੀ ਸਿਟੀ ਨੂੰ 2 ਵਾਰ ਯੂਜ਼ ਕਰਿਆ ਤਾਂ ਉਹ ਸਿਆਟਲ ਹੈਗਾ। ਅਸੀਂ ਥੋੜੇ ਜਿਹੇ ਟ੍ਰੇਨਰ ਬੜੇ ਭੈੜੇ ਆ, ਪਰ ਇਹ ਗੱਲ ਯਾਦ ਰੱਖਿਓ ਤੁਹਾਨੂੰ ਆਇਲਸ ਸਿਖਾ ਦਾਂਗੇ ਵੀ ਕੀ ਹੁੰਦੀ ਆ, ਸੁਪਨੇ ਚ ਆਉਣ ਲਾ ਦਾਂਗੇ ਇਹਨੂੰ। ਚਲੋ ਆਨਸਰ ਨੰਬਰ 3 ਤੇ 4 ਥੋੜੇ ਟਿਪੀਕਲ ਨੇ, ਪਰ ਬੇਨਤੀ ਹੈ ਕਿ ਬੜੇ ਵਧੀਆ ਤਰੀਕੇ ਨਾਲ ਕਰਾਂਗੇ ਆਪਾਂ, ਤੇ ਉਦੋਂ ਬਾਅਦ ਤੁਹਾਨੂੰ ਔਖਾ ਨਹੀਂ ਹੋਏਗਾ। What have people already tried hard to establish in order to get products to consumer? मैं दस्या सी भी एक चीज चलाई सी ਉਹਨਾਂ ਨੇ ਕਿ ਪ੍ਰੋਡਕਟ ਕੰਜ਼ਿਊਮਰ ਤੱਕ ਪਹੁੰਚਦੇ ਹੋਣ। ਇੱਕ ਚੀਜ਼ ਚਲੀ ਜੀ, ਮੈਂ ਨਾਮ ਨਹੀਂ ਦਿੰਦਾ ਪਰ ਤੁਹਾਨੂੰ ਲੋਕੇਸ਼ਨ ਦੇ ਦੇਣਾ। ਹਲੋ ਹਾਂਜੀ ਹੁਣ ਦੇਖੋ ਕੀ ਆਨਸਰ ਹੈ। हाँ ठीक है, देखो ਇਹਦੇ ਚ ਮਿਲੂਗਾ ਆਨਸਰ ਵੀ ਕਿਹੜੀ ਚੀਜ਼ ਚਲਾਈ ਸੀ ਉਹਨਾਂ ਨੇ ਪ੍ਰੋਡਕਟ ਕਸਟਮਰ ਤੱਕ ਪਹੁੰਚਾਉਣ ਲਈ। एग्जैक्टली राइट आंसर है ग्रीन सप्लाई चेन। एकजुट मैम, सेटिस्फैक्शन है, वेरी गुड, क्या बात है, जियो जियो। ਤੇ ਗਾਈਡਲੀ ਇਹ ਦੇਖ ਰਹੇ ਕਈ ਬੱਚੇ ਨਾ ਗ੍ਰੀਨ ਸਪਲਾਈ ਚੇਨਸ, ਹਾਂ ਬਿਲਕੁਲ ਉਹ ਚੇਨ ਨਹੀਂ ਹੈਗਾ, ਗ੍ਰੀਨ ਸਪਲਾਈ ਆਨਸਰ ਚ ਚੇਨਸ ਹੈ, ਐਸ ਹੈ, ਇੱਕ ਅੱਖਰ ਨਾਲ ਵੀ ਗਲਤ ਹੋ ਜਾਊਗਾ। ਲਾਸਟ ਕੁਐਸਚਨ ਹੈ what general term is used to cover a wide range of very different kind of rubbish? अलग-अलग तरह ਦੇ ਕੂੜੇ ਨੂੰ ਇੱਕ ਚੀਜ਼ ਦੇ ਦੁਆਰਾ ਕਵਰ ਕਰਿਆ ਗਿਆ ਸੀ ਵੀ ਤਾਂ ਸਾਰੇ ਕੂੜੇ ਇਹ ਚੀਜ਼ ਦੇ ਵਿੱਚ ਆਉਂਦੇ ਨੇਗੇ। ਕੋਈ ਮਤਲਬ ਇੱਕ ਤੁਸੀਂ ਬਸ ਇਹ ਦੇਖਣਾ ਵੱਖਰੇ ਵੱਖਰੇ ਕੂੜੇ ਦੀ ਗੱਲ ਕਿੱਥੇ ਹੋਈ ਸੀ ਵੀ ਇਸ ਤਰ੍ਹਾਂ ਦਾ ਕੂੜਾ, ਇਸ ਤਰ੍ਹਾਂ ਦਾ ਕੂੜਾ, ਨੈਪੀਜ਼, ਬੇਬੀ ਦੇ ਹੈ ਨਾ, ਲਾਈਟ ਬਲਬ ਮਰਕਰੀ ਦਾ, ਤੇ ਇਹ ਸਾਰੇ ਨੂੰ ਉਹਨਾਂ ਨੇ ਇੱਕ ਨਾਮ ਦਿੱਤਾ ਸੀਗਾ। ਕੀ ਨਾਮ ਦਿੱਤਾ ਦੱਸੋ? ਦੇਖੋ ਵੇਖੋ ਵੇਖੋ ਵੀਰ ਜੀ,
पीछे देखो, ਹਾਊਸਹੋਲਡ ਵੇਸਟ। ਐਕੂਰੇਟ ਆਨਸਰ ਹੈ ਬੱਚੇ, ਹਾਊਸਹੋਲਡ ਵੇਸਟ। ਤੁਸੀਂ ਇੱਕ ਚੀਜ਼ ਦੀ ਗੌਰ ਕਰੀ ਕਿ ਅੱਜ ਆਪਾਂ ਰੀਡਿੰਗ ਨੂੰ ਮੈਨੂੰ ਲੱਗਦਾ ਪੂਰਾ 1 ਘੰਟਾ ਲਾ ਕੇ ਆਪਾਂ ਪੜ੍ਹੇ ਆਂਗੇ, ਪਰ ਰੀਡਿੰਗ ਨੂੰ 1 ਘੰਟੇ ਦੀ ਫਿਰ ਸੈਟੀਸਫੈਕਸ਼ਨ ਵੀ ਆਪ ਨੂੰ ਵੀ ਪਤਾ ਲੱਗਦਾ ਵੀ ਹੋਈ ਹੈ। 1 ਆਵਰ ਦੇ ਵਿੱਚ ਪਤਾ ਕੀ ਹੈ, ਅਸੀਂ ਉਹ ਨਹੀਂ ਹੈਗੇ ਜਿਹੜੇ ਮੋਡਿਊਲ ਨੂੰ ਧੱਕੇ ਨਾਲ 15-15 20 ਮਿੰਟ ਲਾ ਕੇ ਤੁਹਾਨੂੰ ਕਹਿ ਦਈਏ ਵੀ ਹੋ ਗਿਆ ਜੀ। ਤੁਸੀਂ ਨਾ ਬਹੁਤ ਬੱਚੇ, ਮੇਰੀ ਕਦੇ ਕਦੇ ਟਾਕ ਹੁੰਦੀ ਰਹਿੰਦੀ ਹੈ ਸਟੂਡੈਂਟਸ ਨਾਲ, ਕੈਨੇਡਾ ਦੇ ਜਿਹੜੇ ਕਹਿੰਦੇ ਆ ਬੜੇ ਐਵੇਂ ਦੇ ਆਇਲਸ ਦੇ ਆਨਲਾਈਨ ਪੜਾਉਂਦੇ ਆ ਨਾ, ਜਿਹੜੇ ਕਹਿੰਦੇ ਕਿ ਅਸੀਂ 2 ਦਿਨ ਕਲਾਸ ਦੇਵਾਂਗੇ, ਕਹਿੰਦੇ 2 ਦਿਨ 2 days in a week, 8 classes in a month, ਲਿਸਨਿੰਗ ਆਪੇ ਕਰਨੀ ਹੈ, ਸਪੀਕਿੰਗ ਆਪੇ ਕਰਨੀ ਹੈ, ਰਾਈਟਿੰਗ ਦੇ ਕੱਲੇ ਆਈਡੀਆ ਦੱਸਾਂਗੇ, ਰੀਡਿੰਗ ਦਾ ਕੱਲਾ PDF ਭੇਜਾਂਗੇ, ਤੇ ਕਾਸਟ ਪਤਾ ਕਿੰਨੀ ਮੰਗਦੇ ਆ? $150। $150 ਦਾ ਮਤਲਬ ਕਿ 10,000 ਰੁਪਏ ਨੇੜੇ ਲਾ ਕੇ ਚੱਲੋ। ਤੇ ਮੈਂ ਤੁਹਾਨੂੰ ਇੱਕ ਚੀਜ਼ ਬੜੀ ਕਲੀਅਰ ਇਹੀ ਕਰਨੀ ਚਾਹੁੰਦਾ ਕਿ ਜੇ ਅਸੀਂ ਪੜਾਉਂਦੇ ਆ, ਹਾਂ ਕੈਨੇਡਾ ਲਈ ਵੀ ਸੇਮ ਟਾਈਮਿੰਗ ਹੈ ਜੀ, ਬੈਠੇ ਆ ਸਾਰੇ ਉਰੇ ਕੈਨੇਡਾ ਦੇ, ਹਨਾ, ਤਾਂ ਅਸੀਂ ਇਹੀ ਚਾਹੁੰਦੇ ਕਿ ਜੇ ਕਲਾਸ ਲੱਗੇ ਤਾਂ ਪਤਾ ਲੱਗੇ ਵੀ ਹਾਂ ਕੁਝ ਲੱਗਿਆ ਹੈਗਾ। ਤੇ ਆਹ ਰੀਡਿੰਗ ਦੀ ਕਲਾਸ ਸੀ ਸਾਡੀ।